सत श्री अकाल बच्चे सारिਆਂ ਨੂੰ। बच्चे सक्सैस ट्री पंजाब चैनल ਤੇ ਸਾਰਿਆਂ ਦਾ ਸਵਾਗਤ ਹੈ। ਆਪਣਾ ਜਿਹੜਾ ਪਿਛਲੇ 20 ਦਿਨਾਂ ਤੋਂ ਪੰਜਾਬ ਦੇ ਪੁਰਾਣੇ ਪੇਪਰ ਦਾ ਸੈਸ਼ਨ ਚੱਲ ਰਿਹਾ ਸੀ, ਮੈਂ ਜਿਹਦੇ ਵਿੱਚ ਆਪਾਂ ਇੱਕ ਦਿਨ ਕੁਆਂਟਸ ਤੇ ਇੱਕ ਦਿਨ ਰੀਜ਼ਨਿੰਗ ਦੇ ਮਤਲਬ ਕਲਾਸ ਲਾ ਰਹੇ ਹਾਂਗੇ ਕਿ ਪੰਜਾਬ ਦੇ ਪਿਛਲੇ 8-10 ਸਾਲਾਂ ਦੇ ਵਿੱਚ ਜਿੰਨੇ ਵੀ ਐਗਜ਼ਾਮਸ ਹੋਏ ਨੇ ਆਪਣੇ, ਉਹ ਚਾਹੇ PSSB ਬੋਰਡ ਨੇ ਲਏ ਹੋਣ, ਚਾਹੇ PPSC ਨੇ ਲਏ ਹੋਣ, ਕੋਈ ਆਫਿਸਰ ਲੈਵਲ ਦਾ ਐਗਜ਼ਾਮ ਹੋਵੇ ਜਾਂ ਕੋਈ ਕਲੈਰੀਕਲ ਦੀ ਪੋਸਟ ਦਾ ਐਗਜ਼ਾਮ ਹੋਵੇ, ਤਾਂ ਉਹਨਾਂ ਦੇ ਵਿੱਚ ਜਿੰਨਾ ਵੀ ਮੈਥ ਜਾਂ ਰੀਜ਼ਨਿੰਗ ਆਇਆ ਤਾਂ ਆਪਾਂ ਉਹਨਾਂ ਦੀ ਪ੍ਰੈਕਟਿਸ ਕਰ ਸਕੀਏ, ਉਹਦੇ ਨਾਲ ਦੇ ਕੁਝ ਹੋਰ ਸਿਮਿਲਰ ਕੁਐਸਚਨਸ ਦੀ ਪ੍ਰੈਕਟਿਸ ਕਰ ਸਕੀਏ, ਪਲੱਸ ਕੁਝ ਹੋਰ ਜਿਹੜੇ ਮੋਸਟ ਐਕਸਪੈਕਟਡ ਕੁਐਸਚਨਸ ਨੇ ਜਿਹੜੇ ਕਿ ਐਤਕੀ ਜਿਹੜੇ ਹੁਣ ਆਪਣੇ ਐਗਜ਼ਾਮਸ ਹੋਣੇ ਉਹਨਾਂ ਦੇ ਵਿੱਚ ਦੇਖੇ ਜਾ ਸਕਦੇ ਨੇ, ਆਪਾਂ ਉਹਨਾਂ ਦੀ ਪ੍ਰੈਕਟਿਸ ਦੇ ਲਈ ਇਹ ਸੈਸ਼ਨ ਲਾ ਰਹੇ ਹਾਂਗੇ। ਬਸ ਸਾਰਿਆਂ ਨੇ ਦੇਖਿਆ ਕਿ ਯਾਰ ਪੰਜਾਬ ਦੇ ਪੇਪਰਾਂ ਦੇ ਵਿੱਚ ਪਿਛਲੇ ਸਾਲਾਂ 'ਚ ਜੋ ਅੱਜ ਤੱਕ ਪੁੱਛਿਆ ਗਿਆ ਉਹ ਬਹੁਤ ਆਰਾਮ ਨਾਲ ਰਿਪੀਟ ਹੁੰਦਾ ਮੈਂ ਜੇ ਕੋਈ ਪੇਪਰ ਆਪਣਾ 100 ਕੁਐਸਚਨ ਆ ਰਹੇ ਨੇ ਤਾਂ ਉਹਦੇ ਵਿੱਚੋਂ 25 ਤੋਂ 30 ਕੁਐਸਚਨ ਆਪਣੇ ਬੜੇ ਆਰਾਮ ਨਾਲ ਰਿਪੀਟ ਹੁੰਦੇ ਦਿਖਦੇ ਆ। ਇਸ ਤੋਂ ਬਿਨਾ ਕੁਝ ਸਿਮਿਲਰ ਕੁਐਸਚਨਸ ਜੋ ਅੱਜ ਤੱਕ ਆ ਚੁੱਕੇ ਆ ਉਹਦੇ ਨਾਲ ਦਾ ਮਿਲਦਾ ਜੁਲਦਾ ਪੁੱਛਿਆ ਜਾਂਦਾ। ਤਾਂ ਪੰਜਾਬ ਦੇ ਪੇਪਰਾਂ ਦਾ ਜਿਹੜਾ ਸਟਰਕਚਰ ਆ ਉਹ ਮੋਟੇ ਰੂਪ ਦੇ ਵਿੱਚ ਇਹ ਹੁੰਦਾ ਕਿ ਪਿਛਲੇ ਪੇਪਰਾਂ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡੈਂਸੀ ਹੁੰਦੀ ਹੈ, ਬਹੁਤ ਚੀਜ਼ਾਂ ਰਿਪੀਟ ਹੁੰਦੀਆਂ ਨੇ। ਤਾਂ ਉਹਨੂੰ ਧਿਆਨ 'ਚ ਰੱਖ ਕੇ ਆਪਾਂ ਇਹ ਸੈਸ਼ਨ ਸਟਾਰਟ ਕੀਤਾ ਹੋਇਆ ਸੀ, ਮੈਂ ਜਿਹਦੇ ਵਿੱਚ ਆਪਣੀ ਇੱਕ ਦਿਨ ਕੁਆਂਟ ਇੱਕ ਦਿਨ ਰੀਜ਼ਨਿੰਗ ਦੀ ਕਲਾਸ ਦੇਖਦੇ ਜਾਂਦੇ। ਤਾਂ ਅੱਜ ਮੇਰੇ ਖਿਆਲ 'ਚ ਆਪਣੀ ਕੁਆਂਟ ਦੀ 10ਵੀਂ ਕਲਾਸ ਆ। ਤਾਂ ਅੱਜ ਦੀ ਕਲਾਸ ਦੇ ਵਿੱਚ ਬੱਚੇ ਆਪਣੇ ਸਿੰਪਲ ਕੰਪਾਊਂਡ ਇੰਟਰਸਟ ਦੇ ਕੁਐਸਚਨਸ ਦੇਖੋਗੇ, ਤੁਸੀਂ ਟ੍ਰੇਨਸ ਵਾਲੇ ਕੁਐਸਚਨਸ ਦੇਖੋਗੇ, ਐਲੀਗੇਸ਼ਨ ਵਾਲੇ ਕੁਐਸਚਨਸ ਦੇਖੋਗੇ, ਟਾਈਮ ਐਂਡ ਵਰਕ ਦੇ ਵਿੱਚ ਜਿਹੜਾ ਆਪਣਾ ਚੇਨ ਰੂਲ ਵਾਲਾ ਪਾਰਟ ਹੁੰਦਾ ਹੈਗਾ, ਜਿਹਦੇ ਵਿੱਚ ਅ ਗੈਰੀਸਨ ਹੈਜ਼ ਅ ਪ੍ਰੋਵੀਜ਼ਨ ਫॉर 27 ਡੇਜ਼ ਜਾਂ 30 ਡੇਜ਼, ਜਿਹੜੇ ਗੈਰੀਸਨ ਵਾਲੇ ਕੁਐਸਚਨ ਚੇਨ ਰੂਲ ਦੇ ਵਿੱਚ ਆ ਜਾਂਦੇ ਨੇ, ਉਹ ਕੁਐਸਚਨ ਦੇਖੋਗੇ। ਤੇ ਇਸ ਤੋਂ ਬਿਨਾ ਇੱਕ ਇੰਪੋਰਟੈਂਟ ਚੀਜ਼ ਹੈ ਕਿ ਨੰਬਰ ਸਿਸਟਮ, ਆਪਾਂ ਅੱਜ ਤੋਂ ਮੇਰੇ ਖਿਆਲ 'ਚ 2 ਕਲਾਸਾਂ ਪਹਿਲਾਂ 7ਵੀਂ ਜਾਂ 8ਵੀਂ ਕਲਾਸ ਦੇ ਵਿੱਚ ਨੰਬਰ ਸਿਸਟਮ ਦੇ 2-3 ਟਾਈਪਸ ਪਾਏ ਸੀ ਕਿ ਪੰਜਾਬ ਦੇ ਪੁਰਾਣੇ ਪੇਪਰਾਂ 'ਚ ਆਏ ਹੋਏ ਨੇ। ਤੇ ਉਦੋਂ ਮੈਂ ਕਹਿ ਕੇ ਗਿਆ ਸੀ ਕਿ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਵਿੱਚ ਨੰਬਰ ਸਿਸਟਮ ਜਿੰਨੇ ਵੀ ਤਰ੍ਹਾਂ ਦਾ ਆਇਆ ਹੋਇਆ, ਚਾਹੇ ਉਹ LCM HCF ਦੇ ਸਵਾਲ ਆਏ ਹੋਏ ਨੇ, ਚਾਹੇ ਉਹ ਯੂਨਿਟ ਡਿਜਿਟ ਦੇ ਆਏ ਹੋਏ ਨੇ, ਡਿਵੀਜ਼ਿਬਿਲਿਟੀ ਰੂਲ ਦੇ ਆਏ ਹੋਏ ਨੇ, ਐਲਜੈਬਰਿਕ ਐਕਸਪ੍ਰੈਸ਼ਨਸ ਦੇ ਸਵਾਲ ਆਏ ਹੋਏ ਨੇ, ਤਾਂ ਜਿੰਨੇ ਵੀ ਤਰ੍ਹਾਂ ਦੇ ਆਪਣੇ ਅੱਜ ਤੱਕ ਪੰਜਾਬ ਦੇ ਪੇਪਰਾਂ 'ਚ ਨੰਬਰ ਸਿਸਟਮ ਦੇ ਸਵਾਲ ਆਏ ਨੇ, ਮੈਂ ਉਹਨਾਂ ਦੇ ਵਿੱਚ 2-2 ਟਾਈਪ ਆਪਾਂ ਇੱਕ ਕਲਾਸ ਛੱਡ ਕੇ ਕਰਦੇ ਜਾਵਾਂਗੇ। ਤਾਂ ਅੱਜ ਦੀ ਕਲਾਸ ਦੇ ਵਿੱਚ ਤੁਸੀਂ ਨੰਬਰ ਸਿਸਟਮ ਵਾਲੇ ਟਾਈਪਸ ਵੀ ਦੇਖੋਗੇ। ਤੇ ਸਭ ਤੋਂ ਇੰਪੋਰਟੈਂਟ ਚੀਜ਼, ਮਤਲਬ ਅੱਗੇ ਆਪਾਂ ਕਲਾਸ ਸਟਾਰਟ ਕਰਦੇ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਮੈਂ ਦੱਸਣੀ ਸੀ, ਜਿੰਨੇ ਵੀ ਬੱਚੇ ਜੁੜ ਚੁੱਕੇ ਨੇ ਬਸ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰ ਦਿਓ, ਅੱਗੇ ਬੱਚਿਆਂ ਤੱਕ ਪਹੁੰਚਾ ਦਿਓ। ਸਭ ਤੋਂ ਇੰਪੋਰਟੈਂਟ ਕਿ ਜਿਹੜੀ ਆਪਣੀ ਪਿਛਲੀ ਕਲਾਸ ਸੀ 9ਵੀਂ ਕਲਾਸ, ਉਹਦੇ ਵਿੱਚ ਮੇਨਲੀ ਆਪਾਂ DI ਦੇ ਕੁਐਸਚਨਸ ਕੀਤੇ ਸੀ ਕਿ 2018 ਦਾ ਕੋਆਪਰੇਟਿਵ ਇੰਸਪੈਕਟਰ ਦਾ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਜਿਹੜਾ ਵੈਨ ਡਾਇਗਰਾਮ ਵਾਲਾ ਸਵਾਲ ਸੀ ਆਪਾਂ ਉਹਦੀ ਪ੍ਰੈਕਟਿਸ ਕੀਤੀ ਸੀ। ਇਸ ਤੋਂ ਬਿਨਾਂ ਉਹਦੇ ਨਾਲ ਦੇ 2-3 ਸਵਾਲ ਹੋਰ ਲੈ ਕੇ ਆਏ ਸੀਗੇ, ਉਹਨਾਂ ਦੀ ਪ੍ਰੈਕਟਿਸ ਕੀਤੀ ਸੀ। ਉਸ ਤੋਂ ਪਹਿਲਾਂ ਮੈਂ ਕੁਝ ਕੈਲਕੂਲੇਸ਼ਨ ਦੇ ਮਤਲਬ ਮੈਂਸੂਰੇਸ਼ਨ ਕਹਿ ਰਿਹਾ, ਕੈਲਕੂਲੇਸ਼ਨ ਦੇ ਸਿੰਪਲੀਫਿਕੇਸ਼ਨ ਦੇ ਕੁਐਸਚਨ ਕਰਾਏ ਸੀ ਜਿਹੜੇ ਬੋਰਡ ਮਾਸ ਨਾਲ ਹੋਣੇ ਸੀ। ਤਾਂ ਬੱਚੇ ਉਹਨਾਂ ਦੇ ਵਿੱਚੋਂ ਉਹ 2 ਕੁਐਸਚਨ ਕੀਤੇ ਸੀ ਬੋਰਡ ਮਾਸ ਨਾਲ, ਤਾਂ ਉਹਨਾਂ ਦੇ ਵਿੱਚੋਂ ਇੱਕ ਕੁਐਸਚਨ ਮੈਂ ਗਲਤ ਕਰਵਾ ਕੇ ਗਿਆ ਸੀ। ਤਾਂ ਉਹ ਪਿਛਲੀ ਕਲਾਸ 'ਚ ਆਪਣੇ ਤੋਂ ਗਲਤੀ ਹੋਈ ਹੈਗੀ, ਤਾਂ ਗਲਤ ਆਨਸਰ ਆਇਆ ਸੀਗਾ, ਤਾਂ ਉਹ ਅੱਜ ਮੈਂ ਕਰੈਕਟ ਕਰਵਾਊਂਗਾ। ਤਾਂ ਅੱਜ ਦੀ ਕਲਾਸ ਆਪਣੀ ਉਸ ਕੁਐਸਚਨ ਤੋਂ ਸਟਾਰਟ ਹੋਊਗੀ ਜਿਹੜਾ ਆਪਣਾ ਬੋਰਡ ਮਾਸ ਵਾਲਾ ਪਿਛਲੀ ਕਲਾਸ ਵਾਲਾ ਕੁਐਸਚਨ ਸੀ, ਜਿਹਦੇ ਵਿੱਚ ਆਪਣੇ ਤੋਂ ਪਿਛਲੀ ਕਲਾਸ 'ਚ ਗਲਤੀ ਹੋਈ ਹੈ। ਫਿਰ ਉਸ ਤੋਂ ਬਾਅਦ ਅੱਜ ਦੀ ਕਲਾਸ ਦੇ ਵਿੱਚ ਜਿਹੜੇ ਆਪਣੇ ਸਵਾਲ ਨੇ ਉਹ ਆਪਾਂ ਦੇਖਦੇ ਜਾਵਾਂਗੇ। ਤਾਂ ਸਭ ਤੋਂ ਪਹਿਲਾਂ ਬੋਰਡ ਮਾਸ ਦਾ ਕੁਐਸਚਨ ਜਿਹੜਾ ਬੱਚੇ ਆਪਾਂ ਪਿਛਲੀ ਕਲਾਸ ਦੇ ਵਿੱਚ ਕੀਤਾ ਸੀਗਾ, ਇਹ ਮੈਂ ਦੱਸਿਆ ਵੀ ਸੀਗਾ ਕਿ ਪਿਛਲੇ ਸਾਲ PSTCL ਦਾ ਪੇਪਰ ਹੋਇਆ ਸੀ ਮੇਰੇ ਖਿਆਲ 'ਚ 3 ਜਾਂ 4 ਅਗਸਤ ਨੂੰ, ਉਹਦੇ ਵਿੱਚ ਆਇਆ ਹੋਇਆ ਕੁਐਸਚਨ ਸੀ। ਤਾਂ ਬੱਚੇ ਬੋਰਡ ਮਾਸ ਦੇ ਸਵਾਲਾਂ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ, ਬੋਰਡ ਮਾਸ ਦੀ ਫੁੱਲ ਫਾਰਮ ਸਾਰਿਆਂ ਨੇ ਸਕੂਲ 'ਚ ਪੜ੍ਹੀ ਹੋਈ ਹੈ ਕਿ ਯਾਰ ਸਭ ਤੋਂ ਪਹਿਲਾਂ ਤਾਂ ਆਪਾਂ ਬ੍ਰੈਕਟਸ ਜਾਂ ਬਾਰਸ ਨੂੰ ਸੋਲਵ ਕਰਨਾ ਹੁੰਦਾ, ਫਿਰ ਉਹਦਾ ਮਤਲਬ ਆਫ ਵਾਲਾ ਫੰਕਸ਼ਨ ਇਹ ਆਪਾਂ ਡਿਟੇਲ 'ਚ ਕਰ ਲਿਆ ਸੀਗਾ, ਇਹ ਅੱਜ ਮੈਂ ਰਿਪੀਟ ਨਹੀਂ ਕਰੂੰਗਾ। ਅੱਜ ਦੀ ਕਲਾਸ ਆਪਣੀ ਵੈਸੇ ਹੀ ਲੰਬੀ ਜਾਣੀ ਹੈ, ਮੇਰੇ ਖਿਆਲ 'ਚ 1.5 ਘੰਟੇ ਤੱਕ ਜਾ ਸਕਦੀ ਹੈ, ਕਾਫੀ ਸਵਾਲ ਨੇ ਅੱਜ ਦੀ ਕਲਾਸ ਦੇ ਵਿੱਚ। ਡਿਵੀਜ਼ਨ, ਮਲਟੀਪਲੀਕੇਸ਼ਨ, ਐਡੀਸ਼ਨ, ਸਬਸਟ੍ਰੈਕਸ਼ਨ, ਇਹ ਆਪਾਂ ਨੂੰ ਸਾਰਿਆਂ ਨੂੰ ਕਲੀਅਰ ਹੈਗਾ ਕਿ ਆਪਾਂ ਬੋਰਡ ਮਾਸ ਦੇ ਵਿੱਚ ਜਿਹੜੇ ਫੰਕਸ਼ਨਸ ਆਪਾਂ ਕੈਲਕੂਲੇਸ਼ਨ ਦੇ ਵਿੱਚ ਜਿਹੜੇ ਫੰਕਸ਼ਨ ਨੂੰ ਯੂਜ਼ ਕਰਨਾ, ਕਿਹੜੇ ਆਰਡਰ ਦੇ ਵਿੱਚ ਯੂਜ਼ ਕਰਨਾ, ਇਹ ਕਲੀਅਰ ਹੈ। ਮੈਂ ਦੱਸੂਗਾ ਕਿ ਗਲਤੀ ਕਿੱਥੇ ਹੋਈ ਸੀ ਤੇ ਅੱਜ ਉਹ ਗਲਤੀ ਨੂੰ ਕਰੈਕਟ ਕਰਦੇ ਹੋਏ ਸਹੀ ਆਨਸਰ ਕੀ ਹੋਣਾ। ਤਾਂ ਸਾਰੇ ਬੱਚੇ ਜਿਹੜੇ ਬੱਚੇ ਜੁੜ ਚੁੱਕੇ ਨੇਗੇ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰਦੇ ਜਾਇਆ ਕਰੋ। ਦੇਖੋ ਧਿਆਨ ਨਾਲ ਬੱਚੇ, ਸਭ ਤੋਂ ਪਹਿਲਾਂ ਮੈਂ ਆਹ ਦੱਸਿਆ ਸੀ ਕਿ ਪਲੱਸ ਤੋਂ ਬਾਅਦ ਕੋਈ ਫੰਕਸ਼ਨ ਆਪਣਾ 15/3 ਆਫ 2, ਕਿਉਂਕਿ ਆਫ ਲਿਖਿਆ, ਆਫ ਨੇ ਕਰਨਾ ਤਾਂ ਮਲਟੀਪਲਾਈ ਹੈ, ਪਰ ਜੇ ਮਲਟੀਪਲਾਈ ਦਾ ਸਾਈਨ ਹੁੰਦਾ ਤਾਂ ਡਿਵਾਈਡ ਪਹਿਲਾਂ ਹੁੰਦਾ, ਮਲਟੀਪਲਾਈ ਮਗਰੋਂ ਹੁੰਦਾ, ਪਰ ਮਲਟੀਪਲਾਈ ਦਾ ਸਾਈਨ ਨਹੀਂ ਹੈਗਾ, ਆਫ ਲਿਖਿਆ ਤਾਂ ਆਫ ਡਿਵੀਜ਼ਨ ਤੋਂ ਪਹਿਲਾਂ ਹੋ ਜਾਊਗਾ। ਤਾਂ ਇਹ ਬਣ ਗਿਆ ਸੀ ਸਾਡਾ 15/ ਆਫ ਦਾ ਸਾਈਨ ਪਹਿਲਾਂ ਯੂਜ਼ ਕਰਾਂਗੇ ਤਾਂ 15/6, ਜਿਹਦੀ ਵੈਲਿਊ 2.5 ਆ ਗਈ ਸੀ। ਤਾਂ ਜਿਹਨੂੰ ਮੈਂ ਅੰਡਰਲਾਈਨ ਕੀਤਾ ਹੋਇਆ ਬੱਚੇ ਉਹਦੀ ਵੈਲਿਊ 2.5 ਆ ਗਈ ਸੀ। ਇਹਦੀ ਵੈਲਿਊ ਦੇਖੋ ਜੀ 48/6 ਆਫ 5, ਤਾਂ 48/30 ਆ ਗਈ ਸੀ ਇਹਦੀ ਵੈਲਿਊ। ਉਸ ਤੋਂ ਬਾਅਦ ਡਿਵਾਈਡ, ਇਹ ਅਲੱਗ ਬ੍ਰੈਕਟ ਦੇ ਵਿੱਚ 48/6 ਆਫ 5, ਤਾਂ ਆਫ 5 ਪਹਿਲਾਂ ਆਪਾਂ ਫੰਕਸ਼ਨ
ਸੋਲਵ ਕਰਾਂਗੇ ਤਾਂ 6 ਆਫ 5 30 ਹੋ ਗਿਆ, 48/30 ਬਣ ਗਿਆ, ਡਿਵਾਈਡ ਬਾय 2 - 18 ਦੀ ਵੈਲਿਊ ਬੱਚੇ ਤੁਹਾਡੀ ਆ ਗਈ 2 - 18 ਦੀ ਵੈਲਿਊ ਆ ਗਈ -16, ਡਿਵਾਈਡ ਬਾय 12 ਮਲਟੀਪਲਾਈ ਬਾय -2, 11 - 13 ਆ ਗਿਆ ਤੁਹਾਡਾ -2। ਤਾਂ ਬੱਚੇ ਪਿਛਲੀ ਕਲਾਸ ਦੇ ਵਿੱਚ ਗਲਤੀ ਕਿੱਥੇ ਹੋਈ ਹੈ? ਗਲਤੀ ਇੱਥੇ ਹੋਈ ਹੈ ਕਿ ਮੈਂ ਮਲਟੀਪਲਾਈ ਪਹਿਲਾਂ ਕਰ ਗਿਆ। ਮੈਂ 12 ਨੂੰ -2 ਨਾਲ ਮਲਟੀਪਲਾਈ ਪਹਿਲਾਂ ਕਰਤਾ ਸੀ, -24 ਬਣ ਗਿਆ, ਤਾਂ -16 ਡਿਵਾਈਡ ਬਾय -24 ਕਰਤਾ ਸੀਗਾ। ਤਾਂ ਗਲਤ ਹੋ ਗਿਆ ਸੀ ਇਹ ਕਿ ਆਪਾਂ -16 ਡਿਵਾਈਡ ਬਾय -24 ਕਰਤਾ ਸੀ, ਜਦ ਕਿ ਕਰਨਾ ਕੀ ਸੀ? ਕਿਉਂਕਿ ਮਲਟੀਪਲਾਈ ਦਾ ਸਾਈਨ ਹੈ ਤਾਂ ਇਸ ਕਰਕੇ ਡਿਵਾਈਡ ਪਹਿਲਾਂ ਕਰਾਂਗੇ, ਮਲਟੀਪਲਾਈ ਮਗਰੋਂ ਹੋਊਗਾ। ਤਾਂ ਬੱਚੇ ਗਲਤੀ ਕਰ ਗਏ ਸੀ ਆਪਾਂ ਕਿ ਮਲਟੀਪਲਾਈ ਪਹਿਲਾਂ ਕਰਤਾ ਸੀ, ਪਰ ਸਹੀ ਕੀ ਹੋਣਾ ਆਪਣਾ -16 ਡਿਵਾਈਡ ਬਾय 12 ਥੱਲੇ ਇੰਟੂ -2। ਤਾਂ ਮਾਈਨਸ ਤੇ ਮਾਈਨਸ ਤਾਂ ਪਲੱਸ ਹੋ ਗਿਆ। ਤਾਂ ਇਹ ਬੱਚੇ ਬਣ ਗਿਆ ਤੁਹਾਡਾ 4 ਦੇ ਟੇਬਲ 'ਚ 4 ਥੱਲੇ 3 ਇੰਟੂ 2 ਕਰਕੇ 8/3। ਤਾਂ ਇੱਥੇ ਤੁਹਾਡੀ ਵੈਲਿਊ ਆ ਗਈ ਡਿਵਾਈਡ ਬਾय 8/3। ਉਹ +2.5 ਹੋ ਹੀ ਜਾਣਾ ਮਗਰੋਂ, ਆਹ +2.5 ਹੋ ਜਾਣਾ। ਤਾਂ ਆ ਜਿਹੜਾ ਡਿਵਾਈਡ ਦਾ ਸਾਈਨ ਹੈ ਇਹਨੂੰ ਮਲਟੀਪਲਾਈ ਬਣਾਉਣ ਲਈ ਇਹਦਾ ਰੈਸੀਪ੍ਰੋਕਲ ਕਰ ਦਾਂਗੇ। ਤਾਂ ਮੈਂ ਇੱਥੇ ਹੀ ਰੱਬ ਕਰਕੇ ਮਲਟੀਪਲਾਈ 3/8 ਲਿਖ ਦਿੰਦਾ। ਤਾਂ ਮਲਟੀਪਲਾਈ 3/8 ਕੀਤਾ ਤਾਂ 8 ਤੇ 48 ਆ ਗਿਆ 6 ਆਉਣਾ ਸੀਗਾ, ਮੈਂ ਗਲਤੀ ਨਾਲ 16 ਲਿਖ ਗਿਆ। 8 ਤੇ 48 ਆ ਗਿਆ 6, 3 ਤੇ 30 ਆ ਗਿਆ 10। ਤਾਂ ਇਹ ਬਣ ਗਿਆ ਬੱਚੇ 6/10 0.6। ਇਹ 2.5 ਹੈਗਾ ਹੀ ਆ, ਤਾਂ 0.6 ਦੇ ਵਿੱਚ 2.5 ਐਡ ਕਰੋਗੇ ਤਾਂ ਇਸ ਕੁਐਸਚਨ ਦਾ ਆਨਸਰ 3.1 ਆਊਗਾ, ਥਰਡ ਆਪਸ਼ਨ 3.1। ਤਾਂ ਬੱਚੇ ਇਹ ਆਪਣਾ PSTCL ਦਾ ਪੇਪਰ ਜਿਹੜਾ ਹੋਇਆ ਸੀ ਪਿਛਲੇ ਸਾਲ, ਉਹਦੇ ਵਿੱਚ ਆਇਆ ਹੋਇਆ ਕੁਐਸਚਨ ਸੀ। ਪਿਛਲੀ ਕਲਾਸ ਦੇ ਵਿੱਚ ਜਿਹੜੀ ਆਪਣੀ ਮੈਥ ਦੀ 9ਵੀਂ ਕਲਾਸ ਸੀ, ਅੱਜ 10ਵੀਂ ਕਲਾਸ ਆ, ਉਹਦੇ ਵਿੱਚ ਆਪਾਂ ਜਦੋਂ ਇਹ ਕੁਐਸਚਨ ਸੋਲਵ ਕੀਤਾ ਤਾਂ ਉਹਦੇ ਵਿੱਚ ਆਪਾਂ ਗਲਤੀ ਕਰ ਗਏ ਸੀ। ਮੈਂ ਗਲਤੀ ਦੱਸਦੀ ਕਿੱਥੇ ਹੋਈ ਆ। ਆਪਾਂ ਬੱਚੇ ਜਦੋਂ ਬੋਰਡਮਾਸ ਦਾ ਫੰਕਸ਼ਨ ਲਾਉਣਾ ਹੈਗਾ ਤਾਂ ਬੋਰਡਮਾਸ ਦੇ ਵਿੱਚ ਆਫ ਦੀ ਮਲਟੀਪਲੀਕੇਸ਼ਨ ਤਾਂ ਚਲੋ ਪਹਿਲਾਂ ਹੋ ਜੂਗੀ, ਪਰ ਜੇ ਡਿਵੀਜ਼ਨ ਦਾ ਸਾਈਨ ਹੈ, ਮਲਟੀਪਲੀਕੇਸ਼ਨ ਦਾ ਸਾਈਨ ਹੈ, ਤਾਂ ਡਿਵੀਜ਼ਨ ਪਹਿਲਾਂ ਹੋਣੀ ਸੀ, ਮਲਟੀਪਲੀਕੇਸ਼ਨ ਮਗਰੋਂ ਹੋਣੀ ਸੀ। ਤਾਂ ਡਿਵਾਈਡ ਪਹਿਲਾਂ ਹੋਣਾ ਸੀ -16/12, ਮਲਟੀਪਲਾਈ ਮਗਰੋਂ ਹੋਣਾ ਸੀ ਮਲਟੀਪਲਾਈ -2। ਤਾਂ ਆਪਾਂ ਮਲਟੀਪਲਾਈ ਪਹਿਲਾਂ ਕਰਕੇ ਸੀ, ਡਿਵਾਈਡ ਮਗਰੋਂ ਕੀਤਾ, ਤਾਂ ਉਹਦੇ ਕਰਕੇ ਸਾਰੀ ਵੈਲਿਊ ਬਦਲ ਗਈ। ਤਾਂ ਆਪਣਾ ਆਨਸਰ ਮੇਰੇ ਖਿਆਲ 'ਚ 4.9 ਆ ਗਿਆ ਸੀ ਪਿਛਲੀ ਕਲਾਸ 'ਚ ਜਿਹੜਾ ਗਲਤ ਆਨਸਰ ਆਇਆ ਸੀ। ਤਾਂ ਇਹ ਮੈਂ ਕਰੈਕਸ਼ਨ ਕਰਵਾਉਣੀ ਸੀ। ਹੁਣ ਆਪਾਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ। ਅੱਜ ਦੀ ਕਲਾਸ ਦੇ ਵਿੱਚ ਬੱਚੇ ਆਪਣੇ ਮਤਲਬ ਮੈਂ ਦਿਖਾਈ ਦਿੰਨਾਗਾ। ਸਭ ਤੋਂ ਪਹਿਲਾਂ ਤਾਂ ਆਪਣੇ ਮੈਂਸੂਰੇਸ਼ਨ 3D ਦੇ ਕੁਐਸਚਨਸ ਨੇ। ਮੈਂਸੂਰੇਸ਼ਨ 3D ਦੇ ਕੁਐਸਚਨਸ ਦੇਖਾਂਗੇ, ਟ੍ਰੇਨਸ ਵਾਲੇ ਸਿੰਪਲ ਕੁਐਸਚਨਸ ਦੇਖਾਂਗੇ, ਐਲੀਗੇਸ਼ਨ ਲਾਉਣ ਵਾਲੇ ਮਿਕਸਚਰ ਐਲੀਗੇਸ਼ਨ ਦੇ ਵਿੱਚੋਂ ਐਲੀਗੇਸ਼ਨ ਵਾਲੇ ਕੁਐਸਚਨਸ ਦੇਖਾਂਗੇ, ਸਿੰਪਲ ਕੰਪਾਊਂਡ ਇੰਟਰਸਟ ਦੇ ਕੁਐਸਚਨਸ ਦੇਖਾਂਗੇ, ਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਕਿ ਨੰਬਰ ਸਿਸਟਮ ਦੇ 2 ਟਾਈਪਸ ਨੇ, ਉਹਦੇ ਕੁਝ ਕੁਐਸਚਨਸ ਦੇਖਾਂਗੇ। ਤਾਂ ਅੱਜ ਦੀ ਕਲਾਸ ਆਪਣੀ ਥੋੜੀ ਜਿਹੀ ਲੰਬੀ ਚੱਲਣੀ ਹੈ, 22-23 ਕੁਐਸਚਨਸ ਕਰਨੇ ਨੇ, ਤਾਂ ਸਵਾ ਘੰਟਾ 1.5 ਘੰਟਾ ਜਾਊਗੀ ਕਲਾਸ। ਤਾਂ ਬੱਚੇ ਕੁਐਸਚਨ ਦੇਖੋ, ਦ ਹਾਈਟ ਆਫ ਏ ਹੋਲੋ ਮੈਟੈਲਿਕ ਸਿਲੰਡਰੀਕਲ ਪਾਈਪ ਇਜ਼ 35 ਸੈਂਟੀਮੀਟਰ। ਐਗਜ਼ਾਮੀਨਰ ਕਹਿੰਦਾ ਸਿਲੰਡਰ ਦੀ ਸ਼ੇਪ ਦੀ ਇੱਕ ਪਾਈਪ ਆ ਜਿਹਦੀ ਹਾਈਟ 35 ਸੈਂਟੀਮੀਟਰ ਦਿੱਤੀ ਹੋਈ ਆ। ਇਟਸ ਇਨਰ ਡਾਇਆਮੀਟਰ ਇਜ਼ 14 ਸੈਂਟੀਮੀਟਰ। ਬੱਚੇ ਸਿਲੰਡਰ ਦਾ ਡਾਇਆਮੀਟਰ ਤਾਂ ਸੁਣਿਆ ਸਾਰਿਆਂ ਨੇ ਕਿ ਸਿਲੰਡਰ ਦਾ ਡਾਇਆਮੀਟਰ ਹੁੰਦਾ। ਇਨਰ ਡਾਇਆਮੀਟਰ ਕਿਉਂ ਲਿਖਿਆ, ਇਨਰ ਜਾਂ ਆਊਟਰ ਡਾਇਆਮੀਟਰ ਕਿਉਂ ਯੂਜ਼ ਕਰ ਰਹੇ ਆ? ਕਿਉਂਕਿ ਹੋਲੋ ਹੈ। ਵੈਸੇ ਤਾਂ ਪਾਈਪ ਸ਼ਬਦ ਲਿਖਿਆ ਹੋਇਆ ਹੈ, ਪਾਈਪ ਤੋਂ ਵੀ ਪਤਾ ਲੱਗ ਜੂਗਾ ਕਿ ਉਹ ਹੋਲੋ ਹੁੰਦੀ ਹੈ। ਯਾਰ ਪਾਣੀ ਵਾਲੀ ਪਾਈਪ ਸਾਰਿਆਂ ਨੇ ਦੇਖੀ ਹੈ। ਪਾਣੀ ਵਾਲੀ ਪਾਈਪ ਕੀ ਹੁੰਦੀ ਹੈ? ਉਹਦੀ ਇੱਕ ਲੇਅਰ ਤਾਂ ਹੁੰਦੀ ਹੈ ਬਾਹਰਲੇ ਪਾਸੇ, ਪਰ ਅੰਦਰੋਂ ਖਾਲੀ ਹੁੰਦੀ ਹੈ ਜਿਹਦੇ ਵਿੱਚੋਂ ਪਾਣੀ ਲੰਘਦਾ ਹੁੰਦਾ। ਉਹਦਾ ਮੂੰਹ ਵੀ ਖਾਲੀ ਹੁੰਦਾ, ਹੇਠੋਂ ਵੀ ਮੂੰਹ ਖਾਲੀ ਹੁੰਦਾ ਹੈਗਾ। ਤਾਂ ਪਾਈਪ ਕਿਵੇਂ ਬਣਦੀ ਹੈ? ਪਾਈਪ ਹੁੰਦੀ ਤਾਂ ਸਿਲੰਡਰ ਦੀ ਸ਼ੇਪ ਦੀ ਹੈ, ਪਰ ਉਹ ਅੰਦਰੋਂ ਖਾਲੀ ਹੁੰਦੀ ਹੈ। ਸੋ ਇਸ ਕਰਕੇ ਅੰਦਰੋਂ ਖਾਲੀ ਹੋਣ ਦਾ ਮਤਲਬ ਹੋਲੋ। ਵੈਸੇ ਜੇ ਪਾਈਪ ਸ਼ਬਦ ਲਿਖਿਆ, ਹੋਲੋ ਸ਼ਬਦ ਨਹੀਂ ਵੀ ਲਿਖਿਆ, ਤਾਂ ਵੀ ਸਮਝ ਆ ਜਾਊਗਾ ਕਿ ਉਹ ਅੰਦਰੋਂ ਖਾਲੀ ਹੈ। ਤੇ ਉਹ ਕਿਹੋ ਜਿਹੀ ਬਣ ਜਾਂਦੀ ਹੈ ਮੈਂ ਇੱਕ ਵਾਰ ਬਣਾ ਦਿੰਦਾ, ਪਰ ਮੈਂ ਰਬ ਕਰੂੰਗਾ। ਇੱਥੇ ਆਪਾਂ ਕੁਐਸਚਨ ਸੋਲਵ ਕਰਨਾ। ਇਹ ਤਾਂ ਹੋ ਗਈ ਬਾਹਰਲੀ ਉਹਦੀ ਲੇਅਰ, ਆਹ ਹੋ ਗਈ ਉਹਦੀ ਅੰਦਰਲੀ ਲੇਅਰ। ਬੱਚੇ ਇਹ ਜਿਹੜੀ ਕਿ ਆਪਾਂ ਨੂੰ ਦਿਖ ਨਹੀਂ ਰਹੀ, ਇਸ ਕਰਕੇ ਮੈਂ ਡਾਟਡ ਲਾਈਨ ਲਾਤੀ। ਤਾਂ ਬੱਚੇ ਪਾਈਪ ਕਾਹਦੀ ਬਣੀ ਹੋਈ ਹੈ? ਪਾਈਪ ਬਣੀ ਹੋਈ ਹੈ ਸਿਰਫ ਇਸ ਮਟੀਰੀਅਲ ਦੀ। ਪਾਈਪ ਬਣੀ ਹੋਈ ਹੈ ਸਿਰਫ ਇਸ ਮਟੀਰੀਅਲ ਦੀ, ਕਿਉਂਕਿ ਬਾਹਰੋਂ ਅੰਦਰੋਂ ਤਾਂ ਖਾਲੀ ਹੈ ਸਾਰੀ। ਤਾਂ ਇੱਕ ਬਾਹਰੀ ਲੇਅਰ ਚੜੀ ਹੋਈ ਹੈ, ਉਹ ਮੈਂ ਪੀਲੇ ਰੰਗ ਦੀ ਲੇਅਰ ਬਣਾਤੀ ਤੁਹਾਨੂੰ। ਹਾਂਜੀ ਬੱਚੇ, ਤਾਂ ਪਾਈਪ ਇਸ ਮਟੀਰੀਅਲ ਦੀ ਬਣੀ ਹੋਈ ਹੈ। ਵੈਸੇ ਤਾਂ ਆ ਵੀ ਪੀਲਾ ਹੀ ਹੈ ਕਿਉਂਕਿ ਬਾਹਰੋਂ ਦੇਖ ਰਹੇ ਹਾਂ ਤਾਂ ਇਹ ਵੀ ਪੀਲਾ, ਪਰ ਅੰਦਰੋਂ ਦੇਖਾਂਗੇ ਤਾਂ ਇਹ ਖਾਲੀ ਹੈ ਸਾਰੇ ਦਾ ਸਾਰਾ। ਇਸੇ ਕਰਕੇ ਇਨਰ ਡਾਇਆਮੀਟਰ ਸ਼ਬਦ ਲਿਖਿਆ ਹੋਇਆ। ਤਾਂ ਬੱਚੇ ਇਨਰ ਡਾਇਆਮੀਟਰ ਕਿਹੜਾ ਹੈਗਾ? ਅੰਦਰਲਾ ਪਾਸੇ ਆਪਾਂ ਲਾਲ ਰੰਗ ਦਾ ਬਣਾਇਆ ਸੀ। ਤਾਂ ਜੇ ਇਕੱਲੇ ਲਾਲ ਰੰਗ ਨੂੰ ਦੇਖੀਏ ਤਾਂ ਲਾਲ ਰੰਗ ਦਾ ਵੀ ਸਿਲੰਡਰ ਹੀ ਬਣ ਰਿਹਾ ਅੰਦਰ। ਤੇ ਜੇ ਕਾਲੇ ਰੰਗ ਨੂੰ ਦੇਖੀਏ, ਬਾਹਰਲੀ ਲੇਅਰ ਹੈ ਜਿਹੜੀ, ਉਹ ਵੀ ਸਿਲੰਡਰ ਬਣ ਰਿਹਾ। ਤਾਂ ਬੱਚੇ ਜਿਹੜੀ ਅੰਦਰ ਲਾਲ ਰੰਗ ਦੀ ਲੇਅਰ ਹੈ
ਉਹ ਇਨਰ ਡਾਇਆਮੀਟਰ ਹੋ ਜਾਊਗਾ। ਜੇ ਇਨਰ ਡਾਇਆਮੀਟਰ ਸਾਨੂੰ 14 ਸੈਂਟੀਮੀਟਰ ਦਿੱਤਾ ਹੈ ਤਾਂ ਮਤਲਬ ਇਨਰ ਰੇਡੀਅਸ 7 ਆ ਜਾਊਗਾ। ਇਨਰ ਰੇਡੀਅਸ 7 ਸੈਂਟੀਮੀਟਰ ਆ ਜਾਊਗਾ। ਤੇ ਅੱਗੇ ਕਹਿੰਦੇ ਥਿਕਨੈਸ ਇਜ਼ 2 ਸੈਂਟੀਮੀਟਰ। ਥਿਕਨੈਸ 2 ਸੈਂਟੀਮੀਟਰ ਦੀ ਮਤਲਬ ਆ ਜਿਹੜੀ ਪੀਲੀ ਲੇਅਰ ਹੈ ਬੱਚੇ ਇਹ 2 ਸੈਂਟੀਮੀਟਰ ਦੀ ਆ। ਤਾਂ ਜੇ ਸਾਨੂੰ ਬੱਚੇ ਇਨਰ ਡਾਇਆਮੀਟਰ 14 ਦਿੱਤਾ ਹੋਇਆ ਤਾਂ ਮਤਲਬ ਇਨਰ ਰੇਡੀਅਸ 7 ਆ ਗਿਆ, ਅੰਦਰਲਾ ਰੇਡੀਅਸ 7 ਆ ਗਿਆ, ਥਿਕਨੈਸ 2 ਹੈ ਤਾਂ ਬਾਹਰਲਾ ਰੇਡੀਅਸ ਕਿੰਨਾ ਹੋ ਜਾਊਗਾ 7 ਤੇ 2 9 ਸੈਂਟੀਮੀਟਰ ਬੱਚੇ ਬਾਹਰਲਾ ਰੇਡੀਅਸ ਹੋ ਜਾਊਗਾ। ਤਾਂ ਆ ਸਾਰਿਆਂ ਨੂੰ ਕਲੀਅਰ ਹੋ ਗਿਆ ਜੀ। ਹਾਈਟ ਸਾਨੂੰ ਦਿੱਤੀ ਹੋਈ ਹੈ 35 ਸੈਂਟੀਮੀਟਰ। ਤਾਂ ਐਗਜ਼ਾਮੀਨਰ ਕਹਿੰਦਾ ਫਾਈਂਡ ਦਾ ਵੋਲਿਊਮ ਆਫ ਦਾ ਮੈਟਲ ਯੂਜ਼ਡ, ਜਿਹੜਾ ਪੀਲੇ ਰੰਗ ਦਾ ਮੈਟਲ ਯੂਜ਼ ਹੋਇਆ ਪਾਈਪ ਬਣਾਉਣ ਦੇ ਲਈ ਉਹਦਾ ਵੋਲਿਊਮ ਫਾਈਂਡ ਕਰਨਾ ਹੈ। ਤਾਂ ਬੱਚੇ ਜਦੋਂ ਵੀ ਕੋਈ ਹੋਲੋ ਸ਼ੇਪ ਦਾ ਸਿਲੰਡਰ ਹੋਵੇ, ਖੈਰ ਹੋਲੋ ਸ਼ੇਪ ਦੀ ਕੋਈ ਵੀ ਇਮੇਜ ਹੋਵੇ ਪਰ ਆਮ ਤੌਰ ਤੇ ਹੋਲੋ ਸਿਲੰਡਰ ਹੀ ਹੁੰਦਾ। ਜਿਹੜੀ ਸਿਲੰਡਰ ਦੀ ਸ਼ੇਪ ਦੀ ਆਪਣੀ ਪਾਣੀ ਵਾਲੀ ਘਰੇ ਪਾਈਪ ਪਈ ਹੁੰਦੀ ਆ ਉਹ ਸਿਲੰਡਰ ਦੀ ਸ਼ੇਪ ਦੀ ਹੁੰਦੀ ਆ, ਉਹ ਹੋਲੋ ਹੁੰਦੀ ਹੈ। ਤਾਂ ਉਹਦਾ ਵੋਲਿਊਮ ਹਮੇਸ਼ਾ ਕੀ ਹੋਊਗਾ, ਕਾਲੇ ਰੰਗ ਦਾ ਜਿਹੜਾ ਸਿਲੰਡਰ ਬਣਦਾ ਉਹਦੇ ਵੋਲਿਊਮ ਦੇ ਵਿੱਚੋਂ ਲਾਲ ਰੰਗ ਦਾ ਜਿਹੜਾ ਸਿਲੰਡਰ ਬਣਿਆ ਉਹਦਾ ਵੋਲਿਊਮ ਮਾਈਨਸ ਕਰ ਦਿਓ। ਤਾਂ ਬੱਚੇ ਆਪਣਾ ਮੈਟਲ ਜਿਹਦਾ ਇਹ ਜਿਹੜੇ ਵੀ ਮੈਟਲ ਦੀ ਇਹ ਪਾਈਪ ਬਣੀ ਹੈ, ਜਿਹੜੇ ਵੀ ਮੈਟਲ ਦਾ ਇਹ ਸਿਲੰਡਰ ਬਣਿਆ ਉਹਦਾ ਵੋਲਿਊਮ ਆ ਜੂ। ਤਾਂ ਪੀਲੇ ਰੰਗ ਦਾ ਵੋਲਿਊਮ ਕਿਵੇਂ ਆਊਗਾ, ਕਾਲੇ ਸਿਲੰਡਰ ਦੇ ਵਿੱਚੋਂ ਅੰਦਰਲਾ ਲਾਲ ਰੰਗ ਦਾ ਸਿਲੰਡਰ ਮਾਈਨਸ ਕਰ ਦੋ। ਤਾਂ ਸਿਲੰਡਰ ਦਾ ਵੋਲਿਊਮ ਤਾਂ ਪਾਈ ਆਰ ਸਕੁਆਇਰ ਐਚ ਹੁੰਦਾ। ਤਾਂ ਕਾਲੇ ਸਿਲੰਡਰ ਦਾ ਏਰੀਆ ਪਾਈ ਆਰ ਸਕੁਆਇਰ ਐਚ ਮਾਈਨਸ ਲਾਲ ਸਿਲੰਡਰ ਦਾ ਏਰੀਆ ਉਹਦਾ ਵੀ ਪਾਈ ਆਰ ਸਕੁਆਇਰ ਐਚ। ਪਰ ਕਾਲਾ ਰੇਡੀਅਸ 9 ਸੈਂਟੀਮੀਟਰ ਹੈ, ਲਾਲ ਰੇਡੀਅਸ 7 ਸੈਂਟੀਮੀਟਰ ਹੈ, ਹਾਈਟ ਦੋਨਾਂ ਦੀ 35 ਸੈਂਟੀਮੀਟਰ ਹੈ। ਰੇਡੀਅਸ ਤਾਂ ਇੱਕ ਪਾਸੇ ਮੈਂ ਕੈਪੀਟਲ ਆਰ ਲਿਖਤਾ, ਇੱਕ ਪਾਸੇ ਸਮਾਲ ਆਰ ਲਿਖਤਾ, ਹਾਈਟ ਦੋਨੇ ਪਾਸੇ ਸਮਾਲ ਐਚ ਲਿਖਿਆ ਕਿਉਂਕਿ ਦੋਨਾਂ ਦੀ ਹਾਈਟ 35 ਸੈਂਟੀਮੀਟਰ ਹੈ। ਤਾਂ ਬੱਚੇ ਪਾਈ ਕਾਮਨ ਆ ਜਾਊਗਾ ਤੁਹਾਡਾ 22/7 ਇੰਟੂ ਹਾਈਟ ਕਾਮਨ ਆ ਗਈ ਤੁਹਾਡੀ 35 ਇੰਟੂ ਕੈਪੀਟਲ ਆਰ ਸਕੁਆਇਰ ਦੇ ਵਿੱਚੋਂ ਸਮਾਲ ਆਰ ਸਕੁਆਇਰ ਮਾਈਨਸ ਕਰੋ। ਕੈਪੀਟਲ ਆਰ ਸਕੁਆਇਰ ਕੀ ਹੈ 9 ਦਾ ਸਕੁਆਇਰ 81, ਸਮਾਲ ਆਰ ਦਾ ਸਕੁਆਇਰ ਕੀ ਹੈ 7 ਦਾ ਸਕੁਆਇਰ 49। ਤਾਂ 81 ਮਾਈਨਸ 49, ਤਾਂ 81 ਮਾਈਨਸ 49 ਕਿੰਨਾ ਆ ਗਿਆ ਤੁਹਾਡਾ 32 ਆ ਗਿਆ। ਤਾਂ 81 ਮਾਈਨਸ 49 ਨੂੰ ਮੈਂ ਜੇ 32 ਲਿਖਦਾ ਇੰਟੂ 35 ਇੰਟੂ 32 ਤਾਂ ਇਹ ਬੱਚੇ ਆ ਗਿਆ ਤੁਹਾਡਾ 7 ਤੇ 35 ਕੱਟਿਆ 5, 5 ਗੁਣਾ 32 ਹੋ ਗਿਆ 160। ਇਹਦੀ ਵੈਲਿਊ ਹੋ ਗਈ ਬੱਚੇ ਤੁਹਾਡੀ 160। ਤਾਂ 22 ਗੁਣਾ 160 ਕਿੰਨਾ ਹੋ ਜਾਊਗਾ ਤੁਹਾਡਾ 22 ਗੁਣਾ 160 ਹੋ ਜਾਊਗਾ 32 352 ਪਿੱਛੇ 0 ਆ ਜਾਊਗੀ। ਤਾਂ 3520 ਵੋਲਿਊਮ ਫਾਈਂਡ ਕੀਤਾ ਤਾਂ ਸੈਂਟੀਮੀਟਰ ਕਿਊਬ। ਤਾਂ 3520 ਚੌਥਾ ਆਪਸ਼ਨ ਹੈ ਬੱਚੇ ਤੁਹਾਡਾ ਸੈਂਟੀਮੀਟਰ ਕਿਊਬ। ਤਾਂ ਬੱਚੇ ਸਿਲੰਡਰ ਦੀ ਸ਼ੇਪ ਦੀ ਗੱਲ ਹੋ ਰਹੀ ਹੈ, ਮੈਂਸੂਰੇਸ਼ਨ 3D ਦਾ ਸਵਾਲ ਹੈ। ਐਗਜ਼ਾਮੀਨਰ ਕਹਿੰਦਾ ਸਿਲੰਡਰੀਕਲ ਪਾਈਪ ਹੈ, ਹੋਲੋ ਸ਼ਬਦ ਲਿਖਤਾ, ਜੇ ਨਾ ਵੀ ਲਿਖਿਆ ਹੁੰਦਾ ਪਾਈਪ ਤੋਂ ਸਮਝ ਆ ਜਾਂਦਾ ਕਿ ਹੋਲੋ ਹੈ, ਜਿਹਦੀ ਹਾਈਟ ਕਹਿੰਦੇ 35 ਸੈਂਟੀਮੀਟਰ ਹੈ, ਇਨਰ ਡਾਇਆਮੀਟਰ 14 ਦਿੱਤਾ ਸੀ। ਇਨਰ ਡਾਇਆਮੀਟਰ 14 ਤਾਂ ਰੇਡੀਅਸ 7 ਹੋ ਗਿਆ, ਇਨਰ ਰੇਡੀਅਸ 7, ਥਿਕਨੈਸ 2 ਹੈ ਤਾਂ ਆਊਟਰ ਰੇਡੀਅਸ 9 ਹੋ ਗਿਆ, ਜਿਹੜਾ ਆਪਾਂ ਉੱਪਰ ਕਾਲੇ ਰੰਗ ਦੀ ਲਾਈਨ 'ਚ ਰੇਡੀਅਸ ਬਣਾਤਾ। ਤਾਂ ਐਗਜ਼ਾਮੀਨਰ ਕਹਿੰਦਾ ਫਿਰ ਇਸ ਤੋਂ ਬਾਅਦ ਜਿਹੜਾ ਇਹ ਮੈਟਲ ਹੈ ਇਹਦਾ ਵੋਲਿਊਮ ਦੱਸੋ ਕੀ ਹੋਊਗਾ। ਤਾਂ ਮੈਟਲ ਦਾ ਵੋਲਿਊਮ ਹਮੇਸ਼ਾ ਕਿਵੇਂ ਕੱਢਣਾ ਹੈ, ਬਾਹਰਲੇ ਸਿਲੰਡਰ ਦੇ ਵੋਲਿਊਮ ਦੇ ਵਿੱਚੋਂ ਅੰਦਰਲੇ ਸਿਲੰਡਰ ਦਾ ਵੋਲਿਊਮ ਮਾਈਨਸ ਕਰ ਦਿਓ ਬੱਚੇ, ਸਾਡਾ ਆਨਸਰ ਆ ਜਾਊਗਾ। ਤਾਂ ਉਹਨੂੰ ਆਪਾਂ ਸੋਲਵ ਕਰਕੇ ਆਨਸਰ ਕੱਢ ਲਿਆ 3520 ਸੈਂਟੀਮੀਟਰ ਕਿਊਬ। ਇਸ ਤੋਂ ਬਾਅਦ ਇਹਦੇ ਨਾਲ ਦੇ ਮੈਂ 2-3 ਕੁਐਸਚਨ ਲੈ ਕੇ ਆਇਆ ਹਾਂ। ਇਹ ਆਪਣਾ ਜਿਹੜੇ ਪਿਛਲੇ ਸਾਲ ਆਪਣੇ ਪੇਪਰ ਹੋਏ ਨੇ, ਮੇਰੇ ਖਿਆਲ 'ਚ PSSB ਕਲਰਕ ਦਾ ਪੇਪਰ ਹੈ ਜਾਂ ਜੇਲ੍ਹ ਵਾਰਡਰ ਦਾ ਪੇਪਰ ਹੈ, ਉਹਦੇ ਵਿੱਚੋਂ ਇਹ ਕੁਐਸਚਨ ਕੀਤਾ ਗਿਆ। ਇਹਦੇ ਨਾਲ ਦੇ ਮੈਂ 2-3 ਕੁਐਸਚਨ ਲੈ ਕੇ ਆਇਆ। ਤਾਂ ਬੱਚੇ ਤੁਸੀਂ ਯਾਦ ਕਰੋ, ਮੇਰੇ ਖਿਆਲ 'ਚ 7ਵੀਂ ਜਾਂ 8ਵੀਂ ਕਲਾਸ ਦੇ ਵਿੱਚ ਮੈਂ ਮੈਂਸੂਰੇਸ਼ਨ 2D ਵਾਲੇ ਕੁਐਸਚਨ ਕਰਵਾਏ ਸੀ। 2D ਦੇ ਕੁਐਸਚਨ ਕਰਵਾਉਂਦਿਆਂ ਮੈਂ ਇੱਕ ਗੱਲ ਬੋਲੀ ਸੀ ਕਿ ਮੈਂਸੂਰੇਸ਼ਨ 3D ਦੇ ਵਿੱਚ ਜਦੋਂ ਇਹੋ ਜਿਹੇ ਕੁਐਸਚਨ ਬਣਨਗੇ ਆਪਾਂ ਵੋਲਿਊਮ ਸੇਮ ਕਰਨਾ ਹੁੰਦਾ। ਉਹ ਮੈਂ ਖਾਸ ਗੱਲ ਦੱਸੀ ਸੀ ਕਿ ਕਿਹੋ ਜਿਹਾ ਕੁਐਸਚਨ ਬਣੇ ਕਿ ਆਪਾਂ ਵੋਲਿਊਮ ਸੇਮ ਕਰਾਂਗੇ। ਜੇ ਕੁਝ ਬੱਚਿਆਂ ਨੇ ਉਹ ਕਲਾਸ ਰੈਗੂਲਰ ਦੇਖੀ ਹੈ ਤੇ ਬਹੁਤ ਧਿਆਨ ਨਾਲ ਦੇਖੀ ਹੈ, ਅੱਜ ਦੀ ਕਲਾਸ 'ਚ ਇਸ ਤੋਂ ਅਗਲਾ ਕੁਐਸਚਨ ਦੂਜਾ ਤੇ ਜਿਹੜਾ ਤੀਜਾ ਕੁਐਸਚਨ ਹੋਊਗਾ, ਤੀਜਾ ਕੁਐਸਚਨ ਮੈਂ ਉਹਦੇ ਨਾਲ ਦਾ ਲੈ ਕੇ ਆਇਆ ਜਿਹੜੀ ਮੈਂ ਉਦੋਂ ਗੱਲ ਬੋਲੀ ਸੀ। ਤਾਂ ਪਹਿਲਾਂ ਦੂਜਾ ਕੁਐਸਚਨ ਦੇਖੋ ਇਹਦੇ ਨਾਲ ਦਾ। ਐਗਜ਼ਾਮੀਨਰ ਕਹਿੰਦਾ ਹੋਲੋ ਸਿਲੰਡਰੀਕਲ ਟਿਊਬ open at both ends, open at both ends ਦਾ ਮਤਲਬ ਉੱਪਰੋਂ ਹੇਠੋਂ ਖਾਲੀ ਹੈ, is made of iron 2 centimeter thick, 2 centimeter ਚੌੜੀ ਆ ਉਹ। if the external diameter is 50 centimeter and the length of the tube is, length of the tube ਮਤਲਬ height is 210 centimeter, find the volume of iron in the tube। ਬੱਚੇ ਬਿਲਕੁਲ ਸੇਮ ਕੁਐਸਚਨ ਆ ਗਿਆ। ਕਹਿੰਦੇ ਹਾਈਟ 210 ਸੈਂਟੀਮੀਟਰ ਹੈ, ਐਕਸਟਰਨਲ ਡਾਇਆਮੀਟਰ 50 ਹੈ, ਐਕਸਟਰਨਲ ਡਾਇਆਮੀਟਰ 50 ਹੈ ਤਾਂ ਰੇਡੀਅਸ ਕਿੰਨਾ ਹੋ ਗਿਆ 25। ਬੱਚੇ ਐਕਸਟਰਨਲ ਰੇਡੀਅਸ 25 ਦਿੱਤਾ ਹੋਇਆ ਤਾਂ ਥਿਕਨੈਸ 2 ਸੈਂਟੀਮੀਟਰ ਸਾਨੂੰ ਗਿਵਨ ਹੈ, ਥਿਕਨੈਸ 2 ਸੈਂਟੀਮੀਟਰ ਸਾਨੂੰ ਗਿਵਨ ਹੈ ਤਾਂ ਇੰਟਰਨਲ ਰੇਡੀਅਸ ਕਿੰਨਾ ਹੋ ਗਿਆ, ਇੰਟਰਨਲ ਰੇਡੀਅਸ ਹੋ ਗਿਆ 25 - 2 23।
ਪਿਛਲੇ ਕੁਐਸਚਨ ਦੇ ਵਿੱਚ ਸਾਨੂੰ ਇੰਟਰਨਲ ਰੇਡੀਅਸ ਗਿਵਨ ਸੀਗਾ 7, ਡਾਇਮੀਟਰ 14 ਗਿਵਨ ਸੀ, ਤਾਂ ਮਤਲਬ ਰੇਡੀਅਸ 7, ਤਾਂ ਥਿਕਨੈਸ 2 ਐਡ ਕਰਕੇ ਐਕਸਟਰਨਲ ਆ ਜਾਊਗਾ। ਐਡ ਕੇ ਐਕਸਟਰਨਲ ਗਿਵਨ ਹੈ ਤਾਂ ਥਿਕਨੈਸ ਮਾਈਨਸ ਕਰਕੇ ਇੰਟਰਨਲ ਰੇਡੀਅਸ ਆ ਜਾਊਗਾ। ਸਾਨੂੰ ਬੱਚੇ ਰੇਡੀਅਸ ਚਾਹੀਦੇ ਆ, ਅਸੀਂ ਡਾਇਮੀਟਰ ਨਹੀਂ ਯੂਜ਼ ਕਰਨੇ। ਡਾਇਮੀਟਰ 50 ਦਿੱਤਾ ਤਾਂ ਰੇਡੀਅਸ ਅਸੀਂ 25 ਯੂਜ਼ ਕਰਨਾ ਹੈਗਾ। ਹਾਈਟ ਸਾਨੂੰ ਦਿੱਤੀ ਹੋਈ ਹੈ 210 ਸੈਂਟੀਮੀਟਰ। ਤਾਂ ਵੋਲਿਊਮ ਆਫ ਦਾ ਆਇਰਨ, ਤਾਂ ਬੱਚੇ ਵੋਲਿਊਮ ਆਫ ਦਾ ਆਇਰਨ ਕੀ ਹੋਊਗਾ? ਪਾਈ ਕੈਪੀਟਲ ਆਰ ਸਕੁਅਰ ਐਚ ਮਾਈਨਸ ਪਾਈ ਸਮਾਲ ਆਰ ਸਕੁਅਰ ਐਚ। ਬਾਹਰਲੇ ਸਿਲੰਡਰ ਦੇ ਵਿੱਚੋਂ ਅੰਦਰਲਾ ਸਿਲੰਡਰ ਮਾਈਨਸ ਕਰ ਦਿਓ, ਤਾਂ ਪਾਈ ਦੋਨਾਂ ਦੇ ਲਈ ਕਾਮਨ ਹੈ 22/7 ਇੰਟੂ ਹਾਈਟ ਦੋਨਾਂ ਦੇ ਲਈ ਕਾਮਨ ਹੈ 210 ਇੰਟੂ कैपिटल आर स्क्वायर माइनस स्मॉल आर स्क्वायर। तो कैपिटल आर स्क्वायर है बच्चे 25 का स्क्वायर माइनस स्मॉल आर स्क्वायर है 23 का स्क्वायर। तो 25 के स्क्वायर के विचों जे 23 का स्क्वायर माइनस करना है, तुसी याद करो ए स्क्वायर माइनस बी स्क्वायर का आप फंक्शन यूज करते रहे हैं। ए स्क्वायर माइनस बी स्क्वायर की बन जाता है? ए प्लस बी इंटू ए माइनस बी। तो ए प्लस बी हो गया 48, ए माइनस बी हो गया 2। तो जो 25 स्क्वायर माइनस 23 स्क्वायर है, इनू आप 48 गुणा 2 भी लिख सकते हैं। तो 22/7 इंटू 210 इंटू 48 इंटू 2। तो 7 ते 210 आ गया बच्चे 30। तो मल्टीप्लाई करके साडा आंसर कितना आ जाऊगा? 30 दूना 60, ये आ गया 60 इंटू 22 1320 इंटू 48। तो मैं 48 के टेबल च सीधा मल्टीप्लाई कर देना। तुसीं आपदा देख सकते हो कि बच्चे जे 0 नूं 0 लिख दिए, आ जिहड़ी 0 नूं 0 लिख दिए तो बाकी की है 48 गुना 132। 48 के पिछे 8 है, 132 के पिछे 2 है, तो 8 दूनी 16। तो यदा मतलब पिछे 6 आऊगा, तो पिछे 60 आऊगा। 60 सिर्फ इको ऑप्शन के पिछे, बाकी होर किसी के पिछे नहीं हैगा। तो सानू नहीं पता पहला ऑप्शन सही है, सानू ये पता बाकी 3 गलत ने। मल्टीप्लाई जे करना पै जे तो 48 का टेबल चक लो जी पूरा। 48 गुना 2 96, 6 लिखा 9 कैरी। दैन 48 गुना 3 144, 9 कैरी 153, 3 लिखा हुण 15 कैरी चल गया। फिर 48 गुना 1 48, 15 कैरी है 63, 63 मूरे लिख दो तो 63360 सेंटीमीटर क्यूब। तो बच्चे फर्स्ट ऑप्शन तो सेम 63360 सेंटीमीटर क्यूब है। तो ये अपना मैंसुरेशन 3D का क्वेश्चन है सिलेंडर के उत्ते बेस्ड। तो सिलेंडर के विच भी होलो सिलेंडर है। होलो सिलेंडर के विच सानू हाइट तो दिती हुंदी है, मैं मार्कर का रंग चेंज करदा, हाइट तो दिती हुंदी है 210 सेंटीमीटर। एक्सटर्नल डायमीटर दिता तो रेडियस कढ लांगे, एक्सटर्नल दिता है तो थिकनेस की हैल्प दे नाल इंटरनल आ जाऊगा। पिछले क्वेश्चन च सानू इंटरनल दिता सी तो थिकनेस की हैल्प दे नाल एक्सटर्नल आ गया सीगा। तो वॉल्यूम ऑफ द आयरन इन द ट्यूब, आयरन जेडे मैटल तो वह सारा सिलेंडर बनेगा। बाहरली लेयर ही बनी, अंदरों तो खाली है, तो वह किमें आऊगा? बाहरले वॉल्यूम दे विचों अंदरला वॉल्यूम माइनस कर दो। तो हाइट दोनों की सेम है, पाई दोनों के लिए सेम है, तो पाई ते हाइट बराबर कॉमन आ गया। आर स्क्वायर माइनस आर स्क्वायर करना, कैपिटल आर की है एक्सटर्नल रेडियस, स्मॉल आर की है इंटरनल रेडियस। तो वह सॉल्व करके अपना आंसर आ जाऊगा। तो इन्नी गल है बच्चे। अगला क्वेश्चन देखो ये, अगला क्वेश्चन की है द एक्सटर्नल एंड द इंटरनल रेडियस। सानू रेडियस ही दिते हुए ने ऑफ ए होलो सिलेंडर, होलो राइट सर्कुलर सिलेंडर ऑफ हाइट 15 सेंटीमीटर आर एक्सटर्नल रेडियस 6.75 एंड इंटरनल रेडियस 5.25 सेंटीमीटर गिवन है जी। तो एग्जामिनर कहता होलो राइट सर्कुलर सिलेंडर है जिहदी हाइट 15 सेंटीमीटर है, ਉਹਦਾ एक्सटर्नल रेडियस 6.75 है, इंटरनल रेडियस 5.25 है रिस्पैक्टिवली। इफ इट इज मेल्टेड टू फॉर्म ए सॉलिड सिलेंडर, तो बच्चे अपने कोल होलो सिलेंडर सी, ਉਹਦੀਆਂ ਸਾਨੂੰ ਡਾਈਮੈਂਸ਼ਨਸ ਦਿੱਤੀਆਂ ਹੋਈਆਂ ਨੇ, ਰੇਡੀਅਸ ਦਿੱਤੇ ਹੋਏ ਨੇ, ਹਾਈਟ ਦਿੱਤੀ ਹੋਈ ਹੈ। ਐਗਜ਼ਾਮੀਨਰ ਕਹਿੰਦਾ ਉਸ ਹੋਲੋ ਸਿਲੰਡਰ ਨੂੰ ਅਸੀਂ ਮੈਲਟ ਕਰਕੇ ਸੋਲਿਡ ਸਿਲੰਡਰ ਬਣਾ ਲਿਆ ਜਿਹਦੀ ਹਾਈਟ ਕਿੰਨੀ ਹੈ? ਆਫ ਹਾਈਟ ਹਾਫ ਆਫ ਦਾ ओरिजिनल ਸਿਲੰਡਰ। ओरिजिनल ਸਿਲੰਡਰ ਦੀ ਹਾਈਟ ਦਾ ਅੱਧ, ਜੇ ਉਹਦੀ ਹਾਈਟ 15 ਸੀ ਤਾਂ ਇਹਦੀ 15/2। ਦੈਨ ਫਾਈਂਡ ਦਾ ਰੇਡੀਅਸ ਆਫ ਦਾ ਹੋਲੋ ਸਿਲੰਡਰ। ਤਾਂ ਬੱਚੇ ਤੁਸੀਂ ਮੈਂਸੂਰੇਸ਼ਨ 2D ਵਾਲੇ ਕੁਐਸਚਨ ਯਾਦ ਕਰੋ। ਜਦੋਂ ਮੈਂ ਕਿਹਾ ਸੀ ਕਿ ਆਪਣੇ ਕੋਲ ਕਾਪਰ ਵਾਇਰ ਹੈ, ਉਹਦੇ ਤੋਂ ਪਹਿਲਾਂ ਅਸੀਂ ਆਹ 2D ਇਮੇਜ ਬਣਾਈ, ਫਿਰ ਮਗਰੋਂ ਉਹ 2D ਇਮੇਜ ਬਣਾ ਲਈ, ਤਾਂ ਮੈਂ ਕਿਹਾ ਸੀ ਪੈਰੀਮੀਟਰ ਸੇਮ ਰਹੂਗਾ। ਫਿਰ ਉਹ ਕੁਐਸਚਨਸ ਕਰਵਾ ਕੇ ਕਲਾਸ ਖਤਮ ਕਰਨ ਤੋਂ ਪਹਿਲਾਂ ਮੈਂ ਗੱਲ ਦੱਸੀ ਸੀ ਕਿ ਮੈਂਸੂਰੇਸ਼ਨ 3D ਦੇ ਵਿੱਚ ਵੀ ਸੇਮ ਸਵਾਲ ਬਣ ਜਾਂਦੇ ਆ। 2D ਦੇ ਵਿੱਚ ਤਾਂ ਕੀ ਹੈ, ਇੱਕ ਕਾਪਰ ਵਾਇਰ ਹੈ, ਉਹਦੇ ਤੋਂ ਪਹਿਲਾਂ ਫਲਾਣੀ 2D ਇਮੇਜ ਬਣਾਈ, ਫਿਰ ਫਲਾਣੀ 2D ਇਮੇਜ ਬਣਾ ਲਈ, ਤਾਂ ਮੈਂ ਕਿਹਾ ਪੈਰੀਮੀਟਰ ਸੇਮ ਕਰ ਦਿਓ। 3D ਦੇ ਵਿੱਚ ਕੀ ਹੁੰਦਾ ਹੈ, ਇੱਕ ਸਾਡੇ ਕੋਲ ਕੋਈ ਵੀ 3D ਇਮੇਜ ਹੈ, ਜਿਹੜੇ ਮਰਜ਼ੀ ਮੈਟਲ ਦੀ ਬਣੀ ਹੋਈ ਹੈ, ਜਿਹੜੇ ਮਰਜ਼ੀ ਮਟੀਰੀਅਲ ਦੀ ਬਣੀ ਹੋਈ ਹੈ, ਇੱਕ 3D ਇਮੇਜ ਬਣੀ ਹੈ, ਉਹਦੇ ਤੋਂ ਅਸੀਂ ਦੂਜੀ 3D ਇਮੇਜ ਬਣਾ ਦੇਣੀ ਹੈ। ਉਹਨੂੰ ਮੈਲਟ ਕਰਕੇ, ਉਸ ਮਟੀਰੀਅਲ ਨੂੰ ਮੈਲਟ ਕਰਕੇ ਪਿਘਲਾ ਕੇ ਦੂਜੀ 3D ਇਮੇਜ ਬਣਾ ਦੇਣੀ ਹੈ। ਤਾਂ ਕੀ ਹੋਊਗਾ?
वॉल्यूम सेम रहूगा, क्योंकि ਜਿਹੜੇ ਮਟੀਰੀਅਲ ਤੋਂ ਪਹਿਲੀ ਇਮੇਜ ਬਣਾਈ ਉਸੇ ਮਟੀਰੀਅਲ ਤੋਂ ਦੂਜੀ ਇਮੇਜ ਬਣਾ ਲੈਣੀ ਆ ਤਾਂ ਵॉल्यूम सेम ਰਹੂਗਾ। ਤਾਂ ਮੈਂ ਉਦੋਂ ਕਿਹਾ ਸੀਗਾ ਮੇਰੇ ਖਿਆਲ 'ਚ 8ਵੀਂ ਜਾਂ 7ਵੀਂ ਕਲਾਸ 'ਚ ਕਿ मैं 3D ਦੇ ਕੁਐਸਚਨਸ ਲੱਭ ਕੇ ਲੈ ਕੇ ਆਉਂਗਾ, ਤਾਂ ਉਹ ਕੁਐਸਚਨ ਆ ਸੀਗਾ ਤੀਜਾ ਕੁਐਸਚਨ। ਤਾਂ ਬੱਚੇ ਹੋਲੋ ਸਿਲੰਡਰ ਤੋਂ ਅਸੀਂ ਸੋਲਿਡ ਸਿਲੰਡਰ ਬਣਾਉਣਾ ਤਾਂ ਵॉल्यूम सेम ਰਹੂਗਾ। ਤਾਂ ਵॉल्यूम ਕੀ ਹੁੰਦਾ? ਹੋਲੋ ਸਿਲੰਡਰ ਦਾ ਵॉल्यूम ਹੁੰਦਾ ਹੈ ਬਾਹਰਲੇ ਰੇਡੀਅਸ ਦੇ ਵਿੱਚੋਂ ਅੰਦਰਲਾ ਰੇਡੀਅਸ ਮਾਈਨਸ ਕਰ ਦੇਣਾ। ਤਾਂ ਬਾਹਰਲਾ ਰੇਡੀਅਸ ਹੋ ਗਿਆ ਪਾਈ ਕਾਮਨ, ਹਾਈਟ ਕਾਮਨ ਇਨਟੂ ਆਰ ਸਕੁਆਇਰ ਮਾਈਨਸ ਆਰ ਸਕੁਆਇਰ। ਤਾਂ 6.75 ਦਾ ਸਕੁਆਇਰ 6.75 ਦਾ ਸਕੁਆਇਰ ਮਾਈਨਸ 5.25 ਦਾ ਸਕੁਆਇਰ। ਇਹ ਆ ਗਿਆ ਬੱਚੇ ਤੁਹਾਡਾ ਹੋਲੋ ਸਿਲੰਡਰ ਦਾ ਵॉल्यूम ਪਾਈ ਆਰ ਸਕੁਆਇਰ ਐਚ ਮਾਈਨਸ ਅੰਦਰਲੇ ਦਾ ਪਾਈ ਆਰ ਸਕੁਆਇਰ ਐਚ। ਤਾਂ ਪਾਈ ਤੇ ਐਚ ਕਾਮਨ ਕੈਪੀਟਲ ਆਰ ਸਕੁਆਇਰ ਮਾਈਨਸ ਸਮਾਲ ਆਰ ਸਕੁਆਇਰ। ਇਹ ਆ ਗਿਆ ਹੋਲੋ ਸਿਲੰਡਰ ਦਾ ਵॉल्यूम। ਇਹ ਕਿਹਦੇ ਬਰਾਬਰ ਹੈ? ਇਹਦੇ ਤੋਂ ਅਸੀਂ ਬੱਚੇ ਦੂਜਾ ਸਿਲੰਡਰ ਬਣਾਤਾ, ਸੋਲਿਡ ਸਿਲੰਡਰ ਬਣਾਤਾ, ਜਿਹਦਾ ਵॉल्यूम ਕੀ ਹੋਗਾ? ਪਾਈ ਆਰ ਸਕੁਆਇਰ ਐਚ, ਕਿਉਂਕਿ ਵॉल्यूम ਸੇਮ ਹੋਣੇ ਤਾਂ ਪਾਈ ਆਰ ਸਕੁਆਇਰ। ਆਰ ਤਾਂ ਆਪਾਂ ਫਾਈਂਡ ਕਰਨਾ ਇਨਟੂ ਐਚ ਕਹਿੰਦੇ ਪਹਿਲਾਂ ਵਾਲੇ ਨਾਲੋਂ ਹਾਫ ਹੋ ਜੇ। ਤਾਂ ਪਹਿਲੀ ਹਾਈਟ 15 ਹੈ ਤਾਂ ਦੂਜੇ ਦੀ ਹਾਈਟ 15/2। ਤਾਂ ਇੱਥੋਂ ਆਪਣੀ ਬੱਚੇ ਆਰ ਦੀ ਵੈਲਿਊ ਨਿਕਲ ਆਊਗੀ। ਕਿਵੇਂ ਨਿਕਲੂਗੀ? ਧਿਆਨ ਨਾਲ ਦੇਖੋ, ਪਾਈ ਨਾਲ ਪਾਈ ਕੈਂਸਲ, 15 ਨਾਲ 15 ਕੈਂਸਲ, ਤਾਂ ਆਰ ਸਕੁਆਇਰ ਕਿਹਦੇ ਬਰਾਬਰ ਆ ਗਿਆ? ਉਹ 2 ਇੱਧਰ ਮਲਟੀਪਲਾਈ ਹੋ ਜਾਊਗਾ। 2 ਕਿਹਦੇ ਨਾਲ ਮਲਟੀਪਲਾਈ ਹੋਊਗਾ? ਧਿਆਨ ਨਾਲ ਦੇਖੋ, ਆਰ ਸਕੁਆਇਰ ਆ ਗਿਆ 2 ਮਲਟੀਪਲਾਈ ਆਹ ਬਚ ਗਿਆ ਜੀ ਇਕੱਲਾ। ਇਹ ਕੀ ਹੈ? a ਸਕੁਆਇਰ ਮਾਈਨਸ b ਸਕੁਆਇਰ, a plus b इंटू a माइनस b। तो a plus b कितना हो गया? 6 5 11 12 इंटू a माइनस b कितना हो गया? 1.5। तो आंसर कितना आ गया बच्चे साडा? 2 इंटू 1.5 हो गया 3, 12 इंटू 3 हो गया 36। तो आर स्क्वायर की वैल्यू आ गई 36। तो यदा वाला आर कितना आ गया तुहाडा? 6 सेंटीमीटर। जे आर स्क्वायर की वैल्यू 36 है तो आर बच्चे तुहाडा आ गया सैकेंड ऑप्शन 6 सेंटीमीटर। इन्ना सौखा क्वेश्चन है, देखने नूं लेंथी लग सकता, औखा लग सकता है। जदों एक 3D इमेज बनी हुई है ਉਹਨੂੰ ਮੈਲਟ ਕਰਕੇ ਕੋਈ ਦੂਜੀ 3D ਇਮੇਜ ਬਣਾਤੀ ਤਾਂ ਹਮੇਸ਼ਾ ਵॉल्यूम ਬਰਾਬਰ। ਤਾਂ ਇੱਥੇ ਹੋਲੋ ਸਿਲੰਡਰ ਤੋਂ ਸੋਲਿਡ ਸਿਲੰਡਰ ਬਣਾਇਆ, ਹੋਲੋ ਸਿਲੰਡਰ ਦਾ ਵॉल्यूम ਤੇ ਸੋਲਿਡ ਸਿਲੰਡਰ ਦਾ ਵॉल्यूम ਬਰਾਬਰ ਰੱਖ ਦਾਂਗੇ। ਹੋਲੋ ਸਿਲੰਡਰ ਦਾ ਵॉल्यूम ਆਪਾਂ ਪਿਛਲੇ ਤਿੰਨਾਂ ਕੁਐਸਚਨਾਂ ਤੋਂ ਕਰਦੇ ਆ ਰਹੇ ਹਾਂ। ਸੋਲਿਡ ਸਿਲੰਡਰ ਦਾ ਵॉल्यूम ਸਭ ਨੂੰ ਪਤਾ ਹੈ, ਇਕੁਅਲ ਪੁੱਟ ਕਰਾਂਗੇ ਤਾਂ ਆਰ ਦੀ ਵੈਲਿਊ ਆ ਜੂਗੀ 6 ਸੈਂਟੀਮੀਟਰ ਬੱਚੇ। ਹਾਂਜੀ, ਅਗਲਾ ਕੁਐਸਚਨ ਦੇਖੋ ਬੱਚੇ। अगला क्वेश्चन साडा एलीगेशन का क्वेश्चन है। अ मैन वाज एंगेज्ड ऑन ए जॉब फॉर 30 डेज। कहते किसी बंदे नूं 30 दिन दे लई काम दिता गया तो उस 30 दिन के काम दे लई की मिलना उन्होंने ऑन द कंडीशन दैट ही वुड गेट अ वेज ऑफ ₹10 फॉर द डे ही वर्क्स। जिद्दन वो काम करदा उदन उन्होंने 10 रुपए मिलणगे, बट ही हैव टू पे अ फाइन ऑफ ₹2 फॉर ईच डे ऑफ हिज एबसेंस। तो जिद्दन वो एबसेंट रहूगा उदन उन्होंने 2 रुपए देने पैणगे पल्लिओ। एग्जामिनर कहता एक बंदे नूं, कोई दिहाड़ीदार है, कोई मजदूर है, ਉਹਨੂੰ 30 ਦਿਨ ਦਾ ਕੰਮ ਮਿਲਿਆ। ਕਿਹੜੀ ਸ਼ਰਤ ਤੇ ਮਿਲਿਆ? ਕਿ ਜਿੱਦਣ ਤਾਂ ਉਹ ਕੰਮ ਕਰੂਗਾ ਉਦੋਂ ਤਾਂ ਉਹਨੂੰ 10 ਰੁਪਏ ਮਿਲਣਗੇ, ਜਿੱਦਣ ਉਹ ਐਬਸੈਂਟ ਹੋ ਜਾਊਗਾ ਕੰਮ ਤੇ ਨਹੀਂ ਆਊਗਾ ਉਦੋਂ ਉਹਨੂੰ 2 ਰੁਪਏ ਦਾ ਫਾਈਨ ਪਊਗਾ, ਮਤਲਬ 2 ਰੁਪਏ ਉਹਨੂੰ ਦੇਣੇ ਪੈਣਗੇ। ਤਾਂ ਉਹਦੀ ਜੇਬ 'ਚ ਪੈਸੇ -2 ਹੋਣਗੇ। ਇਸ ਹਿਸਾਬ ਨਾਲ ਐਗਜ਼ਾਮੀਨਰ ਕਹਿੰਦਾ ਇਫ ਹੀ ਗੈਟਸ ₹216 ਐਟ ਦਾ ਐਂਡ, ਜੇ ਅਖੀਰ ਤੇ 30 ਦਿਨਾਂ ਦੇ ਉਹਨੂੰ 216 ਰੁਪਏ ਮਿਲੇ, ਹੀ ਵਾਜ਼ ਐਬਸੈਂਟ ਫॉर ਹਾਊ ਮੈਨੀ ਡੇਜ਼। ਤਾਂ ਦੱਸੋ ਕਿੰਨੇ ਦਿਨਾਂ ਲਈ ਐਬਸੈਂਟ ਰਿਹਾ? ਤਾਂ ਬੱਚੇ ਐਗਜ਼ਾਮੀਨਰ ਕਹਿੰਦਾ ਉਹਨੂੰ 30 ਦਿਨ ਦਾ ਕੰਮ ਮਿਲਿਆ। 30 ਦਿਨ ਦਾ ਕੰਮ ਕਿਵੇਂ ਮਿਲਿਆ? ਕਿ ਜੇ ਤਾਂ ਕੰਮ ਕਰਨ ਆਊਗਾ ਤਾਂ ਉਹਨੂੰ 10 ਰੁਪਏ ਰੋਜ਼ ਮਿਲਣਗੇ, ਜੇ ਕੰਮ ਕਰਨ ਨਹੀਂ ਆਊਗਾ ਤਾਂ ਉਹਦੇ 2 ਰੁਪਏ ਕੱਟੇ ਮਤਲਬ ਉਹਨੂੰ 2 ਰੁਪਏ ਪੱਲਿਓ ਦੇਣੇ ਪੈਣਗੇ। 10 ਤਾਂ ਮਿਲਣੇ ਨਹੀਂ, 2 ਹੋਰ ਕੱਟੇ ਜਾਣਗੇ। ਜਿਵੇਂ ਤੁਹਾਡੀ ਪੇਪਰਾਂ 'ਚ ਨੈਗੇਟਿਵ ਮਾਰਕਿੰਗ ਹੁੰਦੀ ਹੈ ਕਿ ਜੇ ਤੁਸੀਂ ਸਹੀ ਆਨਸਰ ਕਰਤਾ ਤਾਂ 1 ਨੰਬਰ ਮਿਲ ਗਿਆ, ਜੇ ਗਲਤ ਆਨਸਰ ਕਰਤਾ ਤਾਂ 1 ਤਾਂ ਮਿਲਿਆ ਨਹੀਂ, 0.25 ਉੱਤੇ ਕੱਟੇ ਗਏ। ਉਹੀ ਹੈ, 10 ਤਾਂ ਮਿਲੇ ਨਹੀਂ, 2 ਰੁਪਏ ਉੱਤੇ ਕੱਟੇ ਗਏ। ਤਾਂ ਇਸ ਹਿਸਾਬ ਨਾਲ ਕਹਿੰਦੇ ਜੇ ਉਹਨੂੰ 216 ਰੁਪਏ ਮਿਲੇ ਤਾਂ ਦੱਸੋ ਉਹ 30 ਚੋਂ ਕਿੰਨੇ ਦਿਨ ਐਬਸੈਂਟ ਰਿਹਾ। ਤਾਂ ਬੱਚੇ ਆਪਾਂ ਐਲੀਗੇਸ਼ਨ ਦੇ ਹਿਸਾਬ ਨਾਲ ਕਰਨਾ ਹੈ। ਆ ਜਿਹੜਾ 216 ਰੁਪਏ ਦਾ ਹਿਸਾਬ ਕਿਤਾਬ ਹੈ, ਉਹਨੂੰ ਜਿਹੜੇ 216 ਰੁਪਏ ਮਿਲ ਰਹੇ ਨੇ, 216 ਕਿਵੇਂ ਮਿਲ ਰਹੇ ਨੇ? 30 ਚੋਂ ਕੁਛ ਦਿਨ ਆਇਆ ਤਾਂ 10 ਰੁਪਏ ਦੇ ਹਿਸਾਬ ਨਾਲ ਪੈਸੇ ਮਿਲ ਗਏ, ਕੁਛ ਦਿਨ ਨਹੀਂ ਆਇਆ ਤਾਂ 2 ਰੁਪਏ ਦੇ ਹਿਸਾਬ ਨਾਲ ਕੱਟੇ ਗਏ। ਤੇ ਕੁਛ ਆ ਹਿੱਸਾ ਜਿੱਦਣ ਆਇਆ, ਕੁਛ ਆ ਹਿੱਸਾ ਜਿੱਦਣ ਨਹੀਂ ਆਇਆ। ਇਹਨਾਂ ਦੋਨਾਂ ਨੂੰ ਮਿਲਾ ਕੇ 216 ਬਣ ਰਹੇ ਨੇ। ਤਾਂ ਤੁਸੀਂ ਮੰਨ ਲਓ ਰੋਜ਼ ਆਇਆ, 30 ਦੇ 30 ਦਿਨ ਆਇਆ, 30 ਦੇ 30 ਦਿਨ ਆਇਆ ਤਾਂ ਡੇਲੀ 10 ਰੁਪਏ ਦੇ ਹਿਸਾਬ ਨਾਲ ਉਹਨੂੰ ਕਿੰਨੇ ਰੁਪਏ ਮਿਲ ਜਾਣਗੇ ਬੱਚੇ? 300 ਰੁਪਏ ਮਿਲ ਜਾਣਗੇ। ਜੇ ਪ੍ਰੈਜ਼ੈਂਟ ਹੈ 30 ਦੇ 30 ਦਿਨ ਲਾ ਲਓ, ਵੀ ਮੰਨ ਲਓ ਰੋਜ਼ ਪ੍ਰੈਜ਼ੈਂਟ ਹੈ ਤਾਂ 10 ਰੁਪਏ ਦੇ ਹਿਸਾਬ ਨਾਲ 300 ਰੁਪਏ ਮਿਲ ਜਾਣਗੇ। ਤੇ ਜੇ ਰੋਜ਼ ਐਬਸੈਂਟ ਹੈ ਤਾਂ 2 ਰੁਪਏ ਦੇ ਫਾਈਨ ਦੇ ਹਿਸਾਬ ਨਾਲ 60 ਰੁਪਏ ਕੱਟੇ ਜਾਣਗੇ। ਬੱਚੇ ਕੱਟੇ ਜਾਣਗੇ ਤਾਂ ਇਸ ਕਰਕੇ -60 ਲੱਗੂਗਾ। ਇੱਥੇ ਅਸੀਂ ਕਿਉਂਕਿ ਡੇਲੀ 2 ਰੁਪਏ ਕੱਟੇ ਜਾਣਗੇ ਤਾਂ 30 ਦਿਨਾਂ ਦੇ 60 ਰੁਪਏ ਗਏ ਉਹਦੇ, ਤਾਂ ਇੱਥੇ 60 ਨਹੀਂ ਲਿਖਾਂਗੇ, -60 ਲਿਖਾਂਗੇ। ਤਾਂ ਬੱਚੇ ਨਾ ਤਾਂ ਉਹ ਰੋਜ਼ ਪ੍ਰੈਜ਼ੈਂਟ ਹੈ,
ਨਾ ਤਾਂ ਉਹ ਰੋਜ਼ ਪ੍ਰੈਜ਼ੈਂਟ ਹੈ ਕਿ ਉਹਨੂੰ 300 ਰੁਪਏ ਮਿਲ ਜਾਣ, ਨਾ ਹੀ ਰੋਜ਼ ਐਬਸੈਂਟ ਹੈ ਕਿ ਉਹਦੇ 60 ਰੁਪਏ ਕੱਟੇ ਜਾਣ। ਉਹ ਕੁਛ ਦਿਨ ਪ੍ਰੈਜ਼ੈਂਟ ਤੇ ਕੁਛ ਦਿਨ ਐਬਸੈਂਟ ਹੈ। ਕਿਸ ਹਿਸਾਬ ਨਾਲ ਕਿ ਉਹਨੂੰ 216 ਰੁਪਏ ਬਣ ਗਏ। ਤਾਂ ਬੱਚੇ ਜਿਹੜੀ ਐਕਚੁਅਲ ਵੈਲਿਊ ਹੈ, ਮੀਨ ਵੈਲਿਊ, ਉਹਨੂੰ ਸੈਂਟਰ 'ਚ ਰੱਖ ਦਿਓ। ਤਾਂ ਐਲੀਗੇਸ਼ਨ ਲਾ ਕੇ ਦੇਖ ਲਓ ਕਿੰਨਾ ਡਿਫਰੈਂਸ ਹੈ। ਐਲੀਗੇਸ਼ਨ ਲਾ ਕੇ ਇੱਧਰ ਡਿਫਰੈਂਸ ਆ ਗਿਆ 84 ਰੁਪਏ ਦਾ, ਇੱਧਰ ਡਿਫਰੈਂਸ ਆ ਗਿਆ ਆ ਮਾਈਨਸ 'ਚ ਵੈਲਿਊ ਆ ਪਲੱਸ 'ਚ ਹੈ, ਤਾਂ ਡਿਫਰੈਂਸ ਦੇਖਣ ਲਈ 276 ਹੋ ਜਾਊਗਾ ਜੀ। 276 ਹੋ ਗਿਆ। ਕਿਹਦੇ ਟੇਬਲ 'ਚ ਕੱਟਿਆ ਜਾਂਦਾ ਹੈ? 4 ਦੇ ਟੇਬਲ 'ਚ ਕੱਟ ਕੇ ਦੇਖੋ। ਉਹ ਤਾਂ ਮੇਰੇ ਖਿਆਲ 'ਚ 12 ਦੇ ਟੇਬਲ 'ਚ ਜਾਂਦਾ ਹੈ। 12 ਦੇ ਟੇਬਲ 'ਚ ਕੱਟਿਆ ਜਾਂਦਾ ਜੀ। 12 ਦੇ ਟੇਬਲ 'ਚ 23, 12 ਦੇ ਟੇਬਲ 'ਚ 7। ਤਾਂ ਬੱਚੇ ਆ ਕੀ ਆ ਗਈ ਤੁਹਾਡੀ ਡੇਜ਼ ਦੀ ਰੇਸ਼ੀਓ। ਡੇਜ਼ ਦੀ ਰੇਸ਼ੀਓ ਕੀ ਆ ਗਈ? 23:7। 23:7 ਦਾ ਮਤਲਬ ਕਿ ਜੇ ਟੋਟਲ 23 + 7 30 ਦਿਨ ਕੰਮ ਤੇ ਗਿਆ, ਜੇ ਉਹ 30 ਦਿਨ ਕੰਮ ਤੇ ਗਿਆ ਤਾਂ 23 ਦਿਨ ਉਹ ਪ੍ਰੈਜ਼ੈਂਟ ਹੈ। ਆ ਪ੍ਰੈਜ਼ੈਂਟ ਵਾਲਾ ਡਾਟਾ ਹੈ, ਆਹ ਐਬਸੈਂਟ ਵਾਲਾ ਡਾਟਾ ਹੈ। ਤਾਂ ਜੇ 23 + 7 ਤੋਂ ਲਾਇਆ ਹਿਸਾਬ ਕਿ ਜੇ 30 ਦਿਨ ਕੰਮ ਤੇ ਗਿਆ ਤਾਂ 23 ਦਿਨ ਪ੍ਰੈਜ਼ੈਂਟ ਹੈ, 7 ਦਿਨ ਐਬਸੈਂਟ ਹੈ। ਪਰ ਕੀ ਉਹ 30 ਦਿਨ ਕੰਮ ਤੇ ਗਿਆ? ਬਿਲਕੁਲ ਜੀ, 30 ਦਿਨ ਹੀ ਕੰਮ ਤੇ ਗਿਆ। ਤਾਂ 30 ਸਹੀ ਹੈ, 30 ਦੀ ਵੈਲਿਊ 30 ਹੀ ਹੈ, ਤਾਂ 23 ਦਿਨ ਪ੍ਰੈਜ਼ੈਂਟ ਹੈ, 7 ਦਿਨ ਐਬਸੈਂਟ ਹੈ। ਤਾਂ ਅਸੀਂ ਐਬਸੈਂਟ ਦਾ ਫਾਈਂਡ ਕਰਨਾ ਸੀ, ਤਾਂ 7 ਦਿਨ ਆਨਸਰ ਆ ਗਿਆ ਬੱਚੇ ਤੁਹਾਡਾ ਸੀ ਆਪਸ਼ਨ। ਤਾਂ ਹਮੇਸ਼ਾ ਇਸ ਕੁਐਸਚਨ ਨੂੰ ਅਸੀਂ ਐਲੀਗੇਸ਼ਨ ਲਾ ਕੇ ਸਿੱਖਣਾ ਹੁੰਦਾ ਹੈਗਾ। ਐਲੀਗੇਸ਼ਨ ਲਾ ਕੇ ਅਸੀਂ ਕਈ ਤਰ੍ਹਾਂ ਦੇ ਕੁਐਸਚਨਸ ਜਿਹਦੇ ਵਿੱਚ ਜਿਹੜੀ ਸਾਨੂੰ ਐਕਚੁਅਲ ਵੈਲਿਊ ਹੈ ਉਹ ਕਿੱਥੋਂ ਬਣ ਰਹੀ ਹੈ, ਜਾਂ ਤਾਂ ਉਹ ਪ੍ਰੈਜ਼ੈਂਟ ਹੋ ਰਿਹਾ ਜਾਂ ਉਹ ਐਬਸੈਂਟ ਹੋ ਰਿਹਾ, ਕੁਛ ਦਿਨ ਪ੍ਰੈਜ਼ੈਂਟ ਕੁਛ ਦਿਨ ਐਬਸੈਂਟ, ਤੇ ਓਵਰਆਲ ਉਹਨੂੰ 216 ਰੁਪਏ ਜੁੜ ਗਏ। ਤਾਂ ਜੇ ਰੋਜ਼ ਪ੍ਰੈਜ਼ੈਂਟ ਤਾਂ ਇੰਨੇ ਜੁੜਨਗੇ, ਜੇ ਰੋਜ਼ ਐਬਸੈਂਟ ਤਾਂ ਇੰਨੇ ਜੁੜਨਗੇ। ਡਿਫਰੈਂਸ ਲਿਖ ਲਓ ਪਰਲੇ ਪਾਸੇ, ਇਹਨਾਂ ਦਾ ਡਿਫਰੈਂਸ ਇੱਧਰ, ਇਹਨਾਂ ਦਾ ਡਿਫਰੈਂਸ ਇੱਧਰ, ਤਾਂ ਉਹ ਆ ਗਈ ਤੁਹਾਡੀ ਡੇਜ਼ ਦੀ ਰੇਸ਼ੀਓ। ਤਾਂ ਡੇਜ਼ ਦੀ ਰੇਸ਼ੀਓ ਕੀ ਆ ਗਈ? 23:7। 23:7 ਦਾ ਮਤਲਬ ਜੇ 23 ਤੇ 7 30 ਦਿਨ ਨੇ ਤਾਂ ਉਹ 'ਚੋਂ 23 ਪ੍ਰੈਜ਼ੈਂਟ 7 ਐਬਸੈਂਟ, ਪਰ 30 ਹੀ ਦਿਨ ਨੇ। ਰੇਸ਼ੀਓ ਨੂੰ ਅਸਲ 'ਚ ਕੁਝ ਨਹੀਂ ਬਣਾਉਣਾ, 30 ਦਾ 30 ਹੀ ਬਣਾਉਣਾ। ਤਾਂ 23 ਪ੍ਰੈਜ਼ੈਂਟ 7 ਐਬਸੈਂਟ ਦਾ ਐਬਸੈਂਟ ਪੁੱਛਿਆ ਗਿਆ ਸਾਨੂੰ। ਹੀ ਵਾਸ ਐਬਸੈਂਟ ਫॉर ਹਾਊ ਮੈਨੀ ਡੇਜ਼? ਤਾਂ 7 ਡੇਜ਼ ਆਨਸਰ ਆ ਗਿਆ ਬੱਚੇ ਸਾਡਾ। ਅਗਲਾ ਕੁਐਸਚਨ ਦੇਖੋ ਇਹਦੇ ਵਿੱਚ, ਅ ਮੈਨ ਵਾਸ ਗਿਵਨ ਅ ਕੰਟਰੈਕਚੁਅਲ ਜੌਬ ਫॉर 30 ਡੇਜ਼। ਬਿਲਕੁਲ ਮਿਲਦਾ ਜੁਲਦਾ ਕੁਐਸਚਨ ਹੈ। ਕਿਸੇ ਬੰਦੇ ਨੂੰ 30 ਦਿਨ ਦਾ ਕੰਮ ਮਿਲਿਆ ਔਨ ਦਾ ਟਰਮਸ ਦੈਟ ਹੀ ਵੁੱਡ ਗੈਟ ਅ ਵੇਜ ਆਫ ₹15 ਫॉर ਦ ਡੇ ਹੀ ਵਰਕਸ, ਬਟ ਹੀ ਹੈਵ ਟੂ ਪੇ ਅ ਫਾਈਨ ਆਫ ₹2 ਫॉर ਈਚ ਡੇ ਆਫ ਹਿਸ ਐਬਸੈਂਸ। ਕਿਸੇ ਬੰਦੇ ਨੂੰ 30 ਦਿਨ ਦਾ ਕੰਮ ਮਿਲਿਆ, ਕਿਹੜੀ ਸ਼ਰਤ ਤੇ ਮਿਲਿਆ? ਕਿ ਜਿੱਦਣ ਤੱਕ ਕੰਮ ਕਰਨ ਆਊਗਾ ਉਦੋਂ ਉਹਨੂੰ 15 ਰੁਪਏ ਮਿਲਣਗੇ, ਜਿੱਦਣ ਉਹ ਨਹੀਂ ਆਊਗਾ ਉਦੋਂ ਉਹਨੂੰ 2 ਰੁਪਏ ਦਾ ਫਾਈਨ ਪੱਲਿਓ ਦੇਣਾ ਪਊਗਾ। ਸੋ ਕਹਿੰਦੇ ਇਫ ਹੀ ਗੈਟਸ ₹280 ਐਟ ਦ ਐਂਡ ਆਫ ਦ ਕੰਟਰੈਕਟ ਦੈਨ ਫॉर ਹਾਊ ਮੈਨੀ ਡੇਜ਼ ਹੀ ਵਾਸ ਐਬਸੈਂਟ ਫਰੋਮ ਹਿਸ ਜੌਬ। ਤਾਂ ਇਹਦੇ ਵਿੱਚ ਵੀ ਆਪਾਂ ਐਬਸੈਂਟ ਫਾਈਂਡ ਕਰਨਾ ਹੈ। ਤਾਂ ਬੱਚੇ ਉਹਨੂੰ 30 ਦਿਨ ਦਾ ਕੰਮ ਮਿਲਿਆ, ਤਾਂ ਆਪਾਂ ਕੀ ਮੰਨਣ, ਆਪਾਂ ਨੂੰ ਅਸਲ 'ਚ ਕੀ ਪਤਾ ਹੈਗਾ ਕਿ ਬਈ 30 ਦੇ ਵਿੱਚੋਂ ਕੁਛ ਦਿਨ ਉਹ ਪ੍ਰੈਜ਼ੈਂਟ ਹੋਇਆ, ਕੁਛ ਦਿਨ ਐਬਸੈਂਟ ਹੋਇਆ। ਜਿੱਦਣ ਪ੍ਰੈਜ਼ੈਂਟ ਹੋਇਆ ਉਦੋਂ ਉਹਨੂੰ 15 ਰੁਪਏ ਮਿਲੇ, ਜਿੱਦਣ ਐਬਸੈਂਟ ਹੋਇਆ ਉਦੋਂ ਉਹਦੇ 2 ਰੁਪਏ ਕੱਟੇ ਗਏ, ਤੇ ਕੁਛ ਪ੍ਰੈਜ਼ੈਂਟ ਕੁਛ ਐਬਸੈਂਟ ਹੋਣ ਤੋਂ ਬਾਅਦ ਕੁੱਲ 280 ਰੁਪਏ ਕਮਾ ਗਿਆ। ਤਾਂ ਦੱਸੋ ਕਿੰਨੇ ਦਿਨ ਪ੍ਰੈਜ਼ੈਂਟ ਹੈ, ਕਿੰਨੇ ਦਿਨ ਐਬਸੈਂਟ ਹੈ? ਤਾਂ ਬੱਚੇ ਜੇ ਰੋਜ਼ ਪ੍ਰੈਜ਼ੈਂਟ ਹੋ ਜੇ ਤਾਂ 30 ਦਿਨ ਡੇਲੀ 15 ਦੇ ਹਿਸਾਬ ਨਾਲ 450 ਰੁਪਏ ਕਮਾ ਲੂਗਾ। ਜੇ ਰੋਜ਼ ਪ੍ਰੈਜ਼ੈਂਟ ਹੋ ਜੇ ਤਾਂ 450 ਰੁਪਏ ਕਮਾ ਲੂਗਾ। ਜੇ ਰੋਜ਼ ਐਬਸੈਂਟ ਹੋ ਜੇ ਤਾਂ ਡੇਲੀ 2 ਦੇ ਹਿਸਾਬ ਨਾਲ 30 ਦਿਨਾਂ ਦੇ 60 ਰੁਪਏ ਗਵਾ ਲੂਗਾ, ਤਾਂ -60। ਪਰ ਨਾ ਤਾਂ ਰੋਜ਼ ਪ੍ਰੈਜ਼ੈਂਟ ਹੋਇਆ ਕਿ 450 ਕਮਾ ਲੈਂਦਾ, ਨਾ ਹੀ ਰੋਜ਼ ਐਬਸੈਂਟ ਹੋਇਆ ਕਿ 60 ਰੁਪਏ ਗਵਾ ਲੈਂਦਾ। ਕੁਛ ਦਿਨ ਪ੍ਰੈਜ਼ੈਂਟ ਤੇ ਕੁਛ ਦਿਨ ਐਬਸੈਂਟ ਹੋ ਕੇ 280 ਰੁਪਏ ਕਮਾ ਗਿਆ। ਤਾਂ 280 ਸੈਂਟਰ 'ਚ ਲਿਖ ਦਿਓ ਮੀਨ ਵੈਲਿਊ, ਤੇ ਡਿਫਰੈਂਸ ਕੱਢ ਕੇ ਐਲੀਗੇਸ਼ਨ ਲਾ ਦਿਓ। ਡਿਫਰੈਂਸ ਕਿੰਨਾ ਆ ਗਿਆ? 170। ਇੱਥੇ ਡਿਫਰੈਂਸ ਕਿੰਨਾ ਆ ਗਿਆ? 340। ਤਾਂ 340 ਤੇ 170 ਦਾ ਡਿਫਰੈਂਸ ਕੀ ਹੈ ਬੱਚੇ? ਰੇਸ਼ੀਓ 2:1। ਤਾਂ 2:1 ਦਾ ਮਤਲਬ ਕਿ ਜੇ ਟੋਟਲ 3 ਦਿਨ 2 + 1, ਜੇ ਟੋਟਲ 3 ਦਿਨ ਕੰਮ ਤੇ ਗਿਆ ਤਾਂ 2 ਦਿਨ ਪ੍ਰੈਜ਼ੈਂਟ ਹੈ, 1 ਦਿਨ ਐਬਸੈਂਟ ਹੈ। ਪਰ 3 ਦਿਨ ਥੋੜੀ ਕੰਮ ਤੇ ਗਿਆ, 3 ਦੀ ਵੈਲਿਊ ਤਾਂ 30 ਦਿਨ ਹੈ, 10 ਗੁਣਾ 3 ਦੀ ਵੈਲਿਊ 30 ਹੈ ਤਾਂ 1 ਦੀ ਵੈਲਿਊ 10 ਆ ਗਈ। ਤਾਂ ਕਿੰਨੇ ਦਿਨ ਐਬਸੈਂਟ ਰਿਹਾ? 1 ਯੂਨਿਟ। 1 ਦੀ ਵੈਲਿਊ ਫਿਰ ਬੱਚੇ ਤੁਹਾਡਾ ਆਨਸਰ 10 ਦਿਨ ਆ ਜਾਊਗਾ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ 10 ਡੇਜ਼। ਤਾਂ ਕਿੰਨੇ ਦਿਨ ਐਬਸੈਂਟ ਰਿਹਾ? 10 ਡੇਜ਼। ਇਹ ਦੋਨੇ ਜਿਹੜੇ ਕੁਐਸਚਨ ਕੀਤੇ ਆ, ਪਿਛਲਾ ਕੁਐਸਚਨ ਤੇ ਇਹ ਕੁਐਸਚਨ, ਦੋਨੇ ਹੀ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਕੁਐਸਚਨ ਨੇ। ਆਹ ਕੁਐਸਚਨ ਤਾਂ ਤੁਹਾਡਾ ਮੇਰੇ ਖਿਆਲ 'ਚ PSSB ਕਲਰਕ ਦਾ, ਮਤਲਬ ਅੱਜ ਦੀ ਕਲਾਸ ਦੇ ਵਿੱਚ ਮੈਂ PSSB ਕਲਰਕ ਦੇ ਵਿੱਚੋਂ, ਕੋਆਪਰੇਟਿਵ ਬੈਂਕ ਦਾ ਜਿਹੜਾ ਮੈਨੇਜਰ ਦਾ ਪੇਪਰ ਹੋਇਆ ਸੀ ਉਹਦੇ ਵਿੱਚੋਂ, ਤੇ ਸ਼ਾਇਦ ਜੇਲ੍ਹ ਵਾਰਡਰ ਦੇ ਵਿੱਚੋਂ, ਪਤਾ ਨਹੀਂ ਕਿਹੜੇ ਪੇਪਰ 'ਚੋਂ, 3 ਪੇਪਰਾਂ 'ਚੋਂ ਕੁਐਸਚਨ ਲੈ ਕੇ ਆਏ। ਕੁਛ ਕੁਐਸਚਨ ਸਾਡੇ ਪੁਰਾਣੇ ਪੇਪਰਾਂ ਦੇ ਨੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਹੋਏ ਨੇ, ਤੇ ਫਿਰ ਜਿਹੜੇ ਮਿਲਦੇ ਜੁਲਦੇ ਕੁਐਸਚਨ ਨੇ, ਬਿਲਕੁਲ ਸੇਮ ਸਟੇਟਮੈਂਟਸ ਵੀ ਨੇ। ਜਿਵੇਂ ਆਹ ਕੁਐਸਚਨ ਤੇ ਪਿਛਲਾ ਕੁਐਸਚਨ ਬਿਲਕੁਲ ਸੇਮ ਸਟੇਟਮੈਂਟ ਹੈ, ਫਿਗਰ ਚੇਂਜ ਹੋਈ ਆ, ਜਾਂ ਕੁਝ ਮਿਲਦੇ ਜੁਲਦੇ ਕੁਐਸਚਨ ਲੈ ਕੇ ਆਏ ਜਿਨ੍ਹਾਂ ਦੇ ਵਿੱਚ ਸਟੇਟਮੈਂਟਸ ਵੀ ਥੋੜ੍ਹੀਆਂ ਚੇਂਜ ਹੁੰਦੀਆਂ ਨੇ। ਜਿਵੇਂ ਅਗਲਾ ਕੁਐਸਚਨ ਤੁਸੀਂ ਦੇਖੋਗੇ, ਅਗਲਾ ਕੁਐਸਚਨ ਕੀ ਹੈ? ਇਨ ਐਨ ਇੰਜੀਨੀਅਰਿੰਗ ਐਂਟਰੈਂਸ ਐਗਜ਼ਾਮ ਅ ਸਟੂਡੈਂਟ ਸਕੋਰਸ 4 marks for every correct answer and loses ਅੱਧਾ number for every wrong answer
ਐਗਜ਼ਾਮੀਨਰ ਕਹਿੰਦਾ ਵੀ ਐਂਟਰੈਂਸ ਐਗਜ਼ਾਮ ਦੇ ਵਿੱਚ ਨਿਆਣਾ ਜੇ ਤਾਂ ਆਨਸਰ ਸਹੀ ਮਾਰਕ ਕਰਦਾ ਤਾਂ ਉਹਨੂੰ 4 ਨੰਬਰ ਮਿਲ ਜਾਂਦੇ ਨੇ, ਜੇ ਉਹ ਗਲਤ ਮਾਰਕ ਕਰਦਾ ਤਾਂ ਅੱਧਾ ਨੰਬਰ ਕੱਟਿਆ ਜਾਂਦਾ ਹੈ। ਇਫ ਹੀ ਅਟੈਂਪਟਸ all the 100 questions and scores 310 ਨੰਬਰ then how many question does the student attempt correctly। ਤਾਂ ਆਪਾਂ ਕਰੈਕਟ ਦੱਸਣੇ ਉਹਦੇ ਕਿੰਨੇ ਹੋਏ। ਤਾਂ ਬੱਚੇ ਉਹਨੇ ਕਿੰਨੇ ਕੁਐਸਚਨ ਅਟੈਂਪਟ ਕੀਤੇ 100 ਕੁਐਸਚਨਸ। ਜਿਵੇਂ ਪਿਛਲੇ ਕੁਐਸਚਨ ਚ ਕੀ ਸੀ, ਕਿੰਨੇ ਦਿਨ ਦਾ ਕੰਮ ਮਿਲਿਆ 30 ਦਿਨ ਦਾ। ਤਾਂ ਐਤਕੀ ਉਹਨੇ 100 ਕੁਐਸਚਨ ਅਟੈਂਪਟ ਕੀਤੇ। ਉਹ 100 ਕੁਐਸਚਨ ਦੇ ਵਿੱਚੋਂ ਕੁਝ ਤਾਂ ਉਹਨੇ ਸਹੀ ਅਟੈਂਪਟ ਕੀਤੇ ਕਰੈਕਟ, ਕੁਝ ਉਹਨੇ ਗਲਤ ਅਟੈਂਪਟ ਕੀਤੇ ਰੋਂਗ। ਕੁਛ ਸਹੀ ਕੁਛ ਗਲਤ ਅਟੈਂਪਟ ਕਰਕੇ ਉਹਨੇ 310 ਨੰਬਰ ਲੈ ਲਏ। ਤਾਂ ਆਪਾਂ ਕੀ ਕਰਨਾ ਹੈ, ਮੰਨ ਲਓ 100 ਦੇ 100 ਸਹੀ ਅਟੈਂਪਟ ਕਰ ਦਿੰਦਾ ਤਾਂ ਹਰ ਇੱਕ ਕੁਐਸਚਨ ਦੇ 4 ਨੰਬਰ ਮਿਲਦੇ, ਤਾਂ 100 ਕੁਐਸਚਨਾਂ ਦੇ 400 ਨੰਬਰ ਬਣ ਜਾਂਦੇ ਉਹਦੇ। ਜਾਂ ਫਿਰ ਸਾਰੇ ਦੇ ਸਾਰੇ 100 ਗਲਤ ਅਟੈਂਪਟ ਕਰ ਦਿੰਦਾ, ਹਰ ਇੱਕ ਕੁਐਸਚਨ ਦਾ ਅੱਧਾ ਨੰਬਰ ਕੱਟਿਆ ਗਿਆ ਤਾਂ 100 ਕੁਐਸਚਨਾਂ ਦੇ 50 ਨੰਬਰ ਕੱਟੇ ਜਾਂਦੇ, ਤਾਂ ਬੱਚੇ ਉਹਦੇ -50 ਨੰਬਰ ਆਉਂਦੇ। 50 ਨਾ ਲਿਖ ਦਿਓ ਵੀ ਅੱਧਾ ਨੰਬਰ ਕੱਟਿਆ ਜਾਂਦਾ 100 ਦੇ ਹਿਸਾਬ ਨਾਲ, ਤਾਂ 50 ਬਣ ਗਏ। ਕੱਟੇ ਗਏ ਨੇ ਤਾਂ -50 ਆਏ। ਤਾਂ ਨਾ ਤਾਂ ਬੱਚੇ ਉਹਨੇ ਸਾਰੇ ਸਹੀ ਆਨਸਰ ਅਟੈਂਪਟ ਕੀਤੇ ਕਿ 400 ਆ ਜਾਣ, ਨਾ ਹੀ ਸਾਰੇ ਗਲਤ ਕੀਤੇ ਕਿ -50 ਆ ਜਾਣ। ਕੁਛ ਸਹੀ ਕੁਛ ਗਲਤ ਕਰਕੇ ਉਹ 310 ਨੰਬਰ ਲੈ ਗਿਆ। ਤਾਂ ਕਿਹੜੀ ਰੇਸ਼ੋ ਦੇ ਵਿੱਚ ਸਹੀ ਗਲਤ ਕੀਤਾ ਹੋਣਾ ਉਹ ਐਲੀਗੇਸ਼ਨ ਲਾ ਕੇ ਪਤਾ ਲੱਗ ਜੂਗਾ। ਡਿਫਰੈਂਸ ਦੇਖੋ, ਇੱਧਰ ਲਿਖੋ 90, ਇਹਨਾਂ ਦਾ ਡਿਫਰੈਂਸ ਇੱਧਰ ਲਿਖੋ 360। ਤਾਂ 360 ਤੇ 90 ਬੱਚੇ ਕਿਹੜੀ ਰੇਸ਼ੋ ਚ 90 ਤੇ ਕੱਟੋ 4:1। ਤਾਂ ਉਹਨੇ ਕੁਐਸਚਨ ਜਿਹੜੇ ਸਹੀ ਕੀਤੇ ਤੇ ਗਲਤ ਕੀਤੇ ਆ ਉਹ 4:1 ਦੇ ਵਿੱਚ ਨੇ। 4 ਕਰੈਕਟ 1 ਰੋਂਗ ਆਊਟ ਆਫ ਟੋਟਲ 5। ਜੇ ਟੋਟਲ 5 ਕੁਐਸਚਨ ਨੇ ਤਾਂ 5 ਚੋਂ 4 ਸਹੀ 1 ਗਲਤ ਹੈ, ਪਰ 5 ਥੋੜੀ ਹੈ। ਟੋਟਲ ਤਾਂ 100 ਕੁਐਸਚਨ ਨੇ, ਤਾਂ 5 ਦੀ ਵੈਲਿਊ ਕੀ ਹੈ 100 ਕੁਐਸਚਨ, ਤਾਂ 1 ਦੀ ਵੈਲਿਊ ਕੀ ਹੈ 20 ਕੁਐਸਚਨ। ਤਾਂ ਕਿੰਨੇ ਕਰੈਕਟ ਕੀਤੇ ਰੇਸ਼ੋ ਚ 4 ਦੀ ਵੈਲਿਊ 80 ਕੁਐਸਚਨ ਆਨਸਰ ਆ ਜਾਊਗਾ ਬੱਚੇ ਤੁਹਾਡਾ। ਤਾਂ ਇਸ ਕੁਐਸਚਨ ਦਾ ਆਨਸਰ 80। ਕਲੀਅਰ ਹੈ ਬੱਚੇ ਸਾਰਿਆਂ ਨੂੰ? ਹਾਂਜੀ, ਤਾਂ ਇਹ ਮਿਲਦਾ ਜੁਲਦਾ ਕੁਐਸਚਨ ਸੀਗਾ। ਇਹਨਾਂ ਦੇ ਨਾਲ ਦਾ ਮਤਲਬ ਪਿਛਲੇ ਸਾਲ ਕੋਆਪਰੇਟਿਵ ਬੈਂਕ ਦਾ ਜਿਹੜਾ ਮੈਨੇਜਰ ਦਾ ਪੇਪਰ ਹੋਇਆ ਸੀ 29 ਜਾਂ 30 ਅਗਸਤ ਨੂੰ, ਕੋਆਪਰੇਟਿਵ ਬੈਂਕ ਦੀਆਂ ਦੁਬਾਰਾ ਭਰਤੀਆਂ ਨਿਕਲੀਆਂ ਹੋਈਆਂ ਨੇ, ਕਲੈਰੀਕਲ ਦੀਆਂ ਵੀ, ਮਤਲਬ ਮੈਨੇਜਰ ਜਾਂ ਸੀਨੀਅਰ ਮੈਨੇਜਰ ਦੀਆਂ ਵੀ। ਤਾਂ ਜਿਹੜਾ ਮੈਨੇਜਰ ਦਾ 30 ਅਗਸਤ ਨੂੰ ਪੇਪਰ ਹੋਇਆ ਉਹਦੇ ਵਿੱਚ ਕੁਐਸਚਨ ਆਇਆ ਸੀ, ਮੈਂ ਉਹ ਕੁਐਸਚਨ ਲੈ ਕੇ ਆਇਆ। ਇਨ ਐਨ ਐਗਜ਼ਾਮੀਨੇਸ਼ਨ ਅ ਸਟੂਡੈਂਟ ਸਕੋਰਸ 2.5 ਮਾਰਕਸ ਫॉर एवरी करेक्ट आंसर and loses 1 mark for every 3 wrong answers. If he attempts all the 100 questions and secures 114 number, then how many questions did he attempt correctly? ਤਾਂ ਉਹਨੇ ਸਹੀ ਕਿੰਨੇ ਅਟੈਂਪਟ ਕੀਤੇ ਇਹ ਦੱਸਣਾ। ਤਾਂ ਬੱਚੇ ਇਹ ਆਪਣੇ ਆਪ 'ਚ ਅਲੱਗ ਤਰ੍ਹਾਂ ਦਾ ਕੁਐਸਚਨ ਹੈ। ਅਲੱਗ ਤਰ੍ਹਾਂ ਦਾ ਨਹੀਂ, ਵੈਸੇ ਤਾਂ ਜਿਹੜੀਆਂ ਪਿਛਲੀਆਂ 3 ਸਟੇਟਮੈਂਟਾਂ ਪੜ੍ਹੀਆਂ ਨੇ, ਆ ਚੌਥਾ ਕੁਐਸਚਨ ਬਿਲਕੁਲ ਉਹੋ ਜਿਹਾ ਹੀ ਹੈ, ਕੋਈ ਬਹੁਤਾ ਫਰਕ ਨਹੀਂ ਹੈਗਾ। ਖੈਰ ਜਿਹੜੀ ਇੱਕ ਚੀਜ਼ ਮੈਂ ਸਰਕਲ ਕਰਤੀ ਉੱਥੇ ਕੁਝ ਬੱਚਿਆਂ ਨੂੰ ਅੰਦਾਜ਼ਾ ਹੋ ਗਿਆ ਵੀ ਨਵੀਂ ਜੀ ਚੀਜ਼ ਆ ਗਈ, ਇਹੋ ਜਿਹਾ ਨਹੀਂ ਦੇਖਿਆ। ਖੈਰ ਮੈਂ ਵੀ ਨਹੀਂ ਸੀ ਕਦੇ ਬਹੁਤਾ ਦੇਖਿਆ ਇਹੋ ਜਿਹਾ। ਤਾਂ ਘਬਰਾਉਣਾ ਨਹੀਂ ਹੈਗਾ ਜੇ ਕੋਈ ਨਵੀਂ ਚੀਜ਼ ਆ ਜੇ ਜਾਂ ਸੇਮ ਲੱਗ ਰਹੀ ਹੈ ਪਰ ਉਸ ਤਰੀਕੇ ਨਾਲ ਨਹੀਂ ਹੋ ਰਹੀ ਜਿਵੇਂ ਅੱਜ ਤੱਕ ਇਹ ਸਵਾਲ ਕਰਦੇ ਗਏ ਆ, ਤਾਂ ਕਦੇ ਘਬਰਾਉਣਾ ਨਹੀਂ ਹੁੰਦਾ। ਮੈਂ ਲਿਟਰਲੀ ਮੇਰੇ ਲਈ ਵੀ ਨਵੀਂ ਚੀਜ਼ ਸੀ। ਤਾਂ ਸਾਡਾ ਉੱਥੇ ਜੇ ਮਤਲਬ ਪੀਸ ਆਫ ਮਾਈਂਡ ਬਣਿਆ ਹੋਇਆ, ਅਸੀਂ ਮਾੜਾ ਮੋਟਾ ਦਿਮਾਗ ਲਾ ਸਕਦੇ ਹਾਂ ਕਿ ਐ ਨਹੀਂ ਤਾਂ ਐਂ ਕਰ ਲੈਂਦੇ ਹਾਂ। ਤਾਂ ਇਸ ਕੁਐਸਚਨ 'ਚ ਐਗਜ਼ਾਮੀਨਰ ਕਹਿੰਦਾ ਕਿ 100 ਕੁਐਸਚਨ ਸੀ ਪੇਪਰ ਦੇ ਵਿੱਚ। ਮੈਂ ਥੋੜਾ ਸਾਈਡ ਤੇ ਲਿਖਾਂ, 100 ਕੁਐਸਚਨ ਸੀ ਪੇਪਰ ਦੇ ਵਿੱਚ, ਉਹਨੇ 100 ਦੇ 100 ਅਟੈਂਪਟ ਕੀਤੇ। ਇਫ ਹੀ ਅਟੈਂਪਟਸ ਆਲ ਦਾ 100 ਕੁਐਸਚਨਸ, ਉਹ ਨੰਬਰ ਕਿਵੇਂ ਮਿਲ ਰਹੇ ਨੇ? ਜੇ ਤਾਂ ਸਹੀ ਅਟੈਂਪਟ ਕਰ ਰਿਹਾ ਤਾਂ 2.5 ਨੰਬਰ ਮਿਲ ਰਹੇ ਨੇ, ਜੇ ਗਲਤ ਅਟੈਂਪਟ ਕਰ ਰਿਹਾ ਤਾਂ 3 ਗਲਤ ਦਾ 1 ਨੰਬਰ ਕੱਟਿਆ ਜਾ ਰਿਹਾ। ਲੂਜ਼ਸ 1 ਮਾਰਕ ਫॉर एवरी 3 ਰੋਂਗ ਆਨਸਰਸ। ਇੱਕ ਤੇ ਇੱਕ ਗਲਤ ਨਹੀਂ, ਇੱਕ ਗਲਤ ਤੇ 1 ਨੰਬਰ ਨਹੀਂ ਕੱਟਿਆ ਜਾ ਰਿਹਾ, ਫਿਰ ਤਾਂ ਐਲੀਗੇਸ਼ਨ ਹੀ ਲੱਗ ਜਾਂਦੀ। ਜੋ ਹੁਣ ਤੱਕ ਕੁਐਸਚਨ ਕੀਤੇ 3 ਗਲਤ ਤੇ 1 ਕੱਟਿਆ ਜਾਂਦਾ। ਤਾਂ ਐ ਕਰਦੇ ਹੋਏ ਉਹਦੇ ਬੱਚੇ ਕਿੰਨੇ ਮਾਰਕਸ ਆਏ? 114 ਨੰਬਰ ਆਏ। ਤਾਂ ਆਪਾਂ ਦੱਸਣਾ ਉਹਨੇ ਕਿੰਨੇ ਸਹੀ ਕੀਤੇ। ਦੈਨ ਹਾਊ ਮੈਨੀ ਕੁਐਸਚਨਸ ਡਿਡ ਹੀ ਅਟੈਂਪਟ ਕਰੈਕਟਲੀ। ਤਾਂ ਬੱਚੇ ਬਹੁਤ ਇੰਟਰਸਟਿੰਗ ਕੁਐਸਚਨ ਹੈ। ਉਹਦੇ ਜਿਹੜੇ ਨੰਬਰ ਆਏ 114 ਡੈਸੀਮਲਾਂ 'ਚ ਤਾਂ ਨਹੀਂ ਹੈਗਾ। ਦੇਖੋ ਬੱਚੇ, ਇੱਕ ਕੁਐਸਚਨ ਸਹੀ ਹੈ, ਕਰੈਕਟ ਦੀ ਗੱਲ ਕਰਦਾ, ਇੱਕ ਕੁਐਸਚਨ ਸਹੀ ਹੈ ਤਾਂ 2.5 ਨੰਬਰ ਬਣੇ। 2 ਕੁਐਸਚਨ ਸਹੀ ਨੇ ਤਾਂ ਜਾ ਕੇ 5 ਨੰਬਰ ਬਣਨਗੇ। ਮਤਲਬ ਜੇ ਇੱਕ ਕੁਐਸਚਨ ਸਹੀ ਹੈ, ਮੈਂ ਸਿਰਫ ਸਮਝਾ ਰਿਹਾ, ਪੇਪਰ 'ਚ ਲਿਖਣ ਦੀ ਲੋੜ ਨਹੀਂ, ਸਿਰਫ ਦਿਮਾਗ 'ਚ ਜਿਹੜੀ ਚੀਜ਼ ਹੋਣੀ ਚਾਹੀਦੀ ਹੈ। ਇੱਕ ਕੁਐਸਚਨ ਸਹੀ ਹੈ ਤਾਂ 2.5 ਨੰਬਰ, 2 ਕੁਐਸਚਨ ਸਹੀ ਹੈ ਤਾਂ 5 ਨੰਬਰ। ਮਤਲਬ ਇੱਕ ਕੁਐਸਚਨ ਤੇ ਉਹਦੇ ਜਿਹੜੇ ਨੰਬਰ ਨੇ ਉਹ ਪੁਆਇੰਟਾਂ ਦੇ ਵਿੱਚ ਨੇ। ਇੱਕ ਕੁਐਸਚਨ ਸਹੀ ਹੋਣ ਤੇ ਉਹਦੇ ਨੰਬਰ ਪੁਆਇੰਟਾਂ 'ਚ ਨੇ, 2 ਕੁਐਸਚਨ ਸਹੀ ਹੋਣ ਤੇ ਉਹਦੇ ਨੰਬਰ ਹੋਲ ਨੰਬਰ 'ਚ ਬਣਦੇ ਆ। ਇੰਨੀ ਗੱਲ ਸਮਝ ਆ ਗਈ? ਕਹਿਣ ਦਾ ਮਤਲਬ ਜੇ ਉਹਦੇ ਕੁਐਸਚਨ ਜਿਹੜੇ ਸਹੀ ਹੋਏ ਔਡ ਨੰਬਰ 'ਚ ਹੋਣ, ਜੇ ਉਹਦੇ ਸਹੀ ਕੁਐਸਚਨ ਔਡ ਨੰਬਰ 'ਚ ਹੋਣ ਤਾਂ ਉਹਦੇ ਤਾਂ ਨੰਬਰ 0.5 ਕੁਛ ਬਣਦੇ ਜਾਣਗੇ। ਈਵਨ 'ਚ ਹੋਣ ਤਾਂ 5 10 15 20 ਕੁਛ ਹੋਲ ਨੰਬਰ 'ਚ ਬਣਨਗੇ। ਤਾਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਕਰੈਕਟ, ਕਿਉਂਕਿ ਉਹਦੇ 114 ਨੰਬਰ ਬਣਦੇ ਨੇ ਤਾਂ ਉਹਦੇ ਕਰੈਕਟ ਕੁਐਸਚਨ ਈਵਨ ਨੰਬਰ 'ਚ ਹੋਣਗੇ। ਇਹ ਪਤਾ ਲੱਗ ਗਿਆ ਇੱਕ ਤਾਂ ਸਾਨੂੰ, ਉਹ ਸਾਰੇ ਆਪਸ਼ਨ ਸਾਡੇ ਬਾਈ ਚਾਂਸ ਈਵਨ ਨੇ। ਦੂਜੀ ਗੱਲ ਆ ਗਈ ਰੋਂਗ ਕੁਐਸਚਨਸ ਦੀ, ਜਿਹੜੀ ਚੀਜ਼ ਦਿਮਾਗ 'ਚ ਚੱਲਣੀ ਚਾਹੀਦੀ ਹੈ।
3 ਕੁਐਸਚਨ ਗਲਤ ਹੋਏ ਤਾਂ 1 ਨੰਬਰ ਉਹਦਾ ਕੱਟਿਆ ਜਾਂਦਾ ਹੈ। 3 ਕੁਐਸਚਨ ਗਲਤ ਹੋਣ ਤੇ ਉਹਦਾ 1 ਨੰਬਰ ਕੱਟਿਆ ਜਾਂਦਾ ਹੈ। ਜੇ ਆਪਾਂ 1 ਕੁਐਸਚਨ ਦਾ ਹਿਸਾਬ ਲਾਈਏ ਤਾਂ 1 ਕੁਐਸਚਨ ਤੇ ਕਿੰਨੇ ਕ ਨੰਬਰ ਕੱਟੇ ਜਾਂਦੇ ਹੋਣਗੇ? 1/3 ਜਾਂ ਫਿਰ 0.33। ਜੇ 1 ਕੁਐਸਚਨ ਗਲਤ ਹੋਊਗਾ ਤਾਂ ਉਹਦੇ 0.33 ਕੱਟੇ ਜਾਣਗੇ। ਜੇ 2 ਕੁਐਸਚਨ ਗਲਤ ਹੋਏ ਤਾਂ 0.66 ਕੱਟੇ ਜਾਣਗੇ। 3 ਕੁਐਸਚਨ ਗਲਤ ਹੋਏ ਤੇ ਹੋਲ ਨੰਬਰ 'ਚ ਨੰਬਰ ਕੱਟੇ ਜਾਣਗੇ। 6 ਕੁਐਸਚਨ ਗਲਤ ਹੋਏ ਤਾਂ 2 ਕੱਟੇ ਜਾਣਗੇ। 9 ਕੁਐਸਚਨ ਗਲਤ ਹੋਏ ਤਾਂ 3 ਨੰਬਰ ਕੱਟੇ ਜਾਣਗੇ। 30 ਕੁਐਸਚਨ ਗਲਤ ਹੋਏ ਤਾਂ 10 ਨੰਬਰ ਕੱਟੇ ਜਾਣਗੇ। ਤਾਂ ਬੱਚੇ ਉਹਦੇ ਮਾਰਕਸ ਹੋਲ ਨੰਬਰ ਦੇ ਵਿੱਚ ਆਉਣ ਦਾ ਮਤਲਬ ਕੀ ਹੈ ਕਿ ਉਹਦੇ ਕਰੈਕਟ ਈਵਨ ਦੇ ਵਿੱਚ ਹੋਣਗੇ। ਕਰੈਕਟ ਈਵਨ ਦੇ ਵਿੱਚ ਹੋਣਗੇ ਤੇ ਜਿਹੜੇ ਰੋਂਗ ਹੋਣਗੇ ਉਹ 3 ਦਾ ਮਲਟੀਪਲ ਹੋਊਗਾ ਕੁਛ। 3 ਦਾ ਮਲਟੀਪਲ ਹੋਊਗਾ ਕੁਛ। ਜੇ ਉਹਦੇ ਰੋਂਗ ਕੁਐਸਚਨ 3 ਦਾ ਮਲਟੀਪਲ ਹੋਣਗੇ ਤਾਂ ਉਹਦੇ ਨੰਬਰ ਹੋਲ ਨੰਬਰ 'ਚ ਕੱਟੇ ਜਾਣਗੇ। ਹੋਲ ਨੰਬਰ 'ਚ ਜਿਹੜੇ ਕੱਟੇ ਗਏ ਮਾਈਨਸ ਹੋਣਗੇ ਤਾਂ ਉਹਦੇ ਬਾਕੀ ਸਾਰੇ ਮਾਰਕਸ ਹੋਲ ਨੰਬਰ 'ਚ ਆਉਣਗੇ ਜੋ ਕਿ ਹੈਗੇ ਨੇ। ਤਾਂ ਇਹਦਾ ਮਤਲਬ ਉਹਦੇ ਗਲਤ ਆਨਸਰ 3 ਦਾ ਮਲਟੀਪਲ ਹੋਣੇ ਚਾਹੀਦਾ। ਤਾਂ ਜੇ ਬੱਚੇ 72 ਸਹੀ ਨੇ ਤਾਂ 28 ਗਲਤ ਨੇ। 28 ਤਾਂ 3 ਦਾ ਮਲਟੀਪਲ ਨਹੀਂ ਹੈਗਾ। 60 ਸਹੀ ਨੇ ਤਾਂ 40 ਗਲਤ ਨੇ। 40 3 ਦਾ ਮਲਟੀਪਲ ਨਹੀਂ ਹੈਗਾ। 48 ਸਹੀ ਨੇ ਤਾਂ 52 ਗਲਤ ਨੇ। 52 3 ਦਾ ਮਲਟੀਪਲ ਨਹੀਂ ਹੈਗਾ। 52 ਸਹੀ ਨੇ ਤਾਂ 48 ਗਲਤ ਨੇ। 48 3 ਦਾ ਮਲਟੀਪਲ ਹੈ ਤਾਂ ਇਹ ਸਹੀ ਹੈ ਆਨਸਰ ਸਾਡਾ। ਇੱਕੋ ਹੀ ਇੱਕ ਆਨਸਰ ਸਹੀ 52 ਕਰੈਕਟ, ਕਿਉਂਕਿ ਸਾਡੇ ਆਪਸ਼ਨਸ ਦੇ ਵਿੱਚ ਕਰੈਕਟ ਆਨਸਰ ਨੇ ਨਾ। ਤਾਂ ਰੋਂਗ ਕਿੰਨੇ ਹੋਏ? 100 ਚੋਂ ਮਾਈਨਸ ਕਰ ਦਿਓ ਕਿਉਂਕਿ ਉਹਨੇ 100 ਅਟੈਂਪਟ ਕੀਤੇ ਨੇ। ਤਾਂ ਜੇ 72 ਸਹੀ ਨੇ ਤਾਂ ਬਾਕੀ 28 ਗਲਤ ਹੋਣਗੇ। 28 ਕਿਉਂਕਿ ਤੁਹਾਡਾ 3 ਦਾ ਮਲਟੀਪਲ ਨਹੀਂ ਹੈਗਾ ਤਾਂ ਇਸ ਕਰਕੇ ਉਹਦੇ ਜਿਹੜੇ ਕੱਟੇ ਜਾਣਗੇ ਉਹ ਪੁਆਇੰਟਾਂ 'ਚ ਆਊਗਾ। ਪੁਆਇੰਟਾਂ 'ਚ ਆਊਗਾ ਤਾਂ ਉਹਦੇ ਮਾਈਨਸ ਕਰਕੇ 114 ਨਹੀਂ ਬਣਨੇ ਹੈਗੇ। ਸੋ ਇਸ ਕਰਕੇ ਸਾਡੇ ਗਲਤ ਆਨਸਰ 3 ਦਾ ਮਲਟੀਪਲ ਹੋਣੇ ਚਾਹੀਦੇ ਸੀ। ਉਹ ਸਿਰਫ ਇੱਕੋ ਹੀ ਆਪਸ਼ਨ ਹੈ। ਹੁਣ ਕੁਝ ਬੱਚਿਆਂ ਦੇ ਦਿਮਾਗ 'ਚ ਆਇਆ ਹੋਊ ਵੀ ਜੇ ਸਰ 2 ਆਪਸ਼ਨ ਹੁੰਦੇ ਤਾਂ ਜੇ 2 ਆਪਸ਼ਨ ਹੁੰਦੇ, ਮੰਨ ਲਓ ਆਪਾਂ ਇੱਕ ਆਪਸ਼ਨ ਰੱਖ ਲੈਂਦੇ ਆਂਗੇ ਈ ਆਪਸ਼ਨ। ਤੁਸੀਂ ਕਰ ਲਓ 46 ਹੁੰਦੇ ਤਾਂ ਬੱਚੇ ਫਿਰ ਤੁਹਾਡੇ ਗਲਤ ਕਿੰਨੇ ਆ ਜਾਂਦੇ? 54। ਹੁਣ ਆ 54 ਵੀ 3 ਦਾ ਮਲਟੀਪਲ ਹੈ। ਹੁਣ ਤੁਹਾਡੇ ਕੋਲ 2 ਆਪਸ਼ਨ ਬਣ ਗਏ ਨਾ। ਜੇ ਕੁਝ ਬੱਚੇ ਦੇ ਦਿਮਾਗ 'ਚ ਆ ਜੇ ਕਿ ਇੱਥੇ ਤਾਂ ਸਰ ਇੱਕੋ ਹੀ ਆਪਸ਼ਨ ਹੈ, ਚਲੋ ਅਸੀਂ ਕਰੈਕਟ ਕਰਤਾ। ਜੇ 2 ਆਪਸ਼ਨ ਆ ਜਾਂਦੇ ਜਿਹਦੇ ਵਿੱਚ ਰੋਂਗ ਆਨਸਰ 3 ਦਾ ਮਲਟੀਪਲ ਨੇ, ਫਿਰ ਅਸੀਂ ਬੱਚੇ ਚੈੱਕ ਕਰ ਲੈਂਦੇ। ਚੈੱਕ ਕਿਵੇਂ ਕਰਦੇ? ਆ ਸਾਨੂੰ ਕੁਝ ਨਹੀਂ ਚਾਹੀਦਾ, ਇਹ ਤਾਂ ਦਿਮਾਗ 'ਚ ਚੱਲਣਾ ਸੀਗਾ। ਤਾਂ ਚੈੱਕ ਕਿਵੇਂ ਕਰਦੇ? ਧਿਆਨ ਨਾਲ ਦੇਖੋ ਜੀ। ਪਹਿਲਾਂ ਮੈਂ ਗਲਤ ਆਨਸਰ ਹੀ ਚੈੱਕ ਕਰਾ ਦਿੰਨਾ। 46 ਸਹੀ ਨੇ ਤਾਂ 2.5 ਦੇ ਹਿਸਾਬ ਨਾਲ 46 ਗੁਣਾ 2.5 115 ਨੰਬਰ ਜੁੜ ਗਏ। 46 ਗੁਣਾ 2.5 115 ਨੰਬਰ ਜੁੜ ਗਏ। ਮੈਂ 46 ਗੁਣਾ 2.5 ਐਡੀ ਛੇਤੀ ਕਿਵੇਂ ਕਰ ਗਿਆ? ਮੈਂ 46 ਦਾ ਅੱਧ ਕਰਤਾ, 23 2.5 ਦਾ ਦੁੱਗਣਾ ਕਰਤਾ 5। ਮੈਂ 23 ਗੁਣਾ 5 ਲਿਖਿਆ ਹੈਗਾ। ਉਹੀ ਨਾ ਦਿਮਾਗ ਲਾ ਲਓ ਵੀ ਮੈਨੂੰ 46 ਦਾ 2.5 ਗੁਣਾ ਬਹੁਤ ਛੇਤੀ ਹੁੰਦਾ ਤਾਂ 23 ਗੁਣਾ 5 115। ਤਾਂ ਗਲਤ ਕਿੰਨੇ ਹੋਏ? 54। 54 ਦੇ ਕਿੰਨੇ ਕੱਟੇ ਜਾਣਗੇ? 54 ਕੀ ਹੈ? 3 ਦਾ 18 ਗੁਣਾ ਨਾ ਤਾਂ 18 ਨੰਬਰ ਕੱਟੇ ਜਾਣਗੇ। ਤਾਂ 115 ਆਏ, 18 ਕੱਟੇ ਗਏ ਤਾਂ ਬੱਚੇ ਉਹਦੇ ਨੰਬਰ ਕਿੰਨੇ ਬਣ ਜਾਣਗੇ? 97। ਤਾਂ ਉਹਦੇ 97 ਨੰਬਰ ਤਾਂ ਹੈ ਨਹੀਂ ਗਏ, ਉਹਦੇ ਤਾਂ 114 ਨੇ। ਤਾਂ ਇਸ ਕਰਕੇ ਇਹ ਗਲਤ ਹੈ। ਫਿਰ 52 ਤੇ 48 ਚੈੱਕ ਕਰੋ। 52 ਸਹੀ ਨੇ ਤਾਂ 52 ਗੁਣਾ 2.5 ਕਿੰਨੇ ਬਣ ਜਾਣਗੇ? ਇਹਨੂੰ 26 ਕਰ ਦਿਓ, ਉਹਨੂੰ 5 ਕਰ ਦਿਓ, 130 ਨੰਬਰ ਮਿਲ ਗਏ। ਤੇ 48 ਗਲਤ ਨੇ। 3 ਦੇ ਪਿੱਛੇ ਇੱਕ ਕੱਟਿਆ ਜਾਣਾ ਤਾਂ 48 ਕੀ ਹੈ? 3 ਦਾ 16 ਗੁਣਾ ਤਾਂ 16 ਨੰਬਰ ਕੱਟੇ ਗਏ। ਤਾਂ 16 ਨੰਬਰ ਕੱਟ ਕੇ 114 ਨੰਬਰ ਆ ਗਏ। 114 ਹੀ ਉਹਦੇ ਨੰਬਰ ਨੇ। ਤਾਂ ਸਾਡਾ 52 ਵਾਲਾ ਆਨਸਰ ਬਿਲਕੁਲ ਸਹੀ ਹੋਊਗਾ। ਤਾਂ ਬੱਚੇ ਕਲੀਅਰ ਹੈ? ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਕਮੈਂਟ ਕਰ ਦਿਓ ਕਿ ਜਦੋਂ ਵੈਸੇ ਸਾਡੀ ਗੱਡੀ ਖੜ ਜੇ ਕਿ ਯਾਰ ਪਤਾ ਨਹੀਂ ਕਿਵੇਂ ਹੋਊਗਾ, ਐਲੀਗੇਸ਼ਨ ਵੀ ਨਹੀਂ ਲੱਗ ਰਹੀ ਹੈਗੀ, ਇਹੋ ਜਿਹੇ ਕੁਐਸਚਨ ਅੱਜ ਤੱਕ ਕਰਦੇ ਆ ਪਰ ਇਹ ਨਹੀਂ ਹੋ ਰਿਹਾ। ਘਬਰਾਉਣਾ ਨਹੀਂ ਹੁੰਦਾ, ਕੋਈ ਨਾ ਕੋਈ ਮਤਲਬ ਮੌਕੇ ਤੇ ਤਰੀਕਾ ਨਿਕਲ ਆਉਂਦਾ ਹੁੰਦਾ ਹੈਗਾ। ਤਾਂ ਇੰਨੀ ਕੁ ਗੱਲ ਹੈ ਬੱਚੇ। ਆਹ ਕੁਐਸਚਨ ਆਪਣਾ ਜਿਹੜਾ ਪਿਛਲੇ ਸਾਲ ਅਗਸਤ ਦੇ ਵਿੱਚ ਕੋਆਪਰੇਟਿਵ ਬੈਂਕ ਦਾ ਮੈਨੇਜਰ ਦਾ ਪੇਪਰ ਹੋਇਆ ਉਹਦਾ ਕੁਐਸਚਨ ਹੈਗਾ। ਅਗਲਾ ਕੁਐਸਚਨ ਦੇਖੋ ਬੱਚੇ। ਅਗਲਾ ਕੁਐਸਚਨ ਆ ਗਿਆ ਆਪਣਾ ਚੇਨ ਰੂਲ ਦਾ। ਚੇਨ ਰੂਲ ਦੇ ਕੁਐਸਚਨ ਦੇ ਵਿੱਚ ਐਗਜ਼ਾਮੀਨਰ ਕਹਿੰਦਾ ਇਨ ਅ ਹੋਸਟਲ देयर इज अ प्रोविजन ऑफ फूड फॉर 150 ਸਟੂਡੈਂਟਸ ਇਨਫ ਫॉर 45 ਡੇਜ਼। ਐਗਜ਼ਾਮੀਨਰ ਕਹਿੰਦਾ ਹੋਸਟਲ ਦੇ ਵਿੱਚ 150 ਸਟੂਡੈਂਟ ਹੈ, ਉਹਨਾਂ ਦੇ ਲਈ 45 ਦਿਨਾਂ ਦਾ ਖਾਣਾ ਬਚਿਆ ਹੋਇਆ। ਇਫ ਆਫਟਰ 10 ਡੇਜ਼ 25 ਸਟੂਡੈਂਟਸ ਲੀਵ ਦਾ ਹੋਸਟਲ ਫॉर देयर ਹੋਮਸ। ਉਹ ਕਹਿੰਦੇ ਵੀ 150 ਬੱਚਿਆਂ ਦਾ 45 ਦਿਨ ਦਾ ਖਾਣਾ ਹੈਗਾ ਸੀ। ਕਹਿਣ ਦਾ ਮਤਲਬ ਜੇ 150 ਬੱਚੇ ਖਾਣਾ ਖਾਣ ਤਾਂ 45 ਦਿਨ ਤੱਕ ਖਾਣਾ ਚੱਲੂਗਾ। ਪਰ ਉਹ ਕਹਿੰਦੇ ਯਾਰ 10 ਦਿਨ ਤੱਕ ਤਾਂ 150 ਜਵਾਕਾਂ ਨੇ ਕੰਮ ਕੀਤਾ, 10 ਦਿਨ ਬਾਅਦ 25 ਜਵਾਕ ਘਰੇ ਚਲ ਗਏ। ਹੁਣ 150 ਦੀ ਥਾਂ ਤੇ 25 ਚਲ ਗਏ ਤਾਂ 125 ਰਹਿ ਗਏ। ਤਾਂ ਬਚਿਆ ਹੋਇਆ ਖਾਣਾ 10 ਦਿਨ ਤੋਂ ਬਾਅਦ ਬਚਿਆ ਹੋਇਆ ਖਾਣਾ
125 ਬੱਚਿਆਂ ਨੇ ਖਾਣਾ ਤਾਂ ਉਹ ਕਹਿੰਦੇ ਇਨ ਹਾਊ ਮੈਨੀ ਡੇਜ਼ ਵਿਲ ਦਾ ਰਿਮੇਨਿੰਗ ਪ੍ਰੋਵੀਜ਼ਨ ਬੀ ਕੰਜ਼ਿਊਮਡ। ਤਾਂ ਹੁਣ ਜਿਹੜਾ ਬਾਕੀ ਖਾਣਾ ਬਚ ਗਿਆ ਜੋ ਕਿ 125 ਨੇ ਖਾਣਾ, 150 ਤਾਂ ਰਹੇ ਨਹੀਂ, 125 ਨੇ ਖਾਣਾ, ਉਹ ਕਿੰਨੇ ਦਿਨਾਂ 'ਚ ਖਾਣਗੇ। ਤਾਂ ਬੱਚੇ ਜਿਹੜਾ 10 ਦਿਨ ਦਾ ਕੰਮ ਹੋ ਗਿਆ ਇਹ ਤਾਂ ਹੋ ਚੁੱਕਿਆ ਨਾ, 10 ਦਿਨ ਦਾ ਕੰਮ ਤਾਂ ਸੁੱਖੀ ਸੰਦੀ ਲੰਘ ਗਿਆ। 10 ਦਿਨ ਬਾਅਦ ਕੋਈ ਭਾਣਾ ਵਰਤਿਆ ਹੈਗਾ, ਕੀ ਭਾਣਾ ਵਰਤਿਆ? 150 ਚੋਂ 25 ਨੂੰ ਘਰੇ ਜਾਣਾ ਪੈ ਗਿਆ, 125 ਰਹਿ ਗਏ। ਤਾਂ 10 ਦਿਨ ਨੂੰ ਅਸੀਂ ਨਹੀਂ ਛੇੜਨਾ, 10 ਦਿਨ ਤੋਂ ਬਾਅਦ ਦੇਖਣਾ ਕੀ ਹੋਊਗਾ। ਤਾਂ ਬੱਚੇ ਖਾਣਾ ਤਾਂ ਸੇਮ ਹੀ ਹੈ ਨਾ, ਜਿਹੜਾ ਬਚਿਆ ਹੋਇਆ ਹੈ ਉਹ ਤਾਂ ਸੇਮ ਹੀ ਹੈ। ਸੇਮ ਵਰਕ ਦੇ ਕੇਸ 'ਚ ਤੁਸੀਂ ਕੀ ਕਰਦੇ ਹੁੰਦੇ ਹੋ? ਟਾਈਮ ਐਂਡ ਵਰਕ ਦੇ ਵਿੱਚ ਵੀ ਦੇਖਦੇ ਹੋ, ਚੇਨ ਰੂਲ ਦੇ ਵਿੱਚ ਵੀ ਦੇਖਦੇ ਹੋ। ਸੇਮ ਵਰਕ ਦੇ ਕੇਸ 'ਚ ਕੀ ਹੁੰਦਾ ਹੈ? M1 D1 is equal to M2 D2। ਤਾਂ ਸੇਮ ਵਰਕ ਦੇ ਕੇਸ 'ਚ M1 D1 is equal to M2 D2। ਜੇ ਕਿਤੇ ਵਰਕ ਸੇਮ ਨਾ ਹੁੰਦਾ ਤਾਂ ਡਿਵਾਈਡ ਬਾਈ W1 ਡਿਵਾਈਡ ਬਾਈ W2 ਵੀ ਕਰ ਦਿੰਦੇ, ਪਰ ਵਰਕ ਸੇਮ ਹੈ ਤਾਂ W1 W2 ਦੀ ਕੋਈ ਲੋੜ ਨਹੀਂ ਹੈਗੀ। ਇੱਕ ਕੁਐਸਚਨ ਲੈ ਕੇ ਆਇਆ ਮੈਂ ਜੀ ਚ W1 W2 ਸ਼ਾਇਦ ਲੱਗ ਸਕਦਾ ਹੈਗਾ। ਤਾਂ ਧਿਆਨ ਨਾਲ ਦੇਖੋ, ਤਾਂ M1 D1 ਕੀ ਹੈ? 150 ਜਵਾਕਾਂ ਨੇ ਜਿਹੜਾ ਖਾਣਾ 40 ਦਿਨਾਂ 'ਚ ਖਾਣਾ ਸੀ, ਕਿਉਂਕਿ 45 ਦਿਨ ਦਾ ਖਾਣਾ ਹੈਗਾ, 45 ਦਿਨ ਦਾ ਖਾਣਾ ਹੈ। ਤਾਂ 45 ਦੇ ਵਿੱਚੋਂ 10 ਦਿਨ ਦਾ ਤਾਂ ਨਿਬੜ ਗਿਆ, 35 ਰਹਿ ਗਏ ਨਾ। ਤਾਂ 150 ਬੱਚਿਆਂ ਨੇ ਉਹ ਖਾਣਾ 35 ਦਿਨਾਂ 'ਚ ਖਾਣਾ ਸੀ। ਮੈਂ ਰਿਮੇਨਿੰਗ ਦੀ ਗੱਲ ਕਰ ਰਿਹਾ, ਮੈਂ ਰਿਮੇਨਿੰਗ ਪ੍ਰੋਵੀਜ਼ਨ ਦੀ ਗੱਲ ਕਰ ਰਿਹਾ। ਤਾਂ 45 ਦਿਨਾਂ ਦਾ ਖਾਣਾ ਸੀ ਜਿਹਦੇ ਵਿੱਚੋਂ 10 ਦਿਨ ਤਾਂ ਖਾ ਗਏ ਉਹ, ਤਾਂ ਅਗਲੇ 35 ਦਿਨ ਖਾਣਾ ਸੀ ਉਹਨਾਂ ਨੇ ਹੋਰ। ਤਾਂ 150 ਬੱਚਿਆਂ ਨੇ ਜਿਹੜਾ ਖਾਣਾ 35 ਦਿਨਾਂ 'ਚ ਖਾਣਾ ਸੀ, M1 D1 is equal to 125 ਬੱਚੇ ਉਹੀ ਖਾਣਾ ਹੁਣ ਕਿੰਨੇ ਦਿਨਾਂ 'ਚ ਖਾਣਗੇ? ਤਾਂ M2 into D2। ਤਾਂ ਬੱਚੇ 150 ਤੇ 125 ਕੀ ਹੈ? 25 ਦੇ ਟੇਬਲ 'ਚ 6 ਤੇ 5, 5 ਤੇ 35 ਆ ਗਿਆ 7। ਤਾਂ D2 ਦੀ ਵੈਲਿਊ ਕੀ ਆ ਗਈ? 6 into 7 42 ਡੇਜ਼। ਤਾਂ ਇਹ ਤੋਂ ਸੌਖਾ ਕੋਈ ਤਰੀਕਾ ਨਹੀਂ ਹੈਗਾ ਬੱਚੇ ਇਹਨਾਂ ਕੁਐਸਚਨਸ ਨੂੰ ਕਰਨ ਦਾ। 42 ਦਿਨ ਆਨਸਰ ਹੈ ਇਸ ਕੁਐਸਚਨ ਦਾ। ਕਲੀਅਰ ਹੋ ਗਿਆ ਜੀ ਸਾਰਿਆਂ ਨੂੰ? ਤਾਂ ਸੇਮ ਵਰਕ ਦੇ ਕੇਸ 'ਚ M1 D1 is equal to M2 D2 ਆਪਾਂ ਯੂਜ਼ ਕਰਦੇ ਆ। ਤਾਂ M1 ਕੀ ਸੀ? 150 ਬੱਚੇ। D1 ਕੀ ਸੀ? 45 ਦਿਨਾਂ ਦਾ ਖਾਣਾ ਸੀ ਪਰ 10 ਦਿਨ ਦਾ ਨਿਬੜ ਚੁੱਕਿਆ, 10 ਦਿਨ ਨੂੰ ਨਹੀਂ ਛੇੜਨਾ। ਤਾਂ 35 ਦਿਨ ਰਹਿ ਗਏ। ਤਾਂ 150 ਨੇ ਜਿਹੜਾ 35 ਦਿਨਾਂ 'ਚ ਖਾਣਾ ਸੀ, 150 ਬੱਚੇ ਨੇ ਜਿਹੜਾ 35 ਦਿਨ ਕੰਮ ਕਰਨਾ ਸੀ, ਉਹੀ ਕੰਮ ਹੁਣ 125 ਬੱਚੇ ਕਿੰਨੇ ਦਿਨਾਂ 'ਚ ਕਰਨਗੇ? ਤਾਂ ਉਹ ਆਨਸਰ ਆ ਗਿਆ ਬੱਚੇ ਆਪਣਾ 42 ਡੇਜ਼। ਤਾਂ ਅਗਲਾ ਕੁਐਸਚਨ ਦੇਖੋ, A garrison of 500 men had the food for 27 days। ਕਹਿੰਦੇ ਵੀ 27 ਆਪਣੇ 500 ਬੰਦਿਆਂ ਦੀ ਇੱਕ ਯੂਨਿਟ ਆ, ਉਹਨਾਂ ਦਾ 27 ਦਿਨ ਦਾ ਖਾਣਾ ਪਿਆ ਆਪਣੇ ਕੋਲ। However, after 3 days, a reinforcement of 300 men joined them। ਉਹ ਕਹਿੰਦੇ 500 ਬੰਦਿਆਂ ਦਾ 27 ਦਿਨ ਦਾ ਖਾਣਾ ਸੀ ਆਪਣੇ ਕੋਲ, ਜਿਹੜਾ 500 ਬੰਦਿਆਂ ਨੇ 27 ਦਿਨਾਂ 'ਚ ਖਾਣਾ ਸੀ, 3 ਦਿਨ ਤਾਂ ਖਾਧਾ। 3 ਦਿਨ ਬਾਅਦ 300 ਬੰਦਿਆਂ ਦੀ ਯੂਨਿਟ ਆ ਕੇ ਉਹਨਾਂ 'ਚ ਸ਼ਾਮਲ ਹੋ ਗਈ, ਮਤਲਬ ਜਿਹੜੇ 500 ਸੀ ਉਹ ਹੁਣ 800 ਹੋ ਗਏ। ਤਾਂ ਫੋਰ ਹਾਊ ਮੈਨੀ ਡੇਜ਼ ਵਿਲ ਦਾ ਫੂਡ ਲਾਸਟ ਨਾਓ? ਤਾਂ ਉਹ ਬਚਿਆ ਹੋਇਆ ਖਾਣਾ ਹੁਣ ਕਿੰਨੇ ਦਿਨ ਚੱਲੂਗਾ? ਤਾਂ ਬਚਿਆ ਹੋਇਆ ਖਾਣਾ 27 ਦੇ ਵਿੱਚੋਂ 3 ਦਿਨ ਦਾ ਕੰਮ ਤਾਂ ਹੋ ਗਿਆ, 24 ਦਿਨ ਦਾ ਰਹਿ ਗਿਆ। ਤਾਂ 500 ਸੋਲਜਰ ਹੁੰਦੇ ਤਾਂ ਉਹਨਾਂ ਨੇ 24 ਦਿਨਾਂ 'ਚ ਖਾਣਾ ਸੀਗਾ। ਬੱਚੇ 24 ਦੇ ਵਿੱਚੋਂ 3 ਦਿਨ ਦਾ ਕੰਮ ਤਾਂ ਹੋ ਚੁੱਕਿਆ ਨਾ, 3 ਦਿਨ ਤੋਂ ਬਾਅਦ ਕੋਈ ਗੱਲ ਵਾਪਰੀ ਹੈ ਤਾਂ 3 ਦਿਨ ਨੂੰ ਨਹੀਂ ਛੇੜਨਾ। ਉਸ ਤੋਂ ਬਾਅਦ ਬਚਿਆ ਹੋਇਆ ਦੇਖੋ, 27 ਚੋਂ 3 ਹੋ ਗਏ ਤਾਂ 24 ਦਿਨ ਰਹਿ ਗਏ ਸੀ। ਤਾਂ 500 ਬੰਦਿਆਂ ਨੇ 24 ਦਿਨਾਂ 'ਚ ਜਿਹੜਾ ਖਾਣਾ ਸੀ 800 ਹੋ ਗਏ। 800 ਬੰਦੇ ਉਹੀ ਖਾਣਾ ਕਿੰਨੇ ਦਿਨਾਂ 'ਚ ਖਾਣਗੇ? ਤਾਂ M1 D1 is equal to M2 D2। ਤਾਂ ਬੱਚੇ 00 ਨਾਲ 00 ਕੈਂਸਲ, 8 ਤੇ 24 ਆ ਗਿਆ 3। ਤਾਂ D2 ਦੀ ਵੈਲਿਊ ਆ ਗਈ ਤੁਹਾਡੀ 5 into 3 15 ਡੇਜ਼। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਇੰਨੀ ਆਸਾਨੀ ਨਾਲ ਆ ਜਾਊਗਾ 15 ਡੇਜ਼। ਤਾਂ ਬੱਚੇ ਕਲੀਅਰ ਹੈ ਸਾਰਿਆਂ ਨੂੰ? ਹਾਂਜੀ। ਤਾਂ ਇਹ ਆਪਣੇ ਬੱਚੇ ਇੱਕ ਤਰ੍ਹਾਂ ਦੇ ਕੁਐਸਚਨ ਚੱਲ ਰਹੇ ਨੇ। ਇਹਦੇ ਵਿੱਚ ਮੈਂ ਇੱਕ ਕੁਐਸਚਨ ਦਿਖਾਊਂਗਾ ਜਿਹੜਾ ਇਸ ਤੋਂ ਅਗਲਾ ਕੁਐਸਚਨ ਹੈ, ਜਿਹੜਾ ਇਹਦੇ ਟਾਈਪ ਦਾ ਥੋੜਾ ਜਿਹਾ ਟਿਪੀਕਲ ਕੁਐਸਚਨ ਹੈ। ਮਤਲਬ ਜਿਹੜਾ ਆਪਣਾ ਇੱਥੇ ਮਾਸਟਰ ਕੋਰਸ ਦਾ ਬੈਚ ਚੱਲਦਾ, ਪੇਡ ਬੈਚ ਹੈ ਜਿਹੜਾ, ਜਿਹਦੇ ਵਿੱਚ ਫੁੱਲ ਸਿਲੇਬਸ ਆਪਾਂ ਕਰ ਰਹੇ ਹਾਂ ਪੰਜਾਬ ਦੇ ਪੇਪਰਾਂ ਨੂੰ ਧਿਆਨ 'ਚ ਰੱਖ ਕੇ, ਉਹ ਬੈਚ ਦੇ ਇੱਕ ਸਟੂਡੈਂਟ ਨੇ ਉਹ ਡਾਊਟ ਪੁੱਛਿਆ ਸੀਗਾ। ਤਾਂ ਉਹ ਡਾਊਟ ਮੈਂ ਇਸ ਸ਼ੀਟ ਦੇ ਵਿੱਚ ਸ਼ਾਮਲ ਕੀਤਾ। ਤਾਂ ਬੱਚੇ ਕੁਐਸਚਨ ਦੇਖੋ, ਕੁਐਸਚਨ ਹੈ देयर इज अ सफिशिएंट फूड फॉर 1600 ਸੋਲਜਰਸ ਫॉर 50 ਡੇਜ਼। ਕਹਿੰਦੇ 1600 ਫੌਜੀਆਂ ਦੇ ਲਈ 50 ਦਿਨ ਦਾ ਖਾਣਾ ਸੀ। ਐਂਡ ਈਚ ਸੋਲਜਰ ਈਟਸ 900 ਗ੍ਰਾਮਸ ਪਰ ਡੇ। ਤੇ ਹਰ ਇੱਕ ਸੋਲਜਰ ਕਿਵੇਂ ਖਾ ਰਿਹਾ? 900 ਗ੍ਰਾਮ ਫੂਡ ਖਾ ਰਿਹਾ ਡੇਲੀ। ਆਫਟਰ 40 ਡੇਜ਼, 50 ਦੇ ਵਿੱਚੋਂ 40 ਦਿਨ ਦੀ ਗੱਲ ਨਿਬੜ ਗਈ। 40 ਦਿਨ ਬਾਅਦ 400 soldiers left the campus. Now for how many days will the rest of the food lasted for the rest of the soldiers if each soldier now eats 1000 grams per day? ਤਾਂ ਬੱਚੇ ਇਹ ਆਪਣੇ ਆਪ 'ਚ ਥੋੜਾ ਜਿਹਾ ਇੰਟਰਸਟਿੰਗ ਕੁਐਸਚਨ ਆ ਗਿਆ। ਤਾਂ ਮੈਂ ਉਮੀਦ ਕਰਦਾ, ਮੈਂ ਹੁਣ ਇੱਕ ਗੱਲ ਜਿਹੜੀ ਬੋਲਣ ਲੱਗਿਆ, ਮੈਂ ਉਹਨਾਂ ਬੱਚਿਆਂ ਨੂੰ ਬੋਲਣ ਲੱਗਿਆ ਜਿਨ੍ਹਾਂ ਤੋਂ ਮੈਂ ਉਮੀਦ ਕਰਦਾ ਕਿ ਤੁਸੀਂ ਚੇਨ ਰੂਲ ਪੜ੍ਹਿਆ ਹੋਇਆ। ਤਾਂ ਬੱਚੇ ਚੇਨ ਰੂਲ ਦੇ ਵਿੱਚ ਜਿਹੜੀ ਮੈਂ ਗੱਲ ਹੁਣ ਇੱਕ ਕੁਐਸਚਨ ਪਹਿਲਾਂ ਦੱਸੀ ਸੀ ਕਿ ਚੇਨ ਰੂਲ ਦੇ ਕੇਸ 'ਚ ਜਦੋਂ ਸੇਮ ਵਰਕ ਹੋਵੇ ਤਾਂ ਅਸੀਂ M1 D1 is equal to M2 D2 ਕਰਦੇ ਹਾਂ, ਇਹ ਪੜ੍ਹਿਆ ਹੋਇਆਗਾ। ਫਿਰ ਜਦੋਂ ਵਰਕ ਵੀ ਸੇਮ ਨਾ ਹੋਵੇ ਤਾਂ M1 D1 over W1 is equal to M2 D2 over W2 ਕਰ ਲੈਂਦੇ, ਇਹ ਵੀ ਪੜਿਆ ਹੋਇਆ। ਤਾਂ ਇੱਕ ਕੇਸ ਹੁੰਦਾ ਜਿਹਦੇ ਵਿੱਚ ਵਰਕ ਤਾਂ ਸੇਮ ਹੁੰਦਾ, ਪਰ ਕੁਝ ਬੰਦੇ ਕਿਸੇ ਕੰਮ ਨੂੰ 10 ਦਿਨਾਂ 'ਚ ਕਰਦੇ ਆ, ਵਰਕਿੰਗ 8 ਆਵਰਸ ਪਰ ਡੇ।
ਇੰਨੇ ਬੰਦੇ ਉਹ ਕੰਮ ਕਿੰਨੇ ਦਿਨਾਂ 'ਚ ਕਰਨਗੇ, ਵਰਕਿੰਗ 10 ਆਵਰਸ ਪਰ ਡੇ। ਤਾਂ ਡੇਲੀ ਕਿੰਨੇ ਘੰਟੇ ਕੰਮ ਕੀਤਾ ਜਾਂਦਾ ਉਹ ਵੀ ਨਾਲ ਲਿਖਿਆ ਹੁੰਦਾ, ਤਾਂ ਅਸੀਂ ਉਹ D1 ਦੇ ਨਾਲ H1 ਲਾ ਦਿੰਦੇ ਹਾਂ, D2 ਦੇ ਨਾਲ H2 ਲਾ ਦਿੰਦੇ ਹਾਂ। ਤਾਂ ਜਦੋਂ ਕੰਮ ਇੰਨੇ ਦਿਨਾਂ 'ਚ ਖਤਮ ਕੀਤਾ ਜਾਂਦਾ, ਵਰਕਿੰਗ 8 ਆਵਰਸ ਪਰ ਡੇ, ਦੈਨ ਵਰਕਿੰਗ 9 ਆਵਰਸ ਪਰ ਡੇ, ਤਾਂ ਉੱਥੇ ਕੀ ਹੈ, ਈਟਿੰਗ 900 ਗ੍ਰਾਮਸ ਪਰ ਡੇ, ਈਟਿੰਗ 1000 ਗ੍ਰਾਮਸ ਪਰ ਡੇ। ਤਾਂ ਡੇਲੀ ਕਿੰਨੇ ਘੰਟੇ ਕੰਮ ਕੀਤਾ ਜਾਂਦਾ ਜਾਂ ਡੇਲੀ ਕਿੰਨੇ ਗ੍ਰਾਮ ਖਾਣਾ ਖਾਧਾ ਜਾ ਰਿਹਾ, ਇੱਕੋ ਹੀ ਗੱਲ ਹੈ। M1 D1 ਦੇ ਨਾਲ ਜਿਵੇਂ H1 ਲਾਉਂਦੇ ਹੋ, M2 D2 ਦੇ ਨਾਲ H2 ਲਾਉਂਦੇ ਹੋ, ਇੱਥੇ H1 H2 ਦੀ ਥਾਂ ਤੇ ਤੁਸੀਂ 900 ਤੇ 1000 ਲਾ ਦੇਣਾ ਹੈਗਾ। ਤਾਂ ਬਾਕੀ ਸਾਰਾ ਕੁਐਸਚਨ ਸੇਮ ਹੈ। ਤਾਂ 1600 ਫੌਜੀਆਂ ਨੇ 50 ਦਿਨ ਦਾ ਖਾਣਾ ਖਾਣਾ ਸੀਗਾ। 40 ਦਿਨ ਬਾਅਦ ਕੋਈ ਕਹਾਣੀ ਵਾਪਰੀ, ਮਤਲਬ 40 ਦਿਨਾਂ ਨੂੰ ਅਸੀਂ ਛੇੜਨਾ ਨਹੀਂ, 40 ਦਿਨਾਂ ਬਾਅਦ ਕੋਈ ਭਾਣਾ ਵਰਤ ਰਿਹਾ ਹੈ, 40 ਦਿਨਾਂ ਬਾਅਦ ਕੋਈ ਚੇਂਜ ਆ ਰਿਹਾ, ਤਾਂ 40 ਦਿਨਾਂ ਨੂੰ ਅਸੀਂ ਨਹੀਂ ਛੇੜਨਾ। ਤਾਂ 1600 ਫੌਜੀਆਂ ਨੇ ਅਗਲੇ 10 ਦਿਨ ਹੀ ਰਹਿ ਗਏ ਨਾ, 50 ਚੋਂ 40 ਹੋ ਗਏ, 10 ਦਿਨਾਂ 'ਚ ਰੋਟੀ ਖਾਣੀ ਸੀ ਡੇਲੀ 900 ਗ੍ਰਾਮ ਦੇ ਹਿਸਾਬ ਨਾਲ। ਉਹ ਕਿਹਦੇ ਬਰਾਬਰ ਹੈ, 400 ਛੱਡ ਕੇ ਤਾਂ 1200 ਫੌਜੀ ਰਹਿ ਗਏ। ਐਗਜ਼ਾਮੀਨਰ ਕਹਿੰਦਾ ਕਿੰਨੇ ਦਿਨਾਂ 'ਚ ਖਾਣਾ ਖਾਣਗੇ, ਡੇਲੀ 1000 ਗ੍ਰਾਮ ਦੇ ਹਿਸਾਬ ਨਾਲ। ਤਾਂ ਆਹ ਬੱਚੇ ਕੁਐਸਚਨ ਹੈ ਤੁਹਾਡਾ। ਤਾਂ 900 ਤੇ 1200 ਤੇ 1600 ਕੱਟੋ, 1200 ਤੇ 1600 400 ਦੇ ਟੇਬਲ 'ਚ ਆ ਗਿਆ 4 ਤੇ 3, 00 ਤੇ 00 ਕੱਟ ਦੋ, ਹੋਰ ਕੋਈ 0 ਨਹੀਂ ਬਚੀ ਹੈਗੀ। ਚਲੋ 3 ਤੇ 9 ਕੱਟ ਦੋ, ਇੱਧਰ ਆ ਗਿਆ 3, ਉਧਰ 10 ਬਚ ਗਿਆ, ਆਹ 10 ਤੇ ਆਹ 10 ਕੱਟਿਆ ਗਿਆ, ਤਾਂ ਕੀ ਬਚਿਆ, ਉਧਰ ਕੱਲਾ D2 ਬਚ ਗਿਆ, ਇੱਧਰ 4 × 3 12 ਦਿਨ ਬਚ ਗਿਆ। ਤਾਂ ਇੰਨਾ ਸੌਖਾ ਕੁਐਸਚਨ ਹੈ ਬੱਚੇ, 12 ਦਿਨ। ਦੇਖਾਂਗੇ ਤਾਂ ਦੇਖਣ ਨੂੰ ਸੌਖਾ ਨਹੀਂ ਲੱਗਦਾ, ਪਰ ਜੇ ਸਮਝ ਕੇ ਕਰਾਂਗੇ ਤਾਂ ਇੱਕ ਲਾਈਨ ਦੇ ਵਿੱਚ ਆਨਸਰ ਆ ਗਿਆ ਸਾਡਾ। ਕੱਢਣ ਪਾਉਣ ਨੂੰ ਇਸ ਕੁਐਸਚਨ 'ਚ ਕੁਝ ਨਹੀਂ ਹੈਗਾ, ਪਰ ਜੇ ਕੋਈ ਬੱਚਾ ਇਹ ਸਟੇਟਮੈਂਟ ਪੜੂਗਾ, ਸਟੇਟਮੈਂਟ ਪੜ੍ਹਦਿਆਂ ਲੱਗਦਾ ਕਿ ਇਹ ਤਾਂ ਯਾਰ ਬਹੁਤ ਟਿਪੀਕਲ ਚੀਜ਼ ਆ ਗਈ ਕੋਈ। ਤਾਂ ਇੰਨਾ ਕੁ ਈਜ਼ੀ ਹੈ, ਬਸ ਕਰਨ ਦੇ ਤਰੀਕੇ ਥੋੜ੍ਹੇ ਜਿਹੇ ਸਮਝ ਆਏ ਹੋਣੇ ਚਾਹੀਦੇ ਨੇ, ਬੇਸਿਕ ਕਨਸੈਪਟਸ ਕਲੀਅਰ ਹੋਣੇ ਚਾਹੀਦੇ ਨੇ। ਜੇ ਸਿਲੇਬਸ ਕਰ ਲਿਆ ਤਾਂ ਸਿਲੇਬਸ ਤਿਆਰ ਹੋਣਾ ਚਾਹੀਦਾ, ਉਹਦੀ ਥੋੜ੍ਹੀ ਜਿਹੀ ਰਿਵੀਜ਼ਨ ਕੀਤੀ ਹੋਣੀ ਚਾਹੀਦੀ ਹੈ। ਫਿਰ ਜਿਹੋ ਜਿਹਾ ਮਰਜ਼ੀ ਸਵਾਲ ਆ ਜਾਏ ਪੇਪਰ ਦੇ ਵਿੱਚ, ਸਾਡੇ 20-20 ਸਕਿੰਟ ਲੱਗ ਨਹੀਂ ਰਹੇ। ਮਤਲਬ ਮੈਨੂੰ ਸਮਝਾਉਂਦਿਆਂ ਅੱਧਾ ਮਿੰਟ ਲੱਗ ਰਿਹਾ ਹੈਗਾ, ਜਦੋਂ ਮੈਂ ਕਈ ਚੀਜ਼ਾਂ ਬੋਲ ਕੇ ਲਿਖ ਕੇ ਸਮਝਾਉਣੀਆਂ ਨੇ। ਜੇ ਇਹੀ ਚੀਜ਼ ਜੇ ਮੈਂ ਸਮਝਾਉਣ ਲੱਗਿਆ 30 ਸਕਿੰਟ ਲੈ ਰਿਹਾ, ਤਾਂ ਪੇਪਰ 'ਚ ਕਰਨ ਲੱਗਿਆ 10 ਤੋਂ 12 ਸਕਿੰਟ ਲੱਗਣਗੇ, ਜਾਂ ਮਾਰਕ ਕਰਨ ਸਮੇਤ 15 ਸਕਿੰਟ। ਤਾਂ ਇੰਨੀ ਕੁ ਗੱਲਬਾਤ ਹੈ। ਜਿਹੜੇ ਕੁਐਸਚਨ ਦੇਖਦੇ ਆ ਔਖੇ ਲੱਗਦੇ, ਜਿਹੜੇ ਔਖੇ ਵੀ ਨਹੀਂ ਲੱਗਦੇ, ਉਹਨਾਂ 'ਚ ਤਾਂ ਵੈਸੇ ਹੀ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ, ਉਹ ਤਾਂ ਆਪਣੇ ਉਹੀ 5-5 7-7 ਸਕਿੰਟ ਵਾਲੇ ਕੁਐਸਚਨ ਹੁੰਦੇ ਆ। ਬੱਚੇ ਕਰਦੇ ਜਾਓ। ਅਗਲਾ ਕੁਐਸਚਨ ਦੇਖੋ। ਤਾਂ ਜਿੰਨੇ ਬੱਚੇ ਜੁੜੇ ਹੋਏ ਨੇ ਸੈਸ਼ਨ ਦੇ ਵਿੱਚ, ਮੈਂ ਸਾਰਿਆਂ ਨੂੰ ਫੇਰ ਕਹਿ ਰਿਹਾ, ਸੈਸ਼ਨ ਲਾਈਕ ਤੇ ਸ਼ੇਅਰ ਕਰਦੇ ਜਾਇਆ ਕਰੋ। ਮੈਂ ਇੰਨਾ ਕੁ ਆਪਦੀ ਜ਼ਿੰਮੇਵਾਰੀ ਦੇ ਨਾਲ ਕਰਦੇ ਜਾਇਆ ਕਰੋ। ਕੁਐਸਚਨਸ ਆਪਾਂ ਆਪਣੇ ਐਂਡ ਤੇ ਕਰਦੇ ਜਾਂਦੇ ਹਾਂ। ਅਗਲਾ ਟਾਈਪ ਦੇਖੋ। ਅਗਲਾ ਟਾਈਪ ਬੱਚੇ ਤੁਹਾਡਾ ਸਿੰਪਲ ਕੰਪਾਊਂਡ ਇੰਟਰਸਟ ਦਾ। ਐਗਜ਼ਾਮੀਨਰ ਕਹਿੰਦਾ there is a 60% increase in an amount in 6 years at simple interest। ਐਗਜ਼ਾਮੀਨਰ ਕਹਿੰਦਾ ਕਿਸੇ ਪੈਸੇ ਦੇ ਉੱਤੇ, ਜਿਹੜਾ ਪੈਸਾ ਸਿੰਪਲ ਇੰਟਰਸਟ ਦੇ ਉੱਤੇ ਰੱਖਿਆ ਗਿਆ, ਉਹਦੇ ਵਿੱਚ 6 ਸਾਲਾਂ 'ਚ 60% ਦਾ ਵਾਧਾ ਹੋ ਗਿਆ। ਉਹ ਜਿਹੜਾ ਵਾਧਾ ਹੋਇਆ ਹੈਗਾ, ਕਿਉਂਕਿ ਪੈਸਾ ਇੰਟਰਸਟ ਦੇ ਉੱਤੇ ਰੱਖਿਆ ਹੈ, ਤਾਂ ਉਹ ਇੰਟਰਸਟ ਹੀ ਲੱਗਿਆ ਨਾ, ਜਿਹਨੂੰ ਵਾਧਾ ਕਹਿ ਰਿਹਾ ਵੀ 60% ਦਾ ਇਨਕਰੀਜ਼ ਹੋ ਗਿਆ। ਤਾਂ ਬੱਚੇ ਜੇ 6 ਸਾਲਾਂ 'ਚ 60% ਦਾ ਇਨਕਰੀਜ਼ ਲੱਗਿਆ ਸਿੰਪਲ ਇੰਟਰਸਟ ਦੇ ਕੇਸ 'ਚ, ਜੇ 6 ਸਾਲਾਂ ਦੇ ਵਿੱਚ 60% ਦਾ ਇੰਟਰਸਟ ਲੱਗਿਆ, ਤਾਂ ਸਾਰੇ ਬੱਚਿਆਂ ਨੂੰ ਪਤਾ ਕਿ ਸਿੰਪਲ ਇੰਟਰਸਟ ਤਾਂ ਹਰ ਸਾਲ ਬਰਾਬਰ ਹੁੰਦਾ। ਤਾਂ ਇਹਦਾ ਮਤਲਬ ਹਰ ਇੱਕ ਸਾਲ ਦਾ ਇੰਟਰਸਟ ਕਿੰਨਾ ਹੋਊਗਾ, 10%। ਤਾਂ ਤੁਹਾਡਾ ਰੇਟ ਆਫ ਇੰਟਰਸਟ ਕਿੰਨਾ ਆ ਗਿਆ, ਹਰ ਇੱਕ ਸਾਲ ਦਾ ਇੰਟਰਸਟ, ਮਤਲਬ ਉਹ ਆ ਗਿਆ ਤੁਹਾਡਾ 10% ਪਰ ਐਨਮ। ਤਾਂ ਇਹ ਗੱਲ ਜਿਹੜੀ ਮੈਂ 2 ਲਾਈਨਾਂ 'ਚ ਲਿਖ ਕੇ ਦੱਸਿਆ, ਤੁਹਾਡੇ ਦਿਮਾਗ 'ਚ ਵੈਸੇ ਹੀ ਆ ਜਾਣੀ ਚਾਹੀਦੀ ਹੈ ਕਿ ਸਿੰਪਲ ਇੰਟਰਸਟ ਦੇ ਉੱਤੇ ਪੈਸਾ ਰੱਖਿਆ ਸੀ, ਉਹ 6 ਸਾਲਾਂ 'ਚ 60% ਵੱਧ ਗਿਆ। ਤਾਂ ਜਿਹੜਾ ਵੱਧ ਗਿਆ ਉਹ ਇੰਟਰਸਟ ਲੱਗ ਗਿਆ। ਤਾਂ ਜੇ 6 ਸਾਲਾਂ 'ਚ 60% ਦਾ ਇੰਟਰਸਟ ਹੈ, ਮਤਲਬ ਹਰ ਇੱਕ ਸਾਲ 10%, ਤਾਂ ਰੇਟ ਆ ਗਿਆ 10% ਪਰ ਐਨਮ। ਐਗਜ਼ਾਮੀਨਰ ਕਹਿੰਦਾ ਵਟ ਵਿਲ ਬੀ ਦਾ ਕੰਪਾਊਂਡ ਇੰਟਰਸਟ ਆਫ ਰੁਪੀਜ਼ 12,000 12000 ਪ੍ਰਿੰਸੀਪਲ ਦੇ ਉੱਤੇ ਕੀ ਕੰਪਾਊਂਡ ਇੰਟਰਸਟ ਹੋਊਗਾ ਆਫਟਰ 3 ਇਅਰਸ ਐਟ ਦਾ ਸੇਮ ਰੇਟ। ਉਸੇ ਪੈਸੇ ਦੇ ਉੱਤੇ, ਜੇ ਉਸੇ ਪੈਸੇ ਨਹੀਂ, ਉਸੇ ਰੇਟ ਦੇ ਹਿਸਾਬ ਨਾਲ ਜੇ 12000 ਰੁਪਏ ਦੇ ਉੱਤੇ ਦੇਖੀਏ, ਤਾਂ 3 ਸਾਲਾਂ ਬਾਅਦ ਕੀ ਇੰਟਰਸਟ ਬਣ ਜਾਊਗਾ। ਇੰਟਰਸਟ ਕੈਲਕੂਲੇਟ ਕਰਨਾ, ਤਾਂ ਬੱਚੇ ਇੰਟਰਸਟ ਕਿਵੇਂ ਕੈਲਕੂਲੇਟ ਕਰਦੇ, 12000। ਕੁਝ ਬੱਚਿਆਂ ਨੇ ਤਾਂ 10% ਪਰ ਐਨਮ, ਕੁਝ ਬੱਚਿਆਂ ਨੇ 10% ਪਰ ਐਨਮ ਨੂੰ 3 ਸਾਲਾਂ ਦੇ ਲਈ ਆਪਾਂ ਓਵਰਆਲ 33.1% ਯੂਜ਼ ਕਰਦੇ ਹੁੰਦੇ ਆ। ਇਹ ਵੈਲਿਊ ਯਾਦ ਹੋਣੀ ਆ। ਤਾਂ ਕੁਝ ਬੱਚਿਆਂ ਨੇ ਤਾਂ 12000 ਦਾ 33.1% ਕੱਢ ਲਿਆ ਹੋਣਾ। ਆਨਸਰ ਆ ਜਾਊਗਾ 360 3 39 60 ਤੇ 12 39 72 3972 ਆ ਪਿਆ ਜੀ ਥਰਡ ਆਪਸ਼ਨ। ਕੁਝ ਬੱਚਿਆਂ ਦੀ ਕੈਲਕੂਲੇਸ਼ਨ ਉਧਰੋਂ ਆ ਗਈ ਹੋਣੀ ਹੈ। ਕੁਝ ਬੱਚਿਆਂ ਨੇ ਟਰੀ ਮੈਥਡ ਦੇ ਨਾਲ ਇੰਟਰਸਟ ਕੱਢਣਾ ਸਿੱਖਿਆ ਹੋਣਾ 10%। ਤਾਂ ਪਹਿਲੇ ਸਾਲ 12000 ਦਾ 10% 1200, ਦੂਜੇ ਸਾਲ ਵੀ 1200 ਪਲੱਸ 1200 ਦਾ 10% 120, ਤੀਜੇ ਸਾਲ 1200 ਆ 120 2 ਵਾਰੀ। ਇੰਟਰਸਟ ਕੱਢਣ ਦਾ ਤਰੀਕਾ ਜਿਵੇਂ ਮਰਜ਼ੀ, 120 ਦਾ 10% 12 ਰੁਪਏ। ਤਾਂ 3 ਸਾਲ ਦਾ ਇੰਟਰਸਟ ਕਿੰਨਾ ਆ ਗਿਆ, 12 12 12 3600, 120 3 ਵਾਰੀ 360 39 60 ਤੇ 12 3972 ਰੁਪਏ। ਤਾਂ ਜਿਹੜੇ ਬੱਚਿਆਂ ਨੂੰ ਉਹ ਯਾਦ ਹੈ, ਉਵੇਂ ਜਿਹੜੇ ਬੱਚਿਆਂ ਨੂੰ ਆਹ ਤਰੀਕਾ ਆਉਂਦਾ ਐ 3972 ਰੁਪਏ ਤੁਹਾਡਾ
ਆਨਸਰ ਆ ਗਿਆ। ਤਾਂ ਬੱਚੇ ਇਹ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈ। ਇਹਦੇ ਨਾਲ ਦੇ ਮੈਂ 2-3 ਕੁਐਸਚਨ ਲੈ ਕੇ ਆਇਆ, ਜਿਨ੍ਹਾਂ ਵਿੱਚੋਂ ਇੱਕ ਹੋਰ ਪੁਰਾਣੇ ਪੇਪਰ ਚੋਂ ਹੈ। ਇੱਕ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ, ਜਦੋਂ ਮੈਂ ਬੈਂਕ ਐਸਐਸਸੀ ਵਾਲਿਆਂ ਨੂੰ ਪੜਾਉਂਦਾ ਸੀ, ਇੱਕ ਵਾਰ ਐਸਐਸਸੀ ਦੇ ਪੇਪਰ 'ਚ ਆਇਆ ਹੋਇਆ ਕੁਐਸਚਨ ਸੀਗਾ। ਉਹ ਇਹਨਾਂ ਤੋਂ ਵੱਖਰਾ ਹੈਗਾ, ਬਿਲਕੁਲ ਸਿਮਿਲਰ ਨਹੀਂ ਹੈਗਾ, ਥੋੜਾ ਜਿਹਾ ਅਲੱਗ ਕੁਐਸਚਨ ਹੈ। ਐਸਐਸਸੀ ਸੀਜੀਐਲ ਦੇ ਵਿੱਚ ਜਾਂ 2017 ਜਾਂ 18 ਦੇ ਵਿੱਚ ਆਇਆ ਹੋਇਆ ਕੁਐਸਚਨ ਹੈ। ਉਹ ਇਹ ਤੋਂ ਅਗਲਾ ਇੱਕ ਕੁਐਸਚਨ, ਉਸ ਤੋਂ ਬਾਅਦ ਉਹ ਕਰਾਂਗੇ। ਅਗਲਾ ਕੁਐਸਚਨ ਇਹ ਵੀ ਪੰਜਾਬ ਦੇ ਪੁਰਾਣੇ ਪੇਪਰ 'ਚ ਆਇਆ ਹੋਇਆ। ਇਹ 'ਚ ਕੀ ਹੈ, देयर इज अ 60% ਇਨਕਰੀਜ਼ ਇਨ ਐਨ ਅਮਾਊਂਟ ਇਨ 5 ਇਅਰਸ ਐਟ ਸਿੰਪਲ ਇੰਟਰਸਟ। ਪੈਸਾ ਸਿੰਪਲ ਇੰਟਰਸਟ ਦੇ ਉੱਤੇ ਰੱਖਿਆ ਤਾਂ 5 ਸਾਲਾਂ 'ਚ 60% ਇਨਕਰੀਜ਼ ਕਰ ਗਿਆ। 5 ਸਾਲਾਂ ਦਾ ਇੰਟਰਸਟ 60% ਹੈ, ਤਾਂ ਹਰ ਇੱਕ ਸਾਲ ਦਾ ਇੰਟਰਸਟ ਕਿੰਨਾ ਆ ਗਿਆ ਤੁਹਾਡਾ 12% ਪਰ ਐਨਮ। ਤਾਂ ਬੱਚੇ ਪਿਛਲੇ ਕੁਐਸਚਨ 'ਚ 6 ਸਾਲਾਂ ਦਾ ਇੰਟਰਸਟ 60% ਸੀ, ਤਾਂ 10% ਇੰਟਰਸਟ ਰੇਟ ਆ ਗਿਆ ਸੀ। ਇਹ 'ਚ 5 ਸਾਲਾਂ ਦਾ ਇੰਟਰਸਟ 60% ਤਾਂ 12% ਪਰ ਐਨਮ। ਐਗਜ਼ਾਮੀਨਰ ਕਹਿੰਦਾ ਵਟ ਵਿਲ ਬੀ ਦਾ ਕੰਪਾਊਂਡ ਇੰਟਰਸਟ ਆਫ ₹14,000, ਪ੍ਰਿੰਸੀਪਲ 14,000 ਹੈ, ਆਫਟਰ 3 ਇਅਰਸ ਐਟ ਦਾ ਸੇਮ ਰੇਟ। ਤਾਂ 14,000 ਰੁਪਏ ਦੇ ਉੱਤੇ 12% ਦੇ ਹਿਸਾਬ ਨਾਲ ਇੰਟਰਸਟ ਕੱਢਣਾ ਹੈ। ਤਾਂ ਬੱਚੇ ਜੇ 12% ਦੇ ਹਿਸਾਬ ਨਾਲ ਤੁਸੀਂ 3 ਸਾਲ ਦਾ ਇੰਟਰਸਟ ਕੱਢਣਾ ਹੈ ਤਾਂ ਉਹ ਬਣ ਜਾਂਦਾ ਹੁੰਦਾ ਹੈ 12 12 12 1.44, ਇੱਥੇ 1.44 ਦੋ ਵਾਰੀ, ਇੱਥੇ 1.44 ਦਾ 12% ਕੁਛ ਅੱਧਾ % ਵੀ ਨਹੀਂ ਬਣਨਾ, ਥੋੜਾ ਮਾਮੂਲੀ ਜਿਹਾ ਜੋੜ ਲਿਓ 0 point ਸਮਥਿੰਗ ਇੰਨਾ ਕੁ %। ਤਾਂ ਓਵਰਆਲ ਕਿੰਨਾ ਬਣ ਗਿਆ 12 12 12 36, ਇਹਨੂੰ ਡੇਢ ਮੰਨ ਲਓ, ਰਾਉਂਡ ਆਫ ਡੇਢ 4.5, ਤਾਂ 36 ਤੇ 4.5 ਹੋ ਗਿਆ 40.5, ਥੋੜਾ ਜਿਹਾ ਉੱਤੇ ਤਾਂ ਅਪਰੋਕਸੀਮੇਟਲੀ 41%। ਮੈਂ ਐਗਜ਼ੈਕਟ ਆਨਸਰ ਨਹੀਂ ਕੱਢ ਰਿਹਾ, ਮੈਂ ਦਿਮਾਗ ਦੇ ਵਿੱਚ ਚਲਾ ਰਿਹਾ ਕਿ ਜੇ 12% ਦੇ ਹਿਸਾਬ ਨਾਲ 3 ਸਾਲ ਦਾ ਇੰਟਰਸਟ ਕੱਢਣਾ ਤਾਂ ਉਹ 40% ਤੋਂ ਥੋੜਾ ਜਿਹਾ ਉੱਤੇ, 41 ਨੂੰ ਵੀ ਗੋਲੀ ਮਾਰੋ, 40% ਤੋਂ ਥੋੜਾ ਜਿਹਾ ਉੱਤੇ, ਤਾਂ 14,000 ਦਾ 40% ਕਿੰਨਾ ਹੋ ਜਾਊਗਾ ਬੱਚੇ, 40% ਹੋ ਗਿਆ 4/10, 0 ਨਾਲ 0 ਕੱਟੀ 5600, ਤਾਂ 5600 ਤੋਂ ਥੋੜਾ ਜਿਹਾ ਉੱਤੇ ਆਨਸਰ ਸਿਰਫ ਇੱਕੋ ਹੀ ਆਪਸ਼ਨ ਹੈ, ਚੱਕੋ ਜੀ 5669। ਕੱਢਣ ਪਾਉਣ ਨੂੰ ਕੁਛ ਨਹੀਂ ਹੈਗਾ, ਜਿਹੜੇ ਕੁਐਸਚਨ ਦੀ ਕੈਲਕੂਲੇਸ਼ਨ ਬਹੁਤ ਔਖੀ ਲੱਗਦੀ ਹੈ ਕੈਲਕੂਲੇਸ਼ਨ ਹੀ ਗੋਲੀ ਮਾਰ ਦਿਓ, ਕੈਲਕੂਲੇਸ਼ਨ ਹੀ ਨਹੀਂ ਕਰਦੇ। ਦਿਮਾਗ 'ਚ ਚੱਲਣਾ ਚਾਹੀਦਾ ਹੈਗਾ ਕਿ ਜੇ 12% ਦੇ ਹਿਸਾਬ ਨਾਲ 3 ਸਾਲ ਦਾ ਇੰਟਰਸਟ ਕੱਢਣਾ ਤਾਂ ਉਹ 40% ਤੋਂ ਥੋੜਾ ਜਿਹਾ ਉੱਤੇ ਆ ਰਿਹਾ ਹੈ, ਤਾਂ 40% ਕੱਢ ਲਓ 14,000 ਦਾ ਪ੍ਰਿੰਸੀਪਲ ਦਾ, ਉਹ ਤੋਂ ਥੋੜਾ ਜਿਹਾ ਉੱਤੇ ਆਨਸਰ ਸਿਰਫ ਇੱਕੋ ਹੀ ਆਪਸ਼ਨ ਹੈ, ਬਾਕੀ ਬਹੁਤ ਵੱਡੇ ਆਪਸ਼ਨਸ ਨੇ। ਸੋ ਇਸ ਕਰਕੇ ਇੱਥੋਂ ਹੀ ਕਲੀਅਰ ਹੋ ਜਾਊਗਾ ਕਿ 5669 ਸਾਡਾ ਆਨਸਰ ਹੈ। ਇਹ ਵੀ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈਗਾ। ਪੰਜਾਬ ਦੇ ਪੁਰਾਣੇ ਵੀ ਆ ਜਿਹੜੇ ਪਿਛਲੇ 6-7 ਮਹੀਨਿਆਂ 'ਚ ਹੋਏ ਨੇ, ਮੈਨੂੰ ਯਾਦ ਨਹੀਂ ਹੈਗਾ, ਮੈਂ 2-3 ਪੇਪਰ ਖੋਲ੍ਹੇ ਹੋਏ ਸੀਗੇ। PSSB ਦਾ ਕਲਰਕ ਦਾ ਪੇਪਰ ਖੋਲ੍ਹਿਆ ਹੋਇਆ ਸੀ, ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਖੋਲ੍ਹਿਆ ਹੋਇਆ ਸੀ, ਤੇ ਸ਼ਾਇਦ ਜੇਲ੍ਹ ਵਾਰਡਰ ਦਾ, ਕੋਆਪਰੇਟਿਵ ਇੰਸਪੈਕਟਰ ਕਹਿ ਰਿਹਾ, ਕੋਆਪਰੇਟਿਵ ਬੈਂਕ ਦੇ ਮੈਨੇਜਰ ਦਾ ਪੇਪਰ ਖੋਲ੍ਹਿਆ ਸੀ, ਤੇ ਸ਼ਾਇਦ ਜੇਲ੍ਹ ਵਾਰਡਰ ਦਾ। ਉਹਨਾਂ ਤਿੰਨਾਂ ਪੇਪਰਾਂ 'ਚੋਂ ਕਿਸੇ ਇੱਕ ਪੇਪਰ ਦਾ ਕੁਐਸਚਨ ਇਹ ਤਿੰਨ ਜਿਹੜੇ ਆਪਣੇ 6 ਮਹੀਨੇ ਪਹਿਲਾਂ ਹੋਏ ਨੇ। ਤੇ ਜਿਹੜਾ ਪਿਛਲਾ ਕੁਐਸਚਨ ਇਸ ਤੋਂ ਪਹਿਲਾਂ ਇਹਦੇ ਨਾਲ ਦਾ ਕੀਤਾ ਕੁਐਸਚਨ ਉਹ ਪੁਰਾਣਾ ਕੁਐਸਚਨ ਹੈ। ਤੇ ਅਗਲਾ ਕੁਐਸਚਨ ਜਿਹੜਾ ਮੈਂ ਲੈ ਕੇ ਆਇਆ ਆਪਦੇ ਨਾਲ ਦਾ, ਮਤਲਬ ਆਪਦੇ ਵੱਲੋਂ ਲੈ ਕੇ ਆਇਆ, ਤੇ ਐਸਐਸਸੀ ਦਾ ਸੀਜੀਐਲ ਦਾ ਕੁਐਸਚਨ ਹੈ 2017 ਜਾਂ 18 ਦਾ। ਐਗਜ਼ਾਮੀਨਰ ਕਹਿੰਦਾ ਵਿਦ ਅ ਗਿਵਨ ਰੇਟ ਆਫ ਸਿੰਪਲ ਇੰਟਰਸਟ, ਕਿਸੇ ਰੇਟ ਦੇ ਉੱਤੇ ਦਾ ਰੇਸ਼ੀਓ ਆਫ ਪ੍ਰਿੰਸੀਪਲ ਐਂਡ ਅਮਾਊਂਟ ਫॉर ਅ ਸਰਟਨ ਪੀਰੀਅਡ ਆਫ ਟਾਈਮ ਵੀ ਨਹੀਂ ਦੱਸਿਆ ਕਿੰਨਾ, ਇਜ਼ 4:5। ਐਗਜ਼ਾਮੀਨਰ ਕਹਿੰਦਾ ਕਿਸੇ ਰੇਟ ਆਫ ਇੰਟਰਸਟ ਦੇ ਉੱਤੇ ਜਦੋਂ ਪੈਸਾ ਸਿੰਪਲ ਇੰਟਰਸਟ ਦੇ ਉੱਤੇ ਰੱਖਿਆ ਤਾਂ ਪ੍ਰਿੰਸੀਪਲ ਤੇ ਅਮਾਊਂਟ ਦੀ ਰੇਸ਼ੀਓ 4:5 ਹੈ, ਤੇ ਸਾਨੂੰ ਨਹੀਂ ਪਤਾ ਕਿੰਨੇ ਪੀਰੀਅਡ ਦੀ, ਟਾਈਮ ਨਹੀਂ ਪਤਾ, ਤਾਂ ਪ੍ਰਿੰਸੀਪਲ ਤੇ ਅਮਾਊਂਟ ਦੀ ਰੇਸ਼ੀਓ ਕੀ ਹੈ 4:5 ਐਟ ਸਰਟਨ ਪੀਰੀਅਡ, ਸਾਨੂੰ ਪੀਰੀਅਡ ਨਹੀਂ ਪਤਾ ਕਿਹੜਾ। ਤੇ ਉਹ ਕਹਿੰਦਾ ਆਫਟਰ 3 ਇਅਰਸ, ਜਿਹੜਾ ਵੀ ਪੀਰੀਅਡ ਹੈ ਉਸ ਤੋਂ 3 ਸਾਲ ਬਾਅਦ, ਵਿਦ ਦਾ ਸੇਮ ਰੇਟ ਆਫ ਇੰਟਰਸਟ ਦਾ ਰੇਸ਼ੀਓ ਆਫ ਪ੍ਰਿੰਸੀਪਲ ਐਂਡ ਅਮਾਊਂਟ ਬਿਕਮਸ 5:7। ਤੇ ਉਹ ਕਹਿੰਦਾ 3 ਸਾਲ ਬਾਅਦ ਪ੍ਰਿੰਸੀਪਲ ਤੇ ਅਮਾਊਂਟ ਦੀ ਰੇਸ਼ੀਓ ਕੀ ਬਣ ਗਈ 5:7। ਐਗਜ਼ਾਮੀਨਰ ਕਹਿੰਦਾ ਰੇਟ ਆਫ ਇੰਟਰਸਟ ਦੱਸੋ ਕੀ ਹੋਊਗਾ। ਤਾਂ ਬੱਚੇ ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ, ਈਜ਼ੀ ਕੁਐਸਚਨ ਹੈ, ਪੇਪਰ 'ਚ ਐਸਐਸਸੀ 'ਚ ਖੈਰ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ। ਉਹ ਕਹਿੰਦੇ ਪ੍ਰਿੰਸੀਪਲ ਤੇ ਅਮਾਊਂਟ ਦੀ ਕਿਸੇ ਪੀਰੀਅਡ ਦੀ ਰੇਸ਼ੀਓ 4:5 ਹੈ, ਤੇ ਬਿਲਕੁਲ 3 ਸਾਲ ਬਾਅਦ, ਬਿਲਕੁਲ 3 ਸਾਲ ਬਾਅਦ ਪ੍ਰਿੰਸੀਪਲ ਤੇ ਅਮਾਊਂਟ ਦੀ ਰੇਸ਼ੀਓ 5:7 ਹੋ ਗਈ। ਯਾਰ ਇੱਕ ਗੱਲ ਸਾਰਿਆਂ ਨੂੰ ਕਲੀਅਰ ਹੈ, ਸਿੰਪਲ ਕੰਪਾਊਂਡ ਇੰਟਰਸਟ ਸਭ ਕੁਝ ਤੁਸੀਂ ਪੜਿਆ ਹੋਇਆ, ਇੱਕ ਗੱਲ ਤਾਂ ਸਾਰਿਆਂ ਨੂੰ ਕਲੀਅਰ ਹੈ ਕਿ ਪ੍ਰਿੰਸੀਪਲ ਰੁਪੀਸ ਦੇ ਵਿੱਚ ਜਿੰਨਾ ਮਰਜ਼ੀ ਹੋਵੇ, 2,000 ਹੋਵੇ, 20,000 ਹੋਵੇ, 2.5 ਲੱਖ ਹੋਵੇ, 70 ਰੁਪਏ ਕਿਉਂ ਨਾ ਹੋਵੇ, ਰੁਪੀਸ ਦੇ ਵਿੱਚ ਪ੍ਰਿੰਸੀਪਲ ਜਿੰਨਾ ਮਰਜ਼ੀ ਹੈ, ਪਰਸੈਂਟੇਜ ਦੇ ਵਿੱਚ ਤਾਂ ਹਮੇਸ਼ਾ ਹੀ 100% ਹੁੰਦਾ। ਤਾਂ ਪ੍ਰਿੰਸੀਪਲ ਹੈ ਜਿਹੜਾ ਰੇਸ਼ੀਓ 'ਚ ਜੋ ਮਰਜ਼ੀ ਆ ਰਿਹਾ ਹੈ, ਪਰਸੈਂਟੇਜ 'ਚ ਉਹਨੇ ਹਮੇਸ਼ਾ 100% ਹੋਣਾ। ਤਾਂ ਇਹਦਾ ਮਤਲਬ 4 ਦੀ ਵੈਲਿਊ ਕੀ ਹੈ 100, 4 ਦੀ ਵੈਲਿਊ 100 ਹੈ, 25 ਗੁਣਾ, ਤਾਂ 5 ਦੀ ਵੈਲਿਊ 125, ਤਾਂ ਅਮਾਊਂਟ ਕੀ ਹੈ 125%। ਜੇ ਪ੍ਰਿੰਸੀਪਲ 100% ਤਾਂ ਅਮਾਊਂਟ 125%। 3 ਸਾਲ ਬਾਅਦ ਪ੍ਰਿੰਸੀਪਲ ਤਾਂ ਫਿਰ 100% ਲੈਣਾ, ਤਾਂ 5 ਦੀ ਵੈਲਿਊ 100, 20 ਗੁਣਾ, ਤਾਂ 7 ਦੀ ਵੈਲਿਊ ਵੀ 20 ਗੁਣਾ ਹੋ ਜੂ 140। ਤਾਂ ਬੱਚੇ 3 ਸਾਲਾਂ ਦੇ ਵਿੱਚ ਅਮਾਊਂਟ 125 ਤੋਂ 140 ਤੇ ਪਹੁੰਚ ਗਿਆ, ਤਾਂ ਮਤਲਬ 3 ਸਾਲਾਂ ਦਾ ਇੰਟਰਸਟ ਕਿੰਨਾ ਹੈ 15%। 3 ਸਾਲਾਂ ਦਾ ਇੰਟਰਸਟ ਕਿੰਨਾ ਹੈ 15%। ਤਾਂ ਰੇਟ ਆਫ ਇੰਟਰਸਟ ਪਰ ਐਨਮ ਕੀ ਹੋਊਗਾ
5% ਪਰ ਐਨਮ। ਇਹ ਕੁਐਸਚਨ ਹੈ ਬੱਚੇ ਤੁਹਾਡਾ, ਕਿਉਂਕਿ ਸਿੰਪਲ ਇੰਟਰਸਟ ਦੇ ਕੇਸ 'ਚ ਹਰ ਸਾਲ ਦਾ ਇੰਟਰਸਟ ਬਰਾਬਰ ਹੁੰਦਾ ਹੈ। ਸੋ ਜੇ 3 ਸਾਲਾਂ ਦਾ 15 ਜੁੜਿਆ ਤਾਂ ਹਰ ਸਾਲ 5 ਜੁੜੇ ਹੋਣੇ, 15/3 ਤਾਂ 5% ਪਰ ਐਨਮ ਤੁਹਾਡਾ ਰੇਟ ਆਫ ਇੰਟਰਸਟ ਹੈ। ਸੈਕਿੰਡ ਆਪਸ਼ਨ ਆ ਜੂ ਬੱਚੇ ਇਸ ਕੁਐਸਚਨ ਦਾ। ਇਹ ਮੈਂ ਆਪਣੇ ਵੱਲੋਂ ਲੈ ਕੇ ਆਇਆ ਕੁਐਸਚਨ, ਖੈਰੇ ਵੀ SSC ਦੇ ਵਿੱਚ ਮਤਲਬ ਪੁਰਾਣੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਕੁਐਸਚਨ ਹੈ। ਇਸ ਤੋਂ ਬਾਅਦ ਦੇਖੋ ਬੱਚੇ, ਇਹ ਆ ਗਿਆ ਬੱਚੇ ਆਪਣਾ ਡਿਵੀਜ਼ੀਬਿਲਟੀ ਰੂਲ ਦਾ ਕੁਐਸਚਨ। ਮਤਲਬ ਮੈਂ ਪਿਛਲੀਆਂ ਕਲਾਸਾਂ ਦੇ ਵਿੱਚ 7ਵੀਂ ਜਾਂ 8ਵੀਂ ਕਲਾਸ ਦੇ ਵਿੱਚ, ਅੱਜ 10ਵੀਂ ਕਲਾਸ ਆਪਣੀ, ਉਹਦੇ ਵਿੱਚ ਕਿਹਾ ਸੀ ਕਿ ਨੰਬਰ ਸਿਸਟਮ ਦੇ ਕੁਝ ਟਾਈਪ ਤਾਂ ਆਪਾਂ ਉਹਦੇ ਵਿੱਚ ਕਵਰ ਕਰ ਲਏ ਸੀਗੇ, ਜਿਹਦੇ ਵਿੱਚ ਆਪਾਂ ਮੇਰੇ ਖਿਆਲ ਸਰਡਸ ਐਂਡ ਇੰਡਿਸਿਸ ਦੇ ਵਿੱਚੋਂ ਕੁਝ ਕੁਐਸਚਨ ਕੀਤੇ ਸੀਗੇ, ਤੇ ਸ਼ਾਇਦ ਆਪਣੇ ਐਲਜੈਬਰਿਕ ਐਕਸਪ੍ਰੈਸ਼ਨਸ ਵਾਲੇ ਕੁਐਸਚਨ ਮੈਂ ਪਿਛਲੀ ਕਲਾਸ 'ਚ ਕਰਵਾਏ ਸੀਗੇ। ਤੇ ਉਧਰ ਮੈਂ ਕਿਹਾ ਸੀ ਕਿ 1-1 2-2 ਕਲਾਸਾਂ ਛੱਡ ਕੇ ਆਪਾਂ ਨੰਬਰ ਸਿਸਟਮ ਦੇ ਬਾਕੀ ਟਾਈਪਸ ਵੀ ਕਵਰ ਕਰਦੇ ਜਾਵਾਂਗੇ। ਕਮੈਂਟ ਸੈਕਸ਼ਨ 'ਚ ਇੱਕ ਬੱਚੇ ਨੇ ਕਿਹਾ ਹੋਇਆ ਸੀ ਕਿ LCM HCF ਵਾਲੇ ਕੁਐਸਚਨਸ ਕਵਰ ਕਰਵਾ ਲਓ, ਤਾਂ ਅਗਲੀ ਜਾਂ ਉਸ ਤੋਂ ਅਗਲੀ ਕਲਾਸ ਦੇ ਵਿੱਚ ਮੈਂ LCM HCF ਦੇ ਕੁਐਸਚਨਸ ਵੀ ਕਰਵਾਉਂਗਾ, ਬਾਕੀ ਕੁਝ ਕੁਐਸਚਨਸ ਵੀ ਕਰਵਾਉਂਗਾ, DI ਦੇ ਕੁਝ ਹੋਰ ਕੁਐਸਚਨਸ ਕਵਰ ਕਰਾਂਗੇ। ਨਾਇਬ ਤਹਿਸੀਲਦਾਰ ਦਾ ਪੇਪਰ PPSC ਨੇ ਕੰਡਕਟ ਕਰਨਾ, ਤਾਂ DI ਆਉਣ ਦੇ ਚਾਂਸਿਸ ਨੇ। ਕੋਆਪਰੇਟਿਵ ਇੰਸਪੈਕਟਰ ਦਾ ਆਪਾਂ ਵੈਨ ਡਾਇਗਰਾਮ ਵਾਲਾ ਕੁਐਸਚਨ ਕੀਤਾ ਸੀ, ਉਹ ਵੀ PPSC ਨੇ ਕੰਡਕਟ ਕਰਨਾ। ਨਾਇਬ ਤਹਿਸੀਲਦਾਰ ਦਾ ਵੀ PPSC ਨੇ ਕੰਡਕਟ ਕਰਨਾ ਪੇਪਰ ਦਾ। DI ਦੇ ਵੀ ਆਪਾਂ ਕੁਛ ਨਾ ਕੁਛ ਮਤਲਬ ਸਲਾਈਡਸ ਆਪਾਂ ਕਵਰ ਕਰਦੇ ਜਾਵਾਂਗੇ। ਉਹ ਕਹਿੰਦੇ ਵਿਚ ਡਿਜਿਟਸ ਸ਼ੁੱਡ ਕਮ ਇਨ ਪਲੇਸ ਆਫ ਅਲਫਾ ਐਂਡ ਹੈਸ਼ ਇਫ ਦਾ ਨੰਬਰ 54264 ਅਲਫਾ ਹੈਸ਼ is divisible by alpha ਨਹੀਂ ਹੈਗਾ @ ਹੈ ਸੌਰੀ is divisible by both 8 and 5। ਐਗਜ਼ਾਮੀਨਰ ਕਹਿੰਦਾ ਆ ਜਿਹੜਾ ਨੰਬਰ ਹੈ ਜਿਹਦੇ ਵਿੱਚ ਮੂਰੇ ਤਾਂ ਡਿਜਿਟਸ ਦਿੱਤੇ ਹੋਏ 5 4 2 6 4, ਉਸ ਤੋਂ ਅਗਲਾ ਡਿਜਿਟ ਲਕੋ ਲਿਆ, ਉਹਦੀ ਥਾਂ ਤੇ @ ਲਿਖਤਾ, ਉਸ ਤੋਂ ਅਗਲਾ ਆਖਰੀ ਡਿਜਿਟ ਵੀ ਲਕੋ ਲਿਆ, ਉਹਦੀ ਥਾਂ ਤੇ ਹੈਸ਼ ਲਿਖਤਾ। ਐਗਜ਼ਾਮੀਨਰ ਕਹਿੰਦਾ ਜਿਹੜਾ ਵੀ ਇਹ ਨੰਬਰ ਹੈ ਜਿਹਦੇ ਆਖਰੀ 2 ਡਿਜਿਟ ਲਕੋ ਲਏ, ਉਹ 8 ਤੇ ਵੀ ਡਿਵਾਈਡ ਹੋ ਰਿਹਾ, 5 ਤੇ ਵੀ ਡਿਵਾਈਡ ਹੋ ਰਿਹਾ, ਤਾਂ ਦੱਸੋ ਨੰਬਰ ਕੀ ਹੋਊਗਾ। ਤਾਂ ਬੱਚੇ ਨੰਬਰ 8 ਤੇ 5 ਦੋਨਾਂ ਤੇ ਡਿਵਾਈਡ ਹੋਣ ਦਾ ਮਤਲਬ ਨੰਬਰ 40 ਤੇ ਡਿਵਾਈਡ ਹੋਊਗਾ। ਨੰਬਰ 8 ਤੇ ਵੀ ਡਿਵਾਈਡ ਹੋ ਰਿਹਾ, 5 ਤੇ ਵੀ ਡਿਵਾਈਡ ਹੋ ਰਿਹਾ, ਤਾਂ 8 ਤੇ 5 ਦਾ LCM 40 ਹੋ ਗਿਆ, ਤਾਂ ਨੰਬਰ 40 ਤੇ ਡਿਵਾਈਡ ਹੋਊਗਾ। ਤਾਂ 5 4 2 6 4 ਅੱਗੇ ਆ ਗਿਆ @ ਉਸ ਤੋਂ ਅੱਗੇ ਆ ਗਿਆ ਹੈਸ਼। ਤਾਂ ਐਗਜ਼ਾਮੀਨਰ ਕਹਿੰਦਾ @ ਤੇ ਹੈਸ਼ ਦੀ ਥਾਂ ਤੇ ਕੀ ਆਊਗਾ ਕਿ ਨੰਬਰ 8 ਤੇ ਵੀ ਡਿਵਾਈਡ ਹੁੰਦਾ, 5 ਤੇ ਵੀ ਡਿਵਾਈਡ ਹੁੰਦਾ। ਤਾਂ 8 ਤੇ 5 ਦੋਨਾਂ ਤੇ ਡਿਵਾਈਡ ਹੁੰਦਾ, ਮਤਲਬ ਨੰਬਰ 40 ਤੇ ਡਿਵਾਈਡ ਹੋਊਗਾ ਬੱਚੇ। ਤਾਂ 40 ਤੇ ਡਿਵਾਈਡ ਹੁੰਦਾ ਮਤਲਬ ਅਖੀਰ ਤੇ ਤਾਂ 0 ਆਊਗੀ, ਤਾਂ ਇਹਦੀ ਥਾਂ ਤੇ ਤਾਂ 0 ਕਨਫਰਮ ਹੈ, ਇਹਦੀ ਥਾਂ ਤੇ 0 ਕਨਫਰਮ ਹੈ। ਤਾਂ ਸਿਰਫ ਪਹਿਲਾ ਤੇ ਤੀਜਾ ਆਪਸ਼ਨ ਬਚੇ ਨੇ, ਦੂਜਾ ਵੀ ਗਲਤ ਹੈ, ਚੌਥਾ ਵੀ ਗਲਤ ਹੈ, ਪਿੱਛੇ 5 ਨਹੀਂ ਆ ਸਕਦਾ। 0 ਛੱਡਤੀ ਤਾਂ ਬਾਕੀ 4 ਰਹਿ ਗਿਆ। ਤਾਂ ਆਹ ਸਾਰਾ ਨੰਬਰ ਇੱਥੋਂ ਲੈ ਕੇ @ ਤੱਕ ਇਹ 4 ਤੇ ਡਿਵਾਈਡ ਹੋਣਾ ਚਾਹੀਦਾ। ਤਾਂ ਬੱਚੇ 4 ਤੇ ਕਿਹੜੇ ਨੰਬਰ ਡਿਵਾਈਡ ਹੁੰਦੇ ਨੇ, ਜਿਨ੍ਹਾਂ ਦੇ ਆਖਰੀ 2 ਡਿਜਿਟ 4 ਤੇ ਜਾਂਦੇ ਹੋਣ। ਤਾਂ ਆਖਰੀ 2 ਡਿਜਿਟ 4 ਤੇ ਡਿਵਾਈਡ ਹੋਣੇ ਚਾਹੀਦੇ ਆ। ਤਾਂ 2 ਡਿਜਿਟ ਕਿਹੜੇ ਬਚ ਗਏ, ਇੱਕ 5 ਇੱਕ 4, ਕਿਉਂਕਿ 2 ਹੀ ਆਪਸ਼ਨ ਬਚੇ ਨੇ 5 ਤੇ 4। ਜੇ 4 ਦੇ ਨਾਲ 5 ਹੋਊਗਾ, ਇੱਥੇ ਤਾਂ 0 ਕਨਫਰਮ ਹੋਗੀ। ਜੇ 4 ਦੇ ਨਾਲ 5 ਹੋਊਗਾ, ਉਹ 4 ਤੇ ਡਿਵਾਈਡ ਨਹੀਂ ਹੁੰਦਾ, ਤਾਂ ਆ ਵੀ ਗਲਤ ਹੈ। ਜੇ 4 ਦੇ ਨਾਲ 4 ਹੋਊਗਾ, ਉਹ ਡਿਵਾਈਡ ਹੁੰਦਾ, ਤਾਂ C ਆਪਸ਼ਨ ਬੱਚੇ ਤੁਹਾਡਾ ਆਨਸਰ ਆਏਗਾ। ਤਾਂ ਇਹਦਾ ਆਨਸਰ ਤੁਹਾਡਾ ਕੀ ਆ ਜਾਊਗਾ, C ਆਪਸ਼ਨ। ਕਲੀਅਰ ਹੈ ਬੱਚੇ ਸਾਰਿਆਂ ਨੂੰ। ਤਾਂ ਇੱਥੇ 5 ਨਹੀਂ ਆਊਗਾ, ਇੱਥੇ ਫਸਟ ਆਪਸ਼ਨ ਗਲਤ ਹੈ, ਇੱਥੇ 4 ਆਊਗਾ। ਤਾਂ 4 and 0 C ਆਪਸ਼ਨ ਤੁਹਾਡਾ ਆਨਸਰ ਹੈ। ਇਹ ਪੰਜਾਬ ਦੇ ਪੇਪਰ ਦਾ ਕੁਐਸਚਨ ਹੈ, ਡਿਵੀਜ਼ੀਬਿਲਟੀ ਰੂਲ ਦਾ ਕੁਐਸਚਨ ਹੈ। ਵੈਸੇ ਆਪਾਂ 8 ਤੇ 5 ਦੀ ਡਿਵੀਜ਼ੀਬਿਲਟੀ ਅਲੱਗ-ਅਲੱਗ ਵੀ ਦੇਖ ਸਕਦੇ ਸੀ, 8 ਤੇ 5 ਦੀ ਡਿਵੀਜ਼ੀਬਿਲਟੀ ਅਲੱਗ-ਅਲੱਗ ਵੀ ਦੇਖ ਸਕਦੇ ਸੀ, ਪਰ ਆਪਾਂ 8 ਤੇ 5 ਦਾ LCM ਲੈ ਲਿਆ, ਤਾਂ ਸਿੱਧਾ 40 ਦੀ ਡਿਵੀਜ਼ੀਬਿਲਟੀ ਦੇਖ ਲਈ। 40 ਦੇ ਵਿੱਚੋਂ 0 ਕਨਫਰਮ ਹੈ, ਅਖੀਰ ਤੇ 0 ਹੋਣੀ ਚਾਹੀਦੀ ਹੈ, ਬਾਕੀ 4। ਤਾਂ 0 ਤੋਂ ਬਿਨਾਂ ਅੱਗੇ ਜਿਹੜਾ ਸਾਰਾ ਨੰਬਰ ਹੈ ਉਹ 4 ਤੇ ਡਿਵਾਈਡ ਹੋਣਾ ਚਾਹੀਦਾ। ਤਾਂ 4 ਦੇ ਨਾਲ ਕੀ ਲੱਗੇ, 4 ਦੇ ਨਾਲ ਜਾਂ ਤਾਂ 0 ਹੀ ਲੱਗ ਜੇ, 40 ਉਹ 4 ਤੇ ਡਿਵਾਈਡ ਹੋਊਗਾ, ਜਾਂ 44 ਜਾਂ 48। ਫਿਰ ਕਿਉਂਕਿ ਅੱਗੇ 52 ਪਿੱਛੇ 36 ਸੀ, ਉਹ ਤਾਂ ਆ ਨਹੀਂ ਸਕਦੇ ਕਿਉਂਕਿ 4 ਕਨਫਰਮ ਹੈ। ਤਾਂ 40 44 48, ਤਾਂ 4 ਤੋਂ ਬਾਅਦ ਕੀ 0 4 ਜਾਂ 8, ਤਾਂ 0 4 ਜਾਂ 8 ਚੋਂ ਇੱਕੋ ਹੀ ਆਪਸ਼ਨ ਹੈ 4। ਤਾਂ C ਆਪਸ਼ਨ ਆਨਸਰ ਆ ਜਾਊਗਾ ਬੱਚੇ 4 and 0। ਅਗਲਾ ਕੁਐਸਚਨ ਦੇਖੋ, ਅਗਲਾ ਕਹਿੰਦਾ ਇਫ 10 ਡਿਜਿਟ ਨੰਬਰ, ਆ 10 ਡਿਜਿਟ ਦਾ ਨੰਬਰ ਹੈ, ਇਹ ਨੰਬਰ ਬਾਰੇ ਐਗਜ਼ਾਮੀਨਰ ਕਹਿੰਦਾ ਇਜ਼ ਡਿਵੀਜ਼ੀਬਲ ਬਾਈ 88। ਇਹ ਨੰਬਰ 88 ਤੇ ਡਿਵਾਈਡ ਹੁੰਦਾ। 88 ਤੇ ਡਿਵਾਈਡ ਹੋਣ ਦਾ ਮਤਲਬ 8 ਤੇ ਵੀ ਡਿਵਾਈਡ ਹੁੰਦਾ, 11 ਤੇ ਵੀ ਡਿਵਾਈਡ ਹੁੰਦਾ ਹੈ। ਦੈਨ ਦਾ ਵੈਲਿਊ ਆਫ x + y ਇਜ਼, ਇਹਦੇ ਵਿੱਚ x ਵੀ ਹੈ y ਵੀ ਹੈ। ਤਾਂ ਐਗਜ਼ਾਮੀਨਰ ਕਹਿੰਦਾ x ਤੇ y ਦੀ ਵੈਲਿਊ ਦੱਸੋ। ਤਾਂ ਬੱਚੇ ਨੰਬਰ ਕੀ ਹੈ, 1330x 558y2 558y2। ਤਾਂ ਆ ਬੱਚੇ ਤੁਹਾਡਾ ਨੰਬਰ ਹੈ। ਐਗਜ਼ਾਮੀਨਰ ਕਹਿੰਦਾ ਜਿਹੜਾ 10 ਡਿਜਿਟਸ ਦਾ ਨੰਬਰ ਹੈ ਇਹ 88 ਤੇ ਡਿਵਾਈਡ ਹੁੰਦਾ ਹੈ। 88 ਕਿੱਥੋਂ ਬਣਦਾ ਬੱਚੇ, 8 × 11 ਤੋਂ। ਤਾਂ ਕਹਿਣ ਦਾ ਮਤਲਬ ਇਹ ਨੰਬਰ 8 ਤੇ ਵੀ ਡਿਵਾਈਡ ਹੁੰਦਾ, 11 ਤੇ ਵੀ ਡਿਵਾਈਡ ਹੁੰਦਾ।
ਤਾਂ 8 ਦਾ ਡਿਵੀਜ਼ਿਬਿਲਟੀ ਰੂਲ ਵੀ ਇਹ ਤੇ ਲਾਗੂ ਹੋਊਗਾ, 11 ਦਾ ਵੀ ਲਾਗੂ ਹੋਊਗਾ। 8 ਦਾ ਡਿਵੀਜ਼ਿਬਿਲਟੀ ਰੂਲ ਕੀ ਹੁੰਦਾ? ਆਖਰੀ 3 ਡਿਜਿਟ। 8 ਦਾ ਡਿਵੀਜ਼ਿਬਿਲਟੀ ਰੂਲ ਹੁੰਦਾ ਆਖਰੀ 3 ਡਿਜਿਟ 8 ਤੇ ਡਿਵਾਈਡ ਹੋਣੇ ਚਾਹੀਦੇ ਆ। ਤੇ 11 ਦਾ ਡਿਵੀਜ਼ਿਬਿਲਟੀ ਰੂਲ ਕੀ ਹੁੰਦਾ ਕਿ ਔਡ ਡਿਜਿਟਸ ਨੂੰ ਐਡ ਕਰ ਲਓ, ਈਵਨ ਡਿਜਿਟਸ ਨੂੰ ਐਡ ਕਰ ਲਓ, ਉਹਨਾਂ 'ਚ ਜਾਂ 0 ਦਾ ਡਿਫਰੈਂਸ ਹੋਵੇ ਜਾਂ 11 ਹੋਵੇ ਜਾਂ 22 ਹੋਵੇ, ਇਹੋ ਜਿਹਾ ਕੁਝ ਹੁੰਦਾ ਹੈ। ਤਾਂ ਐਗਜ਼ਾਮੀਨਰ ਕਹਿੰਦਾ ਇਸ ਹਿਸਾਬ ਨਾਲ x ਤੇ y ਦੋਨਾਂ ਦੀਆਂ ਵੈਲਿਊਜ਼ ਫਾਈਂਡ ਕਰੋ ਤੇ x + y ਆਨਸਰ ਕਰੋ। ਤਾਂ ਬੱਚੇ ਆਪਾਂ ਸਭ ਤੋਂ ਪਹਿਲਾਂ 8 ਦਾ ਡਿਵੀਜ਼ਿਬਿਲਟੀ ਰੂਲ ਲਾਉਂਦੇ ਆ, ਕਿਉਂਕਿ ਜੇ 11 ਦਾ ਲਾਵਾਂਗੇ, ਜੇ ਆਪਾਂ 11 ਦਾ ਲਾਵਾਂਗੇ ਤਾਂ ਦੇਖੋ ਕੀ ਬਣਦਾ ਹੈਗਾ। ਆਪਾਂ 11 ਦਾ ਡਿਵੀਜ਼ਿਬਿਲਟੀ ਰੂਲ ਲਾਉਂਦੇ ਆ, 1 + 3 + x + 5 + y। ਤਾਂ 1 + 3 ਹੋ ਗਿਆ 4, x + 5 ਹੋ ਗਿਆ 9 + y। ਤਾਂ 9 + x + y। ਔਡ ਡਿਜਿਟਸ ਤੋਂ ਤਾਂ ਇਹ ਆ ਗਿਆ। ਈਵਨ ਡਿਜਿਟਸ ਤੋਂ ਕੀ ਆ ਜਾਊਗਾ? 3 + 0 + 5 + 8 + 2। ਤਾਂ 8 ਤੇ 2 10 ਤੇ 5 15 ਤੇ 0 15 ਤੇ 3 18। ਇਹ ਆ ਗਿਆ 18। ਤਾਂ ਬੱਚੇ ਔਡ ਡਿਜਿਟਸ ਐਡ ਕਰ ਲਏ ਆਪਾਂ, ਈਵਨ ਡਿਜਿਟਸ ਐਡ ਕਰ ਲਏ ਆਪਾਂ। ਤਾਂ 11 ਦਾ ਡਿਵੀਜ਼ਿਬਿਲਟੀ ਰੂਲ ਕਹਿੰਦਾ ਹੈ, 11 ਦਾ ਡਿਵੀਜ਼ਿਬਿਲਟੀ ਰੂਲ ਕਹਿੰਦਾ ਕਿ ਔਡ ਡਿਜਿਟਸ ਅਲੱਗ ਐਡ ਕਰ ਲਓ, ਈਵਨ ਡਿਜਿਟਸ ਅਲੱਗ ਐਡ ਕਰ ਲਓ। ਉਹਨਾਂ ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ ਜਾਂ ਤਾਂ 0 ਦੇ ਬਰਾਬਰ ਹੋਵੇ ਜਾਂ 11 ਦੇ ਬਰਾਬਰ ਹੋਵੇ ਜਾਂ 22 ਦੇ ਬਰਾਬਰ ਹੋਵੇ ਜਾਂ 33 ਦੇ ਬਰਾਬਰ ਹੋਵੇ। 11 ਦਾ ਕੋਈ ਵੀ ਮਲਟੀਪਲ, ਇੱਥੇ ਜੇ ਕਹਾਣੀ ਮੁੱਕ ਜਾਂਦੀ ਹੈ 0 ਜਾਂ 11 ਤੇ, 22 33 ਤੇ ਤਾਂ ਕਹਾਣੀ ਜਾਂਦੀ ਨਹੀਂ। ਜਾਂ ਤਾਂ ਬਰਾਬਰ ਹੋਣ ਦੋਨੇ ਪਾਸੇ। ਤਾਂ ਬਰਾਬਰ ਹੋਣ ਦਾ ਮਤਲਬ ਇੱਕ ਤਾਂ ਇਹ ਹੋ ਸਕਦਾ ਕਿ ਇਹ 18 ਤਾਂ ਇਹ ਵੀ 18 ਹੋਵੇ। ਇਹ ਵੀ 18 ਕਦੋਂ ਹੋਊਗਾ? ਜਦੋਂ 9 + x + y ਦੀ ਵੈਲਿਊ 18 ਹੋਊਗੀ। ਤਾਂ 9 ਉਧਰ ਮਾਈਨਸ ਹੋਊਗਾ ਤਾਂ x + y ਦੀ ਵੈਲਿਊ 9 ਆ ਗਈ ਤੁਹਾਡੀ। ਇਹੀ ਤੁਹਾਡਾ ਆਨਸਰ, x + y ਹੀ ਪੁੱਛਿਆ ਐਗਜ਼ਾਮੀਨਰ ਨੇ ਤਾਂ 9 ਆ ਗਿਆ। 8 ਦਾ ਡਿਵੀਜ਼ਿਬਿਲਟੀ ਰੂਲ ਲਾਉਣ ਦੀ ਲੋੜ ਹੀ ਨਹੀਂ ਹੈਗੀ, ਕੱਲਾ 11 ਦਾ ਡਿਵੀਜ਼ਿਬਿਲਟੀ ਰੂਲ ਲਾ ਕੇ ਹੀ ਕੰਮ ਸਰ ਗਿਆ ਸਾਡਾ। ਕਿਉਂ ਸਰ ਗਿਆ? 11 ਦਾ ਡਿਵੀਜ਼ਿਬਿਲਟੀ ਰੂਲ ਲਾ ਕੇ ਹੀ ਸਰ ਗਿਆ ਕਿਉਂਕਿ ਜਦੋਂ ਆਪਾਂ ਔਡ ਡਿਜਿਟਸ ਐਡ ਕੀਤੇ, ਮੈਂ ਮਾਰਕਰ ਦਾ ਰੰਗ ਚੇਂਜ ਕਰ ਲਾਂ, ਮੈਂ ਥੋੜਾ ਸੌਖਾ ਸਮਝਾਉਣਾ। ਜਦੋਂ ਆਪਾਂ ਬੱਚੇ, ਹਾਂਜੀ ਦੇਖੋ, ਜਦੋਂ ਆਪਾਂ ਔਡ ਡਿਜਿਟਸ ਐਡ ਕੀਤੇ ਤੇ ਨਾਲ ਆਪਾਂ ਈਵਨ ਡਿਜਿਟਸ ਐਡ ਕੀਤੇ ਤਾਂ x ਤੇ y ਇੱਕੋ ਪਾਸੇ ਆ ਗਏ। x ਤੇ y ਇੱਕੋ ਹੀ ਪਾਸੇ ਆ ਗਏ। ਜੇ ਕਿਤੇ x ਔਡ ਡਿਜਿਟਸ ਦੇ ਵਿੱਚ ਹੁੰਦਾ ਤੇ y ਈਵਨ ਡਿਜਿਟਸ ਦੇ ਵਿੱਚ ਹੁੰਦਾ, x ਇੱਧਰ ਆ ਜਾਂਦਾ, y ਇੱਧਰ ਆ ਜਾਂਦਾ, ਤਾਂ ਡਿਫਰੈਂਸ ਦੇਖਣ ਦਾ ਮਤਲਬ ਮਾਈਨਸ ਕਰਦੇ, ਤਾਂ x - y ਚੋਂ ਕੁਝ ਨਿਕਲ ਆਉਣਾ ਸੀਗਾ। ਆਪਾਂ x + y ਫਾਈਂਡ ਕਰਨਾ ਸੀ। ਤਾਂ x ਤੇ y ਇੱਕੋ ਪਾਸੇ ਹੋਣ ਦਾ ਫਾਇਦਾ ਹੋ ਗਿਆ ਕਿ x + y ਦੀ ਵੈਲਿਊ ਆ ਗਈ। ਤਾਂ ਡਿਫਰੈਂਸ 0 ਹੋਣਾ ਚਾਹੀਦਾ, ਮਤਲਬ ਇਹ 18 ਤਾਂ ਇਹ ਵੀ 18 ਹੋਵੇ ਤਾਂ ਇਹਨੂੰ 18 ਦੇ ਇਕੁਅਲ ਪੁੱਟ ਕੀਤਾ ਤਾਂ x + y ਹੀ ਸਿੱਧਾ ਆ ਗਿਆ। ਜੇ x ਤੇ y ਅਲੱਗ-ਅਲੱਗ ਪਾਸੇ ਹੁੰਦੇ ਫਿਰ ਆਪਾਂ ਨੂੰ 8 ਦਾ ਡਿਵੀਜ਼ਿਬਿਲਟੀ ਰੂਲ ਲਾ ਕੇ ਪਹਿਲਾਂ y ਦੀ ਵੈਲਿਊ ਕੱਢਣੀ ਪੈਂਦੀ, ਫਿਰ y ਦੀ ਵੈਲਿਊ ਆ ਗਈ ਤਾਂ ਫਿਰ 11 ਦਾ ਡਿਵੀਜ਼ਿਬਿਲਟੀ ਰੂਲ ਲਾ ਕੇ x ਨਿਕਲਦਾ, ਫਿਰ x + y ਆਨਸਰ ਕਰਦੇ। ਥੋੜਾ ਜਿਹਾ ਲੈਂਥੀ ਚੱਲ ਜਾਂਦਾ। ਸੋ ਇਸ ਕਰਕੇ ਇੱਥੇ x ਤੇ y ਇੱਕੋ ਪਾਸੇ ਔਡ ਦੇ ਵਿੱਚ ਆਉਣ ਕਰਕੇ ਸਾਡਾ ਸਿੱਧਾ x + y ਛੇਤੀ ਨਿਕਲ ਗਿਆ। 8 ਦਾ ਡਿਵੀਜ਼ਿਬਿਲਟੀ ਰੂਲ ਲਾਉਣ ਦੀ ਲੋੜ ਨਹੀਂ ਪਈ। ਤਾਂ ਅਗਲਾ ਕੁਐਸਚਨ ਦੇਖੋ ਬੱਚੇ, if an 11 digit number 5y5884805x6 is divisible by 72 then find the value of √ of x + y। ਆਪਾਂ √ of x + y ਫਾਈਂਡ ਕਰਨਾ। ਤਾਂ ਬੱਚੇ ਇਹ ਸਾਰਾ ਜਿਹੜਾ ਵੱਡਾ ਨੰਬਰ ਹੈ 72 ਤੇ ਡਿਵਾਈਡ ਹੁੰਦਾ। 72 ਕੀ ਹੁੰਦਾ? 8 × 9 72। ਪਿਛਲੇ ਕੁਐਸਚਨ ਚ ਨੰਬਰ 88 ਤੇ ਡਿਵਾਈਡ ਹੁੰਦਾ ਸੀ। ਤਾਂ 8 × 11, ਤਾਂ 8 ਦਾ ਵੀ ਡਿਵੀਜ਼ਿਬਿਲਟੀ ਰੂਲ ਚੱਲੂਗਾ, 11 ਦਾ ਵੀ ਲਾਗੂ ਹੋਊਗਾ। ਇੱਥੇ 72 ਤੇ ਡਿਵਾਈਡ ਹੁੰਦਾ ਤਾਂ 8 × 9, ਤਾਂ 8 ਦਾ ਵੀ ਡਿਵੀਜ਼ਿਬਿਲਟੀ ਰੂਲ ਲਾਗੂ ਹੋਊਗਾ, 9 ਦਾ ਵੀ ਲਾਗੂ ਹੋਊਗਾ। ਤਾਂ 9 ਦਾ ਤਾਂ ਇਹ ਹੁੰਦਾ ਹੈ ਕਿ ਸਮ ਆਫ ਡਿਜਿਟਸ 9 18 27 36 ਕੁਛ ਐ ਬਣਨਾ ਚਾਹੀਦਾ। ਤਾਂ 5 ਤੇ 5 10। ਹੁਣ ਮੈਂ ਆ ਸਾਰੇ ਦਾ ਸਾਰਾ ਇੱਥੇ ਲਿਖ ਕੇ ਟਾਈਮ ਨਹੀਂ ਵੇਸਟ ਕਰ ਰਿਹਾ, ਪਰ ਲਿਖ ਹੀ ਲੈਂਦੇ ਆ, ਟਾਈਮ ਵੇਸਟ ਕਰ ਹੀ ਲੈਂਦੇ ਆਂਗੇ। ਤੁਸੀਂ ਪੇਪਰ ਦੇ ਵਿੱਚ ਆਦਤ ਨਹੀਂ ਪਾਉਣੀ ਹੈਗੀ ਇਹ ਲਿਖਣ ਦੀ, ਮੈਂ ਇਸ ਕਰਕੇ ਲਿਖਦਾ ਕਿ ਤੁਹਾਨੂੰ ਥੋੜਾ ਸਾਫ਼ ਹੈਂਡ ਰਾਈਟਿੰਗ ਦੇ ਵਿੱਚ ਸਮਝ ਆ ਜੇ। ਹਾਂਜੀ, ਤਾਂ 9 ਦਾ ਡਿਵੀਜ਼ਿਬਿਲਟੀ ਰੂਲ ਕੀ ਹੁੰਦਾ? 8 ਦਾ ਵੀ ਲਾਵਾਂਗੇ। 9 ਦਾ ਡਿਵੀਜ਼ਿਬਿਲਟੀ ਰੂਲ ਹੁੰਦਾ ਵੀ ਸਮ ਆਫ ਡਿਜਿਟਸ ਕੀ ਹੈ? 9 18 27 ਬਣ ਜੇ, ਜਾਂ ਐਂਡ ਸਮ ਹੈ ਜਿਹੜਾ ਉਹ 9 ਬਣ ਜੇ। ਤਾਂ 5 ਤੇ 5 10 ਤੇ 8 18 ਤੇ 8 26 ਤੇ 4 30 ਤੇ 8 38 ਤੇ 5 43 ਤੇ 6 49 49। 49 ਦਾ ਮਤਲਬ 4 + 9 13। 13 ਦਾ ਮਤਲਬ 3 + 1 4। ਤਾਂ ਇਹਨਾਂ ਦਾ ਸਮ ਬਣ ਗਿਆ 4 ਵਿੱਚ x ਤੇ y ਹੈ, ਤਾਂ 4 + x + y ਜਾਂ ਤਾਂ 9 ਬਣ ਜੇ ਜਾਂ 18 ਬਣ ਜੇ, 27 ਵੀ ਬਣ ਸਕਦਾ। ਤਾਂ 4 ਜੇ ਮਾਈਨਸ ਕਰ ਦਾਂਗੇ ਇਧਰੋਂ, ਜੇ 4 ਮਾਈਨਸ ਕਰ ਦਾਂਗੇ ਤਾਂ ਬੱਚੇ x + y ਕਿੰਨਾ ਆ ਜਾਊਗਾ ਤੁਹਾਡਾ? x + y। ਜੇ 4 + x + y 9 18 27 ਹੈ ਤਾਂ 4 ਮਾਈਨਸ ਕਰਕੇ
ਕੱਲਾ x + y ਕੀ ਆ ਜਾਊਗਾ, ਜਾਂ ਤਾਂ 5 ਜਾਂ 14 ਜਾਂ 23, ਕੁਛ ਉਵੇਂ 5 14 23। 23 ਤਾਂ ਦੇਖੋ ਹੋ ਨਹੀਂ ਸਕਦਾ ਕਿਉਂਕਿ x ਤੇ y ਸਿੰਗਲ ਡਿਜਿਟ ਹੀ ਹੋਣਗੇ ਬੱਚੇ, x ਤੇ y ਸਿੰਗਲ ਡਿਜਿਟ ਹੋਣਗੇ ਤਾਂ ਵੱਧ ਤੋਂ ਵੱਧ ਸਿੰਗਲ ਡਿਜਿਟ 9 ਤੇ 9 18 ਹੋ ਸਕਦਾ, ਤਾਂ 23 ਨਹੀਂ ਬਣ ਸਕਦਾ। ਤਾਂ ਤੀਜੀ ਪੋਸੀਬਿਲਿਟੀ ਤਾਂ ਕੱਟੋ, x + y ਦੀ ਵੈਲਿਊ ਹਲੇ x + y ਆਇਆ, ਆਪਾਂ x ਅਲੱਗ y ਅਲੱਗ ਕੱਢ ਕੇ ਮਲਟੀਪਲਾਈ ਕਰਕੇ ਸਕੁਅਰ ਰੂਟ ਫਾਈਂਡ ਕਰਨਾ ਹੈਗਾ। ਤਾਂ ਦੇਖੋ x ਤੇ y ਦੀ ਵੈਲਿਊ ਹਲੇ ਦੇਖਣੀ ਹੈ, ਉਹ ਫਿਰ ਆਪਾਂ 8 ਦਾ ਡਿਵੀਜ਼ਿਬਿਲਟੀ ਰੂਲ ਲਾਵਾਂਗੇ ਆਖਰੀ 3 ਡਿਜਿਟਸ ਦੇ ਉੱਤੇ। ਆਖਰੀ 3 ਡਿਜਿਟਸ ਕੀ ਕਹਿੰਦਾ ਐਗਜ਼ਾਮੀਨਰ, 8 ਤੇ ਡਿਵਾਈਡ ਹੋਣੇ ਚਾਹੀਦੇ ਆ। ਤਾਂ 500 ਸਮਥਿੰਗ ਹੈ, 5 ਬਲੈਂਕ 6, ਤਾਂ 500 ਸਮਥਿੰਗ ਦੇ ਵਿੱਚੋਂ 480 ਮਾਈਨਸ ਕਰ ਦਾਂਗੇ ਤਾਂ ਆਖਰੀ 2 ਡਿਜਿਟ ਹੈ ਜਿਹੜੇ, ਆਖਰੀ 3 ਡਿਜਿਟ ਹੈ ਜਿਹੜੇ 8 ਤੇ ਡਿਵਾਈਡ ਹੋਣੇ ਚਾਹੀਦੇ। ਤਾਂ 480 ਕੱਢਿਆ, 20 ਰਹਿ ਗਿਆ 500 ਤੱਕ, 16 ਕੱਢਿਆ ਤਾਂ 4 ਰਹਿ ਗਿਆ। ਤਾਂ 4 ਤੋਂ ਬਾਅਦ 8 ਜੋੜਿਆ 504, ਹੋਰ 8 ਜੋੜਿਆ 512, ਹੋਰ 8 ਜੋੜਿਆ 520, ਹੋਰ 8 ਜੋੜਿਆ 528, ਹੋਰ 8 ਜੋੜਿਆ 536। ਤਾਂ 536 ਦਾ ਮਤਲਬ x ਦੀ ਵੈਲਿਊ 3 ਹੋ ਸਕਦੀ ਹੈ। ਜੇ x ਦੀ ਵੈਲਿਊ 3 ਹੈ ਤਾਂ y ਦੀ ਵੈਲਿਊ 2 ਹੋ ਗਈ, ਤਾਂ 5 ਬਣ ਜੂ। 14 ਵੇਲੇ x ਦੀ ਵੈਲਿਊ 3 ਹੈ ਤਾਂ y ਦੀ ਵੈਲਿਊ 11 ਨਹੀਂ ਹੋ ਸਕਦੀ ਕਿਉਂਕਿ x 2 ਡਿਜਿਟਸ ਦਾ ਬਣ ਨਹੀਂ ਸਕਦਾ। ਤਾਂ ਬੱਚੇ x ਆ ਗਿਆ 3, y ਆ ਗਿਆ 2, ਆਪਣੇ ਆਪਸ਼ਨ ਗਲਤ ਨੇ ਮੇਰੇ ਖਿਆਲ 'ਚ। ਤਾਂ x ਆ ਗਿਆ 3, y ਆ ਗਿਆ 2, ਤਾਂ ਉਹ ਆ ਗਿਆ 3 × 2 √6 ਆ ਜਾਊਗਾ ਇਸ ਕੁਐਸਚਨ ਦਾ ਆਨਸਰ। ਇਸ ਕੁਐਸਚਨ ਦੇ ਵਿੱਚ ਜੇ ਕਿਸੇ ਬੱਚੇ ਦਾ ਆਨਸਰ ਕੁਝ ਹੋਰ ਆ ਰਿਹਾ, ਮੇਰਾ ਗਲਤ ਹੈ, ਤਾਂ ਮੇਰੀ ਗਲਤੀ ਕਮੈਂਟ ਸੈਕਸ਼ਨ ਦੇ ਵਿੱਚ ਨੋਟ ਕਰਾ ਦਿਓ। ਕਮੈਂਟ ਸੈਕਸ਼ਨ ਦੇ ਵਿੱਚ ਜੇ ਮੇਰੀ ਕਿਤੇ ਗਲਤੀ ਹੋ ਰਹੀ ਹੈ ਨੋਟ ਕਰਾ ਦਿਓ, ਮੈਂ ਅਗਲੀ ਕਲਾਸ ਦੇ ਵਿੱਚ ਕਰੈਕਟ ਕਰਾ ਦੂੰਗਾ। ਪਰ ਮੇਰੇ ਹਿਸਾਬ ਨਾਲ ਮੈਂ ਜੇ ਅੱਧਾ ਕਮੈਂਟ ਲਾ ਕੇ ਰੀਚੈੱਕ ਕਰ ਲਾਂ, 11 ਡਿਜਿਟ ਨੰਬਰ ਆ, ਨੰਬਰ ਡਿਵੀਜ਼ੀਬਲ ਬਾਈ 72, 8 × 9 72 ਹੁੰਦਾ, ਤਾਂ 8 ਦਾ ਵੀ ਲੱਗੂ 9 ਦਾ ਵੀ ਲੱਗੂ। 8 ਦਾ ਇੱਥੇ ਲੱਗਿਆ ਤਾਂ 536 ਆ ਗਿਆ, 536 ਬਿਲਕੁਲ ਠੀਕ ਹੈ। 56 ਹੁੰਦਾ ਹੈਗਾ 480 ਦੇ ਉੱਤੇ, 536 ਤੋਂ ਬਿਨਾਂ ਹੋਰ ਕੀ ਆ ਸਕਦਾ ਹੈਗਾ, 80 ਜੋੜ ਦਿਓ ਨਾ 40 ਜੋੜ ਦਿਓ, 576 ਵੀ ਆ ਸਕਦਾ ਬੱਚੇ, 576 ਵੀ ਆ ਸਕਦਾ। ਤਾਂ x ਦੀ ਵੈਲਿਊ 7 ਹੈ ਤਾਂ y ਦੀ ਵੈਲਿਊ, ਕਿਉਂਕਿ 5 ਤਾਂ ਛੋਟਾ ਰਹਿ ਗਿਆ ਤਾਂ ਆਹ 14 ਗਲਤ ਨਹੀਂ ਹੈਗਾ, ਆਨਸਰ ਆਪਣਾ ਸਹੀ ਆ ਗਿਆ। √6 ਆਪਣਾ ਆਨਸਰ ਨਹੀਂ ਸੀ ਹੈਗਾ। ਦੂਜਾ ਕੇਸ ਇਹ ਹੈ ਕਿ x ਦੀ ਵੈਲਿਊ 7 ਹੋ ਸਕਦੀ ਆ। ਜੇ x ਦੀ ਵੈਲਿਊ 7 ਹੈ ਤਾਂ 5 ਤਾਂ ਛੋਟਾ ਰਹਿ ਗਿਆ, ਤਾਂ 14 ਬਣਾਉਣ ਲਈ y ਦੀ ਵੈਲਿਊ ਵੀ 7 ਹੈ। ਤਾਂ x ਤੇ y ਦੋਨੇ 7 ਨੇ, ਤਾਂ 7 × 7 ਦਾ ਸਕੁਅਰ ਰੂਟ ਕਿੰਨਾ ਹੋ ਗਿਆ, 7 ਆਨਸਰ ਆ ਗਿਆ। ਤਾਂ ਬੱਚੇ C ਆਪਸ਼ਨ ਆਊਗਾ ਇਸ ਕੁਐਸਚਨ ਦਾ ਆਨਸਰ। ਮੈਂ ਇਹਦੇ ਵਿੱਚ ਗਲਤੀ ਕਰ ਰਿਹਾ ਸੀਗਾ, ਮੈਂ x ਦੀ ਵੈਲਿਊ ਕੱਲੀ 3 ਕੰਸੀਡਰ ਕਰ ਲਈ, 7 ਕੰਸੀਡਰ ਨਹੀਂ ਕੀਤੀ। ਤਾਂ x ਦੀ ਵੈਲਿਊ 7, ਤਾਂ x + y 14 ਬਣਾਉਣ ਦਾ ਮਤਲਬ y ਦੀ ਵੈਲਿਊ ਵੀ 7, ਤਾਂ x ਤੇ y 7 ਨੇ, ਤਾਂ 7 × 7 ਦਾ ਸਕੁਅਰ ਰੂਟ ਆਨਸਰ ਵਿਲ ਬੀ 7। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਆਪਣਾ 7 ਆਊਗਾ। ਅਗਲਾ ਕੁਐਸਚਨ ਦੇਖੋ ਜੀ, ਅਗਲਾ ਕੁਐਸਚਨ ਮੇਰੇ ਖਿਆਲ 'ਚ ਆਪਣਾ ਟ੍ਰੇਨਸ ਦਾ ਕੁਐਸਚਨ ਹੈ। ਤਾਂ ਟ੍ਰੇਨਸ ਦੇ ਕੁਐਸਚਨ ਦੇ ਵਿੱਚ ਐਗਜ਼ਾਮੀਨਰ ਕਹਿੰਦਾ ਇੱਕ 150 ਮੀਟਰ ਲੰਬੀ ਟ੍ਰੇਨ ਪਾਸਿਸ ਅ ਕਿਲੋਮੀਟਰ ਸਟੋਨ ਇਨ 30 ਸੈਕਿੰਡਸ। ਕਿਲੋਮੀਟਰ ਸਟੋਨ ਜਿਹਦੇ ਮਤਲਬ ਲਿਖਿਆ ਹੁੰਦਾ ਵੀ ਦਰਾਹਾ ਇੱਥੋਂ ਇੰਨੇ ਕਿਲੋਮੀਟਰ ਦੂਰ ਹੈ, ਲੁਧਿਆਣਾ ਇੱਥੋਂ ਇੰਨੇ ਕਿਲੋਮੀਟਰ ਦੂਰ ਹੈ, ਉਹਨੂੰ ਕਿਲੋਮੀਟਰ ਸਟੋਨ ਕਹਿੰਦੇ ਆ। ਤਾਂ ਚਾਹੇ ਕਿਲੋਮੀਟਰ ਸਟੋਨ ਪਿਆ, ਚਾਹੇ ਕੋਈ ਖੰਭਾ ਲੱਗਿਆ, ਉਹਨਾਂ ਦੀ ਆਪਦੀ ਕੋਈ ਲੰਬਾਈ ਨਹੀਂ ਨਾ ਹੈਗੀ, ਉਹ ਤਾਂ ਇੱਕ ਥਾਂ ਬਸ ਟਿਕੇ ਹੋਏ ਨੇ, ਉਹ ਪੁਆਇੰਟ ਆਬਜੈਕਟ ਆ। ਤਾਂ ਜਦੋਂ ਟ੍ਰੇਨ ਕਿਸੇ ਇਹੋ ਜਿਹੇ ਆਬਜੈਕਟ ਨੂੰ ਕ੍ਰੋਸ ਕਰਦੀ ਹੈ ਜਿਹਦੀ ਆਪਦੀ ਕੋਈ ਲੰਬਾਈ ਨਹੀਂ ਹੈਗੀ, ਤਾਂ ਬੱਚੇ ਉਦੋਂ ਆਪਾਂ ਡਿਸਟੈਂਸ ਕੀ ਲੈਣਾ ਹੁੰਦਾ, ਟ੍ਰੇਨ ਦੀ ਲੈਂਥ ਨੂੰ ਹੀ ਡਿਸਟੈਂਸ ਲੈ ਲੈਂਦੇ ਨੇ। ਤੇ ਟ੍ਰੇਨ ਉਹਨੂੰ 30 ਸਕਿੰਟਾਂ 'ਚ ਕ੍ਰੋਸ ਕਰਦੀ ਹੈ ਤੇ ਉਹਦੀ ਲੈਂਥ ਤਾਂ ਕੋਈ ਹੈ ਨਹੀਂ, ਉਹਦੀ ਮਾਂ ਦੇ ਪੁੱਤ ਦੀ ਕੋਈ ਸਪੀਡ ਵੀ ਨਹੀਂ ਹੈਗੀ ਕਿਉਂਕਿ ਉਹ ਮੂਵ ਥੋੜੀ ਕਰ ਰਿਹਾ, ਖੜਾ ਇੱਕ ਥਾਂ ਤੇ। ਤਾਂ ਟ੍ਰੇਨ ਜਿਹੜੀ ਸਪੀਡ ਤੇ ਆਪ ਭੱਜ ਰਹੀ ਹੈ ਉਹੀ ਸਪੀਡ ਲਵਾਂਗੇ। ਉਹ ਕਹਿੰਦੇ ਉਹੀ ਟ੍ਰੇਨ ਕਿਸੇ ਦੂਜੀ ਟ੍ਰੇਨ ਨੂੰ ਕ੍ਰੋਸ ਕਰਦੀ ਹੈ ਜਿਹਦੀ ਲੈਂਥ ਸੇਮ ਆ 150 ਮੀਟਰ, ਟਰੈਵਲਿੰਗ ਇਨ ਆਪੋਜ਼ਿਟ ਡਾਇਰੈਕਸ਼ਨ, ਉਹਨੂੰ ਟ੍ਰੇਨ 10 ਸਕਿੰਟਾਂ 'ਚ ਕ੍ਰੋਸ ਕਰ ਦਿੰਦੀ ਆ। ਤਾਂ ਦੂਜੀ ਟ੍ਰੇਨ ਦੀ ਸਪੀਡ ਫਾਈਂਡ ਕਰਨੀ ਆ ਬੱਚੇ। ਦੂਜੀ ਟ੍ਰੇਨ ਦੀ ਸਪੀਡ ਫਾਈਂਡ ਕਰਨ ਤੋਂ ਪਹਿਲਾਂ ਪਹਿਲੀ ਟ੍ਰੇਨ ਦੀ ਸਪੀਡ ਵੀ ਹੋਣੀ ਚਾਹੀਦੀ ਹੈ। ਤਾਂ ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇਨਟੂ ਟਾਈਮ। ਡਿਸਟੈਂਸ 150 ਮੀਟਰ, ਕਿਉਂਕਿ ਟ੍ਰੇਨ ਦੀ ਲੈਂਥ 150 ਕਿਲੋਮੀਟਰ, ਸਟੋਨ ਦੀ ਕੋਈ ਲੈਂਥ ਨਹੀਂ ਹੈਗੀ, ਤਾਂ ਡਿਸਟੈਂਸ 150 ਮੀਟਰ ਇਜ਼ ਇਕੁਅਲ ਟੂ ਸਪੀਡ ਇਨਟੂ ਟਾਈਮ। ਟ੍ਰੇਨ ਦੀ ਸਪੀਡ, ਕਿਉਂਕਿ ਉਹਦੀ ਸਪੀਡ ਤਾਂ 0 ਹੈ, ਤਾਂ ਟ੍ਰੇਨ ਦੀ ਸਪੀਡ ਆ ਜੂ ਇਨਟੂ ਟਾਈਮ 30 ਸਕਿੰਟ। ਤਾਂ ਬੱਚੇ ਟ੍ਰੇਨ ਦੀ ਸਪੀਡ ਕਿੰਨੀ ਆ ਗਈ, 5 ਮੀਟਰ ਪਰ ਸੈਕਿੰਡ। 5 ਮੀਟਰ ਪਰ ਸੈਕਿੰਡ ਨੂੰ ਜੇ ਤੁਸੀਂ ਕਿਲੋਮੀਟਰ ਪਰ ਆਵਰ ਦੇ ਵਿੱਚ ਕਨਵਰਟ ਕਰਨਾ ਹੈ, ਕਿਉਂਕਿ ਦੂਜੀ ਟ੍ਰੇਨ ਦੀ ਸਪੀਡ ਆਪਾਂ ਨੂੰ ਕਿਲੋਮੀਟਰ ਪਰ ਆਵਰ ਦੇ ਵਿੱਚ ਗਿਵਨ ਹੈ, ਆਪਣੇ ਸਾਰੇ ਆਪਸ਼ਨ ਕਿਲੋਮੀਟਰ ਪਰ ਆਵਰ 'ਚ ਨੇ, ਤਾਂ ਇਹਨੂੰ ਕਿਲੋਮੀਟਰ ਪਰ ਆਵਰ 'ਚ ਕਨਵਰਟ ਕਰਨ ਲਈ 18/5 ਕਰ ਦਾਂਗੇ। ਤਾਂ ਬੱਚੇ ਇਹਦੀ ਸਪੀਡ ਕਿੰਨੀ ਆ ਗਈ, 18 ਕਿਲੋਮੀਟਰ ਪਰ ਆਵਰ। ਇਹ ਆਪਾਂ ਸਾਈਡ ਤੇ ਲਿਖ ਲਈ। ਫਿਰ ਇਸ ਤੋਂ ਬਾਅਦ ਆਪਣੀ ਟ੍ਰੇਨ ਦੂਜੀ ਟ੍ਰੇਨ ਨੂੰ ਕ੍ਰੋਸ ਕਰਦੀ ਹੈ, ਤਾਂ ਜਦੋਂ ਆਪਣੀ ਟ੍ਰੇਨ ਦੂਜੀ ਟ੍ਰੇਨ ਨੂੰ ਕ੍ਰੋਸ ਕਰਦੀ ਹੈ ਆਫ ਸੇਮ ਲੈਂਥ, ਤਾਂ ਡਿਸਟੈਂਸ ਕਿੰਨਾ ਹੋ ਗਿਆ, 150 + 150 300 ਮੀਟਰ ਇਜ਼ ਇਕੁਅਲ ਟੂ ਸਪੀਡ ਕਿੰਨੀ ਹੋ ਜੂ,
ਬੱਚੇ ਆਪਾਂ ਸਿੱਧਾ ਸਪੀਡ ਹੀ ਕੈਲਕੂਲੇਟ ਕਰ ਲੈਂਦੇ ਡਿਸਟੈਂਸ ਅਪੋਨ ਟਾਈਮ। ਤਾਂ ਇੱਥੇ ਤਾਂ ਕਿਉਂਕਿ ਰਿਲੇਟਿਵ ਨਹੀਂ ਸੀ ਲੱਗਣੀ ਤਾਂ ਐਸ ਲਿਖ ਲਿਆ। ਇੱਥੇ ਆਪਾਂ ਸਪੀਡ ਕੈਲਕੂਲੇਟ ਕਰਦੇ ਆ ਡਿਸਟੈਂਸ ਅਪੋਨ ਟਾਈਮ। ਤਾਂ ਸਪੀਡ ਆਪਣੀ ਟ੍ਰੇਨ ਦੀ ਸਪੀਡ ਤਾਂ ਆਪਾਂ 18 ਕੱਢ ਲਈ, ਦੂਜੀ ਟ੍ਰੇਨ ਦੀ ਸਪੀਡ ਜਿੰਨੀ ਮਰਜ਼ੀ ਆਪੋਜ਼ਿਟ ਡਾਇਰੈਕਸ਼ਨ 'ਚ ਹੈ ਤਾਂ ਰਿਲੇਟਿਵ ਸਪੀਡ ਐਡ ਹੋ ਕੇ ਆਊਗੀ। ਤਾਂ 18 + S 18 + S ਹੋਗੀ ਰਿਲੇਟਿਵ ਸਪੀਡ। ਕਿਹਦੇ ਬਰਾਬਰ ਹੈ? ਡਿਸਟੈਂਸ ਅਪੋਨ ਟਾਈਮ। ਤਾਂ ਬੱਚੇ ਤੁਹਾਡਾ ਡਿਸਟੈਂਸ ਕਿੰਨਾ? 150 ਤੇ 150 300 ਮੀਟਰ ਅਪੋਨ ਟਾਈਮ ਉਹਨੂੰ 10 ਸਕਿੰਟਾਂ 'ਚ ਕ੍ਰੋਸ ਕਰਦੀ ਹੈ। ਤਾਂ ਧਿਆਨ ਨਾਲ ਦੇਖੋ ਇੱਧਰ ਸਪੀਡ ਹੈ ਜਿਹੜੀ ਉਹ ਕਿਲੋਮੀਟਰ ਪਰ ਆਵਰ 'ਚ ਹੈ, 18 ਵੀ ਕਿਲੋਮੀਟਰ ਪਰ ਆਵਰ 'ਚ, ਜਿਹੜੀ S ਫਾਈਂਡ ਕਰਨੀ ਉਹ ਵੀ ਕਿਲੋਮੀਟਰ ਪਰ ਆਵਰ 'ਚ ਹੈ। ਤਾਂ ਪੂਰੀ ਸਪੀਡ ਕਿਲੋਮੀਟਰ ਪਰ ਆਵਰ 'ਚ ਹੈ, ਤਾਂ ਡਿਸਟੈਂਸ ਮੀਟਰਾਂ 'ਚ ਹੈ, ਟਾਈਮ ਸਕਿੰਟਾਂ 'ਚ ਹੈ। ਤਾਂ ਇਹ ਮੀਟਰ ਪਰ ਸੈਕਿੰਡ ਬਣ ਰਿਹਾ, ਤਾਂ ਇਹਨੂੰ ਕਿਲੋਮੀਟਰ ਪਰ ਆਵਰ ਬਣਾਉਣ ਲਈ 18/5 ਤਾਂ 0 ਨਾਲ 0 ਕੈਂਸਲ, 5 ਤੇ 30 ਕੱਟਿਆ 6, 18 ਗੁਣਾ 6 ਆ ਗਿਆ 108। ਤਾਂ 18 + S = 108। ਤਾਂ S ਦੀ ਵੈਲਿਊ ਕਿੰਨੀ ਆ ਗਈ ਬੱਚੇ ਤੁਹਾਡੀ? 90 ਕਿਲੋਮੀਟਰਸ ਪਰ ਆਵਰ। ਤਾਂ ਥਰਡ ਆਪਸ਼ਨ ਆ ਗਿਆ ਇਸ ਕੁਐਸਚਨ ਦਾ 90 ਕਿਲੋਮੀਟਰਸ ਪਰ ਆਵਰ। ਪਹਿਲਾਂ ਆਪਣੀ ਟ੍ਰੇਨ ਕਿਲੋਮੀਟਰ ਸਟੋਨ ਨੂੰ ਕ੍ਰੋਸ ਕਰਦੀ ਹੈ ਤਾਂ ਉੱਥੇ ਆਪਾਂ ਨੂੰ ਡਿਸਟੈਂਸ ਗਿਵਨ ਹੈ, ਟ੍ਰੇਨ ਦੀ ਲੈਂਥ ਹੀ ਡਿਸਟੈਂਸ ਹੋ ਜੂ, ਟਾਈਮ ਦਿੱਤਾ ਹੋਇਆ ਤਾਂ ਸਪੀਡ ਨਿਕਲਿਓ, ਟ੍ਰੇਨ ਦੀ ਸਪੀਡ ਨਿਕਲੀ। ਫਿਰ ਉਹ ਟ੍ਰੇਨ ਦੂਜੀ ਟ੍ਰੇਨ ਨੂੰ ਕ੍ਰੋਸ ਕਰਦੀ ਹੈ ਜੋ ਕਿ ਆਪੋਜ਼ਿਟ ਡਾਇਰੈਕਸ਼ਨ 'ਚ ਜਾਂਦੀ ਹੈ। ਆਪੋਜ਼ਿਟ ਡਾਇਰੈਕਸ਼ਨ ਕਰਕੇ ਰਿਲੇਟਿਵ ਸਪੀਡ ਕੀ ਆ ਗਈ? S1 + S2 ਦੋਨਾਂ ਸਪੀਡਸ ਨੂੰ ਐਡ ਕਰਕੇ ਉਹ ਕਿਹਦੇ ਬਰਾਬਰ? ਡਿਸਟੈਂਸ ਅਪੋਨ ਟਾਈਮ। ਡਿਸਟੈਂਸ ਦੋਨਾਂ ਦੀ ਲੈਂਥ 300 ਅਪੋਨ ਟਾਈਮ ਗਿਵਨ ਹੈ 10 ਸਕਿੰਟ। ਤਾਂ ਇਹ ਮੀਟਰ ਪਰ ਸੈਕਿੰਡ 'ਚ ਹੈ ਤਾਂ ਉਹਨੂੰ 18/5 ਕਰਤਾ, ਕਿਉਂਕਿ ਇੱਧਰ ਕਿਲੋਮੀਟਰ ਪਰ ਆਵਰ 'ਚ ਹੈ ਤਾਂ ਇੱਧਰ ਵੀ ਕਿਲੋਮੀਟਰ ਪਰ ਆਵਰ ਬਣਾਤਾ, ਤਾਂ ਉਹ ਆ ਗਿਆ 108। 18 ਮਾਈਨਸ ਹੋ ਜੂ ਤਾਂ S ਦੀ ਵੈਲਿਊ 90 ਕਿਲੋਮੀਟਰਸ ਪਰ ਆਵਰ। ਤਾਂ ਇਸ ਕੁਐਸਚਨ ਦਾ ਆਂਸਰ ਬੱਚੇ 90। ਅਗਲਾ ਕੁਐਸਚਨ ਦੇਖੋ ਟ੍ਰੇਨਸ ਵਾਲਾ। A passenger train running at the speed of 80 kilometers per hour leaves the railway station 6 hours after a goods train। ਉਹ ਕਹਿੰਦੇ ਇੱਕ ਪੈਸੇਂਜਰ ਟ੍ਰੇਨ ਹੈ 80 ਦੀ ਸਪੀਡ ਤੇ ਭੱਜ ਰਹੀ ਹੈ, ਉਹ ਸਟੇਸ਼ਨ ਤੋਂ ਕਦੋਂ ਤੁਰੀ? ਇੱਕ ਮਾਲ ਗੱਡੀ ਤੋਂ 6 ਘੰਟੇ ਬਾਅਦ। leaves the railway station 6 hours after a goods train leaves and overtakes it in 4 hours। ਤੇ ਉਹ ਮਾਲ ਗੱਡੀ ਨੂੰ 4 ਘੰਟਿਆਂ ਦੇ ਵਿੱਚ ਓਵਰਟੇਕ ਕਰ ਜਾਂਦੀ ਆ। ਤਾਂ ਆਹ ਮੰਨ ਲਓ ਰੇਲਵੇ ਸਟੇਸ਼ਨ ਆ, ਇੱਥੋਂ ਪਹਿਲਾਂ ਮਾਲ ਗੱਡੀ ਚੱਲੀ 6 ਘੰਟੇ ਬਾਅਦ ਇੱਥੇ ਕਿਤੇ ਪਹੁੰਚੀ ਹੋਣੀ ਹੈ, ਉਦੋਂ ਗੁੱਡਸ ਟ੍ਰੇਨ ਵੀ ਚੱਲ ਪਈ, ਸੌਰੀ ਪੈਸੇਂਜਰ ਟ੍ਰੇਨ ਵੀ ਚੱਲ ਪਈ। ਤਾਂ ਮਾਲ ਗੱਡੀ ਇੱਥੇ ਕਿਤੇ ਪਹੁੰਚ ਗਈ, ਆਹ ਗੁੱਡਸ ਟ੍ਰੇਨ ਹੈ, ਆਹ ਪੈਸੇਂਜਰ ਟ੍ਰੇਨ ਹੈ। ਪੈਸੇਂਜਰ ਟ੍ਰੇਨ ਜਿਹੜੀ 80 ਦੀ ਸਪੀਡ ਤੇ ਜਾ ਰਹੀ ਹੈ ਉਹ ਪਹਿਲਾਂ ਤਾਂ 6 ਘੰਟੇ ਬਾਅਦ ਚੱਲਦੀ ਹੈ, 6 ਘੰਟੇ ਦਾ ਉਹਨੂੰ ਬੈਨੀਫਿਟ ਮਿਲ ਗਿਆ, ਫਿਰ 4 ਘੰਟੇ ਦੇ ਵਿੱਚ ਉਹ ਉਹਨੂੰ ਓਵਰਟੇਕ ਕਰ ਲੈਂਦੀ ਹੈ। ਕਹਿਣ ਦਾ ਮਤਲਬ ਪੈਸੇਂਜਰ ਟ੍ਰੇਨ ਤਾਂ ਬੱਚੇ 4 ਘੰਟੇ ਭੱਜ ਰਹੀ ਹੈ, ਚੱਲਣ ਤੋਂ 4 ਘੰਟੇ ਬਾਅਦ ਓਵਰਟੇਕ ਕਰ ਲਿਆ। ਪਰ ਗੁੱਡਸ ਟ੍ਰੇਨ ਕਿੰਨਾ ਟਾਈਮ ਭੱਜੀ? ਗੁੱਡਸ ਟ੍ਰੇਨ 6 ਘੰਟੇ ਤਾਂ ਪਹਿਲਾਂ, ਫਿਰ 4 ਘੰਟੇ 'ਚ ਜਿਹੜਾ ਇਹਨੇ ਓਵਰਟੇਕ ਕਰਨਾ ਉਹ 4 ਘੰਟੇ ਵੀ ਭੱਜੀ। ਤਾਂ ਜਿੰਨਾ ਵੀ ਆਹ ਡਿਸਟੈਂਸ ਹੈ, ਇਹ ਡਿਸਟੈਂਸ ਗੁੱਡਸ ਟ੍ਰੇਨ 10 ਘੰਟੇ 'ਚ ਕਵਰ ਕਰਦੀ ਹੈ ਤੇ ਪੈਸੇਂਜਰ ਟ੍ਰੇਨ 4 ਘੰਟਿਆਂ 'ਚ ਹੀ ਕਵਰ ਕਰ ਜਾਂਦੀ ਹੈ। ਤਾਂ ਡਿਸਟੈਂਸ ਬਰਾਬਰ ਹੈ, ਮਤਲਬ ਦੋਨਾਂ ਦਾ ਸਪੀਡ ਇਨਟੂ ਟਾਈਮ ਬਰਾਬਰ। ਤਾਂ ਸਪੀਡ ਇਨਟੂ ਟਾਈਮ 80 ਦੀ ਸਪੀਡ ਟਾਈਮ 4 ਘੰਟੇ ਇਜ਼ ਇਕੁਅਲ ਟੂ S ਸਪੀਡ ਇਨਟੂ ਟਾਈਮ 10 ਘੰਟੇ। 0 ਨਾਲ 0 ਕੈਂਸਲ, S ਦੀ ਵੈਲਿਊ ਆ ਗਈ 32 ਕਿਲੋਮੀਟਰ ਪਰ ਆਵਰ। ਤਾਂ ਬੱਚੇ ਸਮਝ ਆ ਗਿਆ ਗੁੱਡਸ ਟ੍ਰੇਨ ਦੀ ਸਪੀਡ ਕਿੰਨੀ ਆ ਗਈ? ਵਟ ਇਜ਼ ਦਾ ਸਪੀਡ ਆਫ ਅ ਗੁੱਡਸ ਟ੍ਰੇਨ? 32 ਕਿਲੋਮੀਟਰਸ ਪਰ ਆਵਰ। ਕਿਉਂਕਿ ਦੋਨੇ ਟ੍ਰੇਨਾਂ ਚੱਲੀਆਂ ਰੇਲਵੇ ਸਟੇਸ਼ਨ ਤੋਂ, ਦੋਨੇ ਟ੍ਰੇਨਾਂ ਜਦੋਂ ਓਵਰਟੇਕ ਕਰ ਰਹੀ ਆ ਇਕੱਠੀਆਂ ਹੀ ਖੜੀਆਂ ਨੇ, ਇੱਕੋ ਥਾਂ ਤੋਂ ਚੱਲੀਆਂ ਇੱਕੋ ਹੀ ਥਾਂ ਤੇ ਖੜੀਆਂ ਨੇ, ਮਤਲਬ ਦੋਨਾਂ ਦਾ ਡਿਸਟੈਂਸ ਬਰਾਬਰ ਹੈ। ਤਾਂ ਪਹਿਲੀ ਦਾ ਡਿਸਟੈਂਸ ਹੁੰਦਾ ਸਪੀਡ ਇਨਟੂ ਟਾਈਮ। ਤਾਂ ਪਹਿਲੀ ਦੀ ਸਪੀਡ 80 ਇਨਟੂ ਟਾਈਮ ਕੀ ਹੈ? ਉਹ 4 ਘੰਟਿਆਂ 'ਚ ਓਵਰਟੇਕ ਕਰ ਜਾਂਦੀ ਹੈ। ਤਾਂ ਸਪੀਡ ਇਨਟੂ ਟਾਈਮ। ਦੂਜੀ ਦੀ ਸਪੀਡ S, ਟਾਈਮ ਕਿੰਨਾ? 6 ਘੰਟੇ ਪਹਿਲਾਂ ਚੱਲੀ, 4 ਘੰਟੇ 'ਚ ਉਹਨੇ ਮਗਰਲੀ ਨੇ ਓਵਰਟੇਕ ਕਰਨਾ, ਤਾਂ 4 ਘੰਟੇ ਹੋਰ ਚੱਲੀ ਤਾਂ 10 ਘੰਟੇ ਚੱਲੀ। ਤਾਂ ਜਿਹੜਾ ਡਿਸਟੈਂਸ 80 ਦੀ ਸਪੀਡ ਤੇ ਉਹਨੇ 4 ਘੰਟੇ 'ਚ ਕਵਰ ਕੀਤਾ, ਉਹਨੇ ਉਹ 10 ਘੰਟੇ 'ਚ ਕਵਰ ਕੀਤਾ। ਤਾਂ S ਇਨਟੂ 10, S ਦੀ ਵੈਲਿਊ ਆ ਗਈ 32 ਕਿਲੋਮੀਟਰ ਪਰ ਆਵਰ। ਫਸਟ ਆਪਸ਼ਨ ਬੱਚੇ ਸਾਡਾ। ਤਾਂ ਇਹ ਆਪਣੇ ਪੁਰਾਣੇ ਪੇਪਰ ਤੇ ਕੁਐਸਚਨ ਚੱਲ ਰਹੇ ਨੇ। ਇਹ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ, ਪਤਾ ਨਹੀਂ ਇਹ ਵੀ ਪੁਰਾਣੇ ਪੇਪਰ ਦਾ ਮੈਨੂੰ ਯਾਦ ਨਹੀਂ ਹੈਗਾ। 2 trains 180 ਮੀਟਰ ਐਂਡ 120 ਮੀਟਰ ਇਨ ਲੈਂਥ ਆਰ ਰਨਿੰਗ ਟੁਵਰਡਸ ਈਚ ਅਦਰ, ਮਤਲਬ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਔਨ ਪੈਰਲਲ ਟਰੈਕਸ, ਵਨ ਐਟ ਦਾ ਰੇਟ ਆਫ 65 ਕਿਲੋਮੀਟਰ ਪਰ ਆਵਰ ਤੇ ਦੂਜੀ ਦੀ ਸਪੀਡ 55। ਇਨ ਹਾਊ ਮੈਨੀ ਸੈਕਿੰਡਸ ਵਿਲ ਦੇ ਵੀ ਕਲੀਅਰ ਆਫ ਈਚ ਅਦਰ ਫਰੋਮ ਦਾ ਮੂਮੈਂਟ ਦੇ ਮੀਟ। ਐਗਜ਼ਾਮੀਨਰ ਕਹਿੰਦਾ ਦੋਨੇ ਟ੍ਰੇਨਾਂ ਇੱਕ ਦੂਜੇ ਨੂੰ ਕਿੰਨੇ ਟਾਈਮ 'ਚ ਕ੍ਰਾਸ ਕਰ ਜਾਣਗੀਆਂ। ਤਾਂ ਬੱਚੇ ਇੱਕ ਟ੍ਰੇਨ ਮੈਂ ਡਾਇਆਗ੍ਰਾਮ ਜੀ ਬਣਾ ਕੇ ਦਿਖਾ ਦਿੰਦਾ। ਇੱਕ ਟ੍ਰੇਨ 65 ਦੀ ਸਪੀਡ ਤੇ ਭੱਜ ਰਹੀ ਹੈ, ਉਹਦੀ ਲੈਂਥ ਹੈ 180 ਮੀਟਰ। ਦੂਜੀ ਟ੍ਰੇਨ 55 ਦੀ ਸਪੀਡ ਤੇ ਟੁਵਰਡਸ ਈਚ ਅਦਰ ਦਾ ਮਤਲਬ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਉਹਦੀ ਲੈਂਥ ਹੈ 120 ਮੀਟਰ।
ਤਾਂ ਐਗਜ਼ਾਮੀਨਰ ਕਹਿੰਦਾ ਇਸ ਤਰ੍ਹਾਂ ਜਦੋਂ ਦੋਨਾਂ ਟ੍ਰੇਨਾਂ ਨੇ ਇੱਕ ਦੂਜੇ ਨੂੰ ਕ੍ਰਾਸ ਕਰਨਾ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਪੂਰਾ ਕ੍ਰਾਸ ਕਰਨ ਤੱਕ ਕਿੰਨਾ ਸਮਾਂ ਲੱਗੂ। ਤਾਂ ਆਪਾਂ ਟਾਈਮ ਫਾਈਂਡ ਕਰਨਾ ਬੱਚੇ, ਟਾਈਮ ਹੁੰਦਾ ਡਿਸਟੈਂਸ ਅਪੋਨ ਸਪੀਡ। ਤਾਂ ਡਿਸਟੈਂਸ ਕੀ ਹੈ, ਦੋਨਾਂ ਦੀ ਲੈਂਥ 300 ਮੀਟਰ। टाइम साडा बच्चे सकिंटां च है, सारे ऑप्शन सकिंटां च ने। डिस्टेंस साडा मीटरां च है, तो स्पीड साडी मीटर पर सैकेंड होनी चाहिए। स्पीड कितनी है, रैलेटिव कड्डांगे 65 ते 55 की 120 किलोमीटर पर आवर, पर मीटर पर सैकेंड च कन्वर्ट करने लई 5/18। तो 5/18 क्योंकि स्पीड डिनोमीनेटर च, तो 5 तो डिनोमीनेटर च 18 छाल मार के उत्ते चल जूगा। तो बच्चे 30 के टेबल च थल्ले 4 उपर 10 आ गया। 4 × 5 20 है, 10 1 20 2 2 ਤੇ 18 9। ਤਾਂ ਟਾਈਮ ਕਿੰਨਾ ਲੱਗਿਆ 9 ਸਕਿੰਟ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ 9 ਸਕਿੰਟ ਆ ਜਾਊਗਾ ਜੀ। ਇਹ ਕੁਐਸਚਨ ਹੈ। ਤਾਂ ਟਾਈਮ ਆਪਣੇ ਟ੍ਰੇਨਸ ਵਾਲੇ ਜਿੰਨੇ ਵੀ ਕੁਐਸਚਨ ਨੇ ਸਾਰੇ ਦੇ ਸਾਰੇ ਕਾਹਦੇ ਤੇ ਚੱਲ ਰਹੇ ਨੇ, ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇਨਟੂ ਟਾਈਮ। ਡਿਸਟੈਂਸ ਆਪਣੀ ਟ੍ਰੇਨ ਦੀ ਲੈਂਥ ਪਲੱਸ ਦੂਜਾ ਜਿਹੜਾ ਵੀ ਆਬਜੈਕਟ ਆ ਉਹਦੀ ਲੈਂਥ। ਜੇ ਉਹਦੀ ਕੋਈ ਲੈਂਥ ਨਹੀਂ ਤਾਂ ਆਪਣੀ ਟ੍ਰੇਨ ਦੀ ਲੈਂਥ ਹੀ ਡਿਸਟੈਂਸ। ਜੇ ਉਹਦੀ ਵੀ ਕੋਈ ਲੈਂਥ ਹੈ ਤਾਂ ਦੋਨਾਂ ਦੀ ਐਡ ਕਰਕੇ ਉਹ ਡਿਸਟੈਂਸ। ਟਾਈਮ ਜਿੰਨੇ ਚ ਕ੍ਰਾਸ ਕੀਤਾ ਜਾਂਦਾ ਤੇ ਸਪੀਡ ਹਮੇਸ਼ਾ ਰਿਲੇਟਿਵ। ਜੇ ਦੂਜਾ ਆਬਜੈਕਟ ਖੜਾ ਹੈ फिर तो अपनी ट्रेन की स्पीड ही स्पीड ले लांगे, जे दूजा भी मूव कर रहा है फिर रिलेटिव स्पीड ले लांगे। जिहड़ी ओपोजिट के केस च ऐड हो जाती है, सेम के केस च माइनस हो जाती है। आ गलबात है बच्चे सारी क्लीयर हो गया जी सारिਆਂ ਨੂੰ। माड़ा जिहा कमेंट करके दसदे जाओ कि जो कुछ पढ़ रहे हैं वो क्लीयर हो रहा है, समझ आ रहा है, मतलब करे का फायदा है। अपने सैशन में अज स्टार्ट होया 20-25 दिन हो गए मेरे ख्याल च, 12-13 अपने अप्रैल का स्टार्ट किया हुआ सैशन है। हाँ मतलब आप विसाखी ते स्टार्ट किया सीगा, तो अपने होर 15-20 दिन हले नैब तहसीलदार के पेपर में उदों तक तो सैशन चलूगा, उस तो अगे भी चलूगा, होर अपने पेपर आने ने। तो पंजाब के पुराने पेपरों के जो एग्जामिनर पूछ रहा है वो तो आप लगातार करते ही जावांगे। पुराने पेपर चाहे 8-10 साल पुराने ने, चाहे 4 साल पुराने ने, तो चाहे 6 महीने पुराने ने, तो चाहे पिछले हफ्ते जो अपना जिवें वेरका का पेपर होया सी पिछले ऐतवार, तो चाहे कोई हफ्ता पुराना या 4 दिन पुराना कोई पेपर है, आप सारे पंजाब के पुराने पेपर करते जावांगे क्योंकि उन्होंने विचों सीधा ही कंटेंट रिपीट होंदा है, सीधे सवाल रिपीट होंदे आ, मिलते जुलते सवाल रिपीट हो जाते हैं। तो आप उत्थे कोई कसर ना छड्डीए, तो उहदे लई अपना यह सैशन हमेशा चलता रहूगा। अगला क्वेश्चन देखो, अगला क्वेश्चन बच्चे नंबर सिस्टम के क्वेश्चन है। मेरे ख्याल इत्थे सैशन खत्म हो जाऊगा। 3 क्वेश्चन ये नाल दे। वो कहते वैन द इंटीजर n इज डिवाइडेड बाय 8, कोई नंबर है n, कहते जो उन्होंने 8 से डिवाइड किया तो रिमाइंडर आया 3। वट इज़ द रिमाइंडर इफ 6 × n इज डिवाइडेड बाय 8। तो कहते की रिमाइंडर होगा जे n की थां ते 6n नूं आपां 3 ते डिवाइड करिए। तो बच्चे आम तौर पर की करते कि n नंबर की है कि जो उन्होंने 8 से डिवाइड किया तो रिमाइंडर 3 आया, तो तुसी नंबर का एक्सप्रैशन नहीं बनाउण लग जाना। नंबर का एक्सप्रैशन बनाउण लग जाते हैं कि 8a+3 है जी। 8 का कुछ गुणा उस 3 रिमाइंडर जोड़ लो, आ नंबर है n। यह जा कुछ करन दी जमा लोड़ नहीं हैगी, तुसी सीधा नंबर सोचो की होगा, केड़ा नंबर है 3 रिमाइंडर का मतलब 3 फालतू चक्की फिरदा। तो 8 से डिवाइड होने तो बाद 8 का कोई मल्टीपल हो तो 3 फालतू, तो 8 का पहला मल्टीपल 8, 3 फालतू 11। तो चुप करके नंबर तुसी 11 अज्यूम कर लो जी। 11 ਨੂੰ 8 ਤੇ ਡਿਵਾਈਡ ਕਰਾਂਗੇ ਤਾਂ 3 ਰਿਮਾइंडर ਆ ਗਿਆ ਨਾ, ਤਾਂ ਤੁਸੀਂ ਸਿੱਧਾ ਨੰਬਰ ਅਜ਼ਿਊਮ ਕਰ ਲਿਆ। ਐਗਜ਼ਾਮੀਨਰ ਕਹਿੰਦਾ ਜੇ 6 × n ਨੂੰ 8 ਤੇ ਡਿਵਾਈਡ ਕਰੇ ਤਾਂ ਕੀ ਰਿਮਾइंडर ਆਊਗਾ, ਤਾਂ 6n ਹੋ ਗਿਆ 66, 66 ਨੂੰ 8 ਤੇ ਡਿਵਾਈਡ ਕਰਾਂਗੇ ਤਾਂ 64 ਕੱਟਿਆ ਗਿਆ, ਰਿਮਾइंडर ਆ ਗਿਆ 2। ਤਾਂ ਇਸ ਕੁਐਸਚਨ ਦਾ ਆਨਸਰ ਸਿੱਧਾ ਤੁਹਾਡਾ ਆ ਜਾਊਗਾ 2 रिमाइंडर। ਤਾਂ ਇਸ ਕੁਐਸਚਨ ਦੇ ਵਿੱਚ ਬੱਚੇ ਕਦੇ ਵੀ ਐਕਸਪ੍ਰੈਸ਼ਨ ਨਹੀਂ ਬਣਾਉਣਾ, हमेशा नंबर अज्यूम कर लेना पहले मल्टीपल तो 8 का पहला मल्टीपल 8, 3 रिमाइंडर आ रहा सी तो 11 नंबर होगा। 11 नंबर जिन्होंने 8 से डिवाइड करे तो 3 रिमाइंडर मिलता। तो वो कहते जो 6n ਨੂੰ 8 से डिवाइड करिए तो की रिमाइंडर आऊगा 6n मतलब 66, 8 से डिवाइड करांगे तो 64 कट्टिया गया 8 से 2 रिमाइंडर आ गया। तो इस क्वेश्चन का आंसर बच्चे 3rd ऑप्शन 2। अगला क्वेश्चन, अ नंबर व्हेन डिवाइडेड बाय 5 लीव्स अ रिमाइंडर 3, वट इज़ द रिमाइंडर वैन द स्क्वायर ऑफ द सेम नंबर इज डिवाइडेड बाय 5। वो कहते किसी नंबर नूं 5 ते डिवाइड किया तो रिमाइंडर कितना आया बच्चे 3। रिमाइंडर मतलब फालतू 3। तो 5 का पहला मल्टीपल 5, 3 फालतू है तो नंबर चुप करके 8 मान लो जी। तो वो कहते जो सेम नंबर के स्क्वायर नूं 5 ते डिवाइड करांगे तो की बन जू, तो स्क्वायर की हो गया 8 का 64, 64 नूं 5 ते डिवाइड करांगे तो 60 कट्टिया गया, रिमाइंडर आ गया तुहाडा 4। तो इस क्वेश्चन का आंसर बच्चे डी ऑप्शन 4 आ जाऊगा। तो इन्ने क सौखे क्वेश्चन ने, मतलब मैनू समझाउण लग्गिया आ सारा कुछ लिखदिया 10 सकिंट नहीं लग रहे, पेपर दे विच तुसीं देख के बिना पैन चक्के 2-3 सकिंटां च आंसर मार्क कर दोगे। तो इन्ने क सौखे क्वेश्चन ने। तो इस तो बाद बच्चे अपना अज की क्लास का आखिरी क्वेश्चन,
ਉਹ ਥੋੜਾ ਜਿਹਾ ਧਿਆਨ ਨਾਲ ਦੇਖਣ ਵਾਲਾ ਕੁਐਸਚਨ ਹੈ, ਪੰਜਾਬ ਦੇ ਪੁਰਾਣੇ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ। ਅ ਨੰਬਰ ਡਿਵਾਈਡਡ ਬਾਈ 68 ਗਿਵਸ ਦਾ quotient 269 ਐਂਡ ਰਿਮਾਈਂਡਰ 0, ਕੋਈ ਰਿਮਾਈਂਡਰ ਨਹੀਂ ਬਚਿਆ। ਇਫ ਦਾ ਸੇਮ ਨੰਬਰ ਇਜ਼ ਡਿਵਾਈਡਡ ਬਾਈ 67 ਤਾਂ ਰਿਮਾਈਂਡਰ ਕੀ ਆਊਗਾ ਬੱਚੇ, ਇਹ ਆਪਣਾ ਕੁਐਸਚਨ ਹੈ। ਐਗਜ਼ਾਮੀਨਰ ਕਹਿੰਦਾ ਕੋਈ ਨੰਬਰ ਜਦੋਂ 68 ਤੇ ਡਿਵਾਈਡ ਕੀਤਾ ਤਾਂ ਕੁਐਸਚਨ ਤਾਂ ਆ ਗਿਆ 269 ਪਰ ਰਿਮਾਈਂਡਰ ਕੋਈ ਨਹੀਂ ਹੈਗਾ, ਰਿਮਾਈਂਡਰ 0 ਹੈ, ਤਾਂ ਨੰਬਰ ਕੀ ਹੋਊਗਾ, ਸਿੱਧਾ 68 × 269। ਜੇ ਕੋਈ ਰਿਮਾਈਂਡਰ ਹੁੰਦਾ ਤਾਂ ਰਿਮਾਈਂਡਰ ਐਡ ਕਰ ਲੈਂਦੇ, ਪਰ ਕੋਈ ਰਿਮਾਈਂਡਰ ਨਹੀਂ ਹੈਗਾ ਤਾਂ ਆਹ ਨੰਬਰ ਹੈ। ਤਾਂ ਇਹ ਨੰਬਰ ਕਹਿੰਦੇ ਜੇ ਆਪਾਂ 67 ਤੇ ਡਿਵਾਈਡ ਕਰੀਏ, ਇਹੀ ਨੰਬਰ ਜੇ ਆਪਾਂ 67 ਤੇ ਡਿਵਾਈਡ ਕਰੀਏ ਤਾਂ ਰਿਮਾਈਂਡਰ ਕੀ ਆਊਗਾ। ਤਾਂ ਬੱਚੇ 68 ਤੇ 67 ਦਾ ਰਿਲੇਸ਼ਨ ਦੇਖੋ, 68 ਨੂੰ ਤੁਸੀਂ 67 + 1 ਲਿਖ ਸਕਦੇ ਹੋ ਨਾ, 68 ਨੂੰ ਤੁਸੀਂ 67 + 1 ਲਿਖ ਸਕਦੇ ਹੋ। ਤਾਂ ਜਦੋਂ ਬ੍ਰੈਕਟ ਖੋਲੋਗੇ ਇਹ ਕੀ ਬਣ ਜੂਗਾ, 67 × 269 + 1 × 269, ਜਿਹਨੂੰ ਤੁਸੀਂ 67 ਤੇ ਡਿਵਾਈਡ ਕਰਨਾ ਹੈ। ਤਾਂ ਬੱਚੇ ਜਿਹੜਾ ਆ ਐਕਸਪ੍ਰੈਸ਼ਨ ਹੈ ਆ ਤਾਂ 67 ਤੇ ਸਿੱਧਾ ਹੀ ਡਿਵਾਈਡ ਹੋ ਜਾਊਗਾ ਕਿਉਂਕਿ ਇਹਦੇ ਵਿੱਚ 67 ਹੈ, ਤਾਂ ਇੱਥੋਂ ਤਾਂ ਰਿਮਾਈਂਡਰ 0 ਨਿਕਲੂਗਾ, ਸਾਰੇ ਦਾ ਸਾਰਾ ਰਿਮਾਈਂਡਰ ਇਹਦੇ ਵਿੱਚੋਂ ਨਿਕਲੂਗਾ। ਤਾਂ ਇਹ ਬਣ ਗਿਆ ਕੱਲਾ 269, ਉਹਨੂੰ 67 ਤੇ ਡਿਵਾਈਡ ਕਰਾਂਗੇ ਤਾਂ 67 ਦਾ ਟੇਬਲ, 67 ਦਾ 1 × 67, 67 ਦਾ 2 × 134, 67 ਦਾ 3 × 201, 67 ਦਾ 4 × 268। ਤਾਂ 268 ਕੱਟਿਆ ਗਿਆ 269 ਦੇ ਵਿੱਚੋਂ 268 ਚਲ ਗਿਆ ਤਾਂ ਰਿਮਾਈਂਡਰ ਕਿੰਨਾ ਆ ਗਿਆ ਬੱਚੇ ਤੁਹਾਡਾ 1। ਤਾਂ ਇਸ ਕੁਐਸਚਨ ਦਾ ਆਨਸਰ ਕੀ ਆ ਜਾਊਗਾ ਤੁਹਾਡਾ, 1 ਰਿਮਾਈਂਡਰ ਬਚ ਗਿਆ। ਤਾਂ ਇਹ ਬੱਚੇ ਤੁਹਾਡਾ ਕੁਐਸਚਨ ਹੈਗਾ। ਮੇਰੇ ਖਿਆਲ 'ਚ ਅੱਜ ਦੀ ਕਲਾਸ ਇੱਥੇ ਖਤਮ ਹੋ ਗਈ, ਬਿਲਕੁਲ ਖਤਮ ਹੋ ਗਈ ਜੀ। ਤਾਂ ਅੱਜ ਦਾ ਆਪਣਾ ਪੂਰਾ ਸੈਸ਼ਨ ਇੱਥੇ ਖਤਮ ਹੋ ਗਿਆ। ਅੱਜ ਦੇ ਸੈਸ਼ਨ ਦੇ ਵਿੱਚ ਇੱਕ ਕੁਐਸਚਨ ਸੀਗਾ ਮੇਰੇ ਖਿਆਲ 'ਚ ਨੰਬਰ ਸਿਸਟਮ ਵਾਲੇ ਕੁਐਸਚਨਸ ਦੇ ਵਿੱਚੋਂ ਕੁਐਸਚਨ ਸੀ ਡਿਵੀਜ਼ਿਬਿਲਟੀ ਰੂਲ ਵਾਲਾ, ਨੰਬਰ ਸਿਸਟਮ ਦੇ ਵਿੱਚ ਡਿਵੀਜ਼ਿਬਿਲਟੀ ਰੂਲ ਵਾਲਾ ਕੁਐਸਚਨ ਸੀਗਾ। ਉਹਦੇ ਵਿੱਚ ਮੇਰਾ ਫੰਬਲ ਵੱਜਿਆ ਸੀਗਾ ਥੋੜਾ ਜਿਹਾ, ਉਹ ਦੇਖ ਲਿਓ ਵੀ ਮੇਰੇ ਤੋਂ ਜੇ ਕੋਈ ਗਲਤੀ ਹੋਈ ਹੈ ਕਮੈਂਟ ਕਰ ਦਿਓ, ਅਦਰਵਾਈਜ਼ ਆਪਾਂ ਸਹੀ ਆਨਸਰ ਕੱਢ ਲਿਆ ਸੀਗਾ, ਉਹਦੇ ਵਿੱਚ 7 ਆਨਸਰ ਹੋਣਾ ਸੀਗਾ। ਪਿਛਲੀ ਕਲਾਸ ਦੇ ਵਿੱਚ ਇੱਕ ਕੁਐਸਚਨ ਗਲਤ ਹੋਇਆ ਸੀਗਾ, ਉਹ ਮੈਂ ਅੱਜ ਦੀ ਸ਼ੀਟ ਦੇ ਵਿੱਚ ਕੁਐਸਚਨ ਸ਼ਾਮਲ ਕਰ ਲਏ। ਸਭ ਤੋਂ ਪਹਿਲਾ ਕੁਐਸਚਨ ਉਹੀ ਕੀਤਾ, ਗਲਤੀ ਡਿਸਕਸ ਕੀਤੀ ਹੈ ਕਿ ਗਲਤੀ ਕਿੱਥੇ ਹੋਈ ਹੈ ਤੇ ਫਿਰ ਸਹੀ ਆਨਸਰ ਕੀ ਹੋਣਾ ਸੀਗਾ, ਆਪਾਂ ਉਹ ਡਿਸਕਸ ਕੀਤਾ। ਅਗਲੀ ਕਲਾਸ ਦੇ ਵਿੱਚ ਬੱਚੇ ਆਪਾਂ ਜਿਹੜੇ ਪੰਜਾਬ ਦੇ ਹੁਣ ਪੇਪਰ ਹੋਏ ਨੇ, ਖਾਸ ਕਰਕੇ ਪਿਛਲੇ ਸਮੇਂ 'ਚ ਜਿਹੜੇ ਆਪਣੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਪੇਪਰ ਹੋਏ ਸੀਗੇ, ਮਤਲਬ ਖੈਰ ਆਨਲਾਈਨ ਪੇਪਰ ਹੋਏ ਸੀ ਪਰ ਮੈਮਰੀ ਬੇਸਡ ਕੁਐਸਚਨਸ ਨਾਲ, ਮਤਲਬ ਸਾਰੇ ਆਪਣੇ ਕੁਐਸਚਨ ਪੇਪਰ ਬਾਹਰ ਆਏ ਹੋਏ ਨੇ, ਉਹ ਆਪਣੇ ਕੋਲ ਕੁਐਸਚਨ ਪੇਪਰ ਪਏ ਨੇ। ਤਾਂ ਆਪਾਂ ਸਬ ਇੰਸਪੈਕਟਰ ਦੇ ਕੁਐਸਚਨ ਪੇਪਰ ਕਰਾਂਗੇ। ਇਸ ਤੋਂ ਬਿਨਾਂ ਜਿਹੜੇ ਆਪਣੇ ਪਿਛਲੇ ਸਾਲ ਪਟਵਾਰੀ ਦੇ ਪਹਿਲੇ ਪੇਪਰ ਦੇ ਵਿੱਚੋਂ ਤਾਂ ਕਾਫੀ ਕੁਐਸਚਨ ਕਰ ਲਏ ਸੀ, ਪਟਵਾਰੀ ਦਾ ਦੂਜਾ ਪੇਪਰ ਹੋ ਗਿਆ ਜਿਹੜਾ 5 ਸਤੰਬਰ ਨੂੰ ਮੇਨਸ ਦਾ ਪੇਪਰ ਹੋਇਆ ਸੀਗਾ। ਸਬ ਇੰਸਪੈਕਟਰ ਦੇ ਆਪਣੇ ਅਗਸਤ 17 18 ਤੋਂ ਲੈ ਕੇ 23 24 ਅਗਸਤ ਤੱਕ ਪੇਪਰ ਚੱਲੇ ਸੀਗੇ, ਉਹ ਪੇਪਰ ਹੋ ਗਏ। ਕੋਆਪਰੇਟਿਵ ਦੇ ਮੈਨੇਜਰ ਦੇ ਪੇਪਰ ਨੂੰ ਤਾਂ ਆਪਾਂ ਸੋਲਵ ਲਗਭਗ ਕਰ ਲਿਆ, ਕਾਫੀ ਕੁਐਸਚਨ ਉਹਦੇ ਵਿੱਚੋਂ ਲੈ ਲਏ। ਤੇ ਇਸ ਤੋਂ ਬਿਨਾਂ ਜਿਹੜੇ ਆਪਣੇ ਹੋਰ ਪਿਛਲੇ ਸਾਲਾਂ ਦੇ ਵਿੱਚ ਪੇਪਰ ਨੇ, ਅਗਲੀਆਂ ਕਲਾਸਿਸ ਦੇ ਵਿੱਚ ਆਪਾਂ ਉਹਨਾਂ ਪੇਪਰਾਂ ਨੂੰ ਕਰਦੇ ਜਾਵਾਂਗੇ, ਨਾਲ ਮਿਲਦੇ ਜੁਲਦੇ ਜਿਹੜੇ ਕੁਐਸਚਨ ਹੋਣਗੇ ਉਹ ਹੁੰਦੇ ਜਾਣਗੇ, ਪਲੱਸ ਥੋੜੀ ਹੁਣ ਡੀਆਈ ਫੇਰ ਸ਼ੁਰੂ ਕਰਾਂਗੇ। ਤਾਂ ਡੀਆਈ ਦੇ ਵਿੱਚ ਆਪਾਂ ਪਿਛਲੀ ਕਲਾਸ 'ਚ ਜਿਵੇਂ ਵੈਨ ਡਾਇਗਰਾਮ ਕੀਤਾ, ਵੈਨ ਡਾਇਗਰਾਮ ਦੇ ਨਾਲ ਦੇ ਕੁਝ ਕੁਐਸਚਨਸ, ਮਤਲਬ ਇੱਕ ਤਾਂ ਪੁਰਾਣੇ ਪੇਪਰ ਦਾ ਕੁਐਸਚਨ ਚੱਕ ਲਏ 5 ਕੁਐਸਚਨਾਂ ਦਾ ਸੈੱਟ, ਕੁਝ ਕੁਐਸਚਨ ਮੈਂ ਆਪਣੇ ਵੱਲੋਂ ਲਿਆਇਆ। ਤਾਂ ਪਾਈ ਚਾਰਟ, ਲਾਈਨ ਚਾਰਟ, ਡਾਟਾ ਟੇਬਲ ਤੇ ਬਾਰ ਗ੍ਰਾਫ ਦੇ ਜਿਹੜੇ ਆਪਾਂ ਜਿਵੇਂ ਪਹਿਲਾਂ 2 ਕਲਾਸਾਂ 'ਚ ਕੀਤੇ ਨੇ ਉਹ ਮੈਂ ਦੁਬਾਰਾ ਲੈ ਕੇ ਆਉਂਗਾ। ਤਾਂ ਅਗਲੀ ਕਲਾਸ ਦੇ ਵਿੱਚ ਆਪਾਂ ਡੀਆਈ ਦੇ ਵੀ ਕੁਝ ਕੁਐਸਚਨਸ ਦੇਖਾਂਗੇ ਜਿਹੜੇ ਅੱਗੇ ਪੀਸੀਐਸ ਦੇ ਵਿੱਚ, ਜਿਹੜੇ ਬੱਚੇ ਸਿਵਲਸ ਦਾ ਪੇਪਰ ਦੇਣਗੇ ਪੀਸੀਐਸ, ਉਹਦੇ ਵਿੱਚ ਵੀ ਹੈਲਪ ਮਿਲਦੀ ਹੈ। ਅਦਰਵਾਈਜ਼ ਜਿਹੜੇ ਪੰਜਾਬ ਦੇ ਪੇਪਰ ਨੇ, ਉਹ ਚਾਹੇ ਪੀਪੀਐਸਸੀ ਨੇ ਕੰਡਕਟ ਕਰਨੇ, ਚਾਹੇ PTRPLS ਬੋਰਡ ਨੇ ਕੰਡਕਟ ਕਰਨੇ, ਉਹਨਾਂ ਦੇ ਵਿੱਚ ਵੀ ਡੀਆਈ ਥੋੜੀ ਜਿਹੀ ਪੁੱਛਣੀ ਸ਼ੁਰੂ ਕੀਤੀ ਆ, ਤਾਂ ਆਪਣੀ ਉੱਥੇ ਵੀ ਹੈਲਪ ਹੋਊਗੀ। ਤਾਂ ਆਪਾਂ ਅਗਲੇ ਸੈਸ਼ਨ ਦੇ ਵਿੱਚ ਮਿਲਦੇ ਹਾਂ ਬੱਚੇ। ਥੈਂਕ ਯੂ।